ਪੰਜਾਬ ਦੇ ਨਾਲ ਸੰਬੰਧਿਤ ਸਾਡੇ ਜਿਹੜੇ ਭੈਣ ਭਰਾ ਹੈਗੇ ਆ ਉਹਨਾਂ ਨਾਲ ਸਿੱਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਸ ਗੱਲਬਾਤ ਦੇ ਵਿੱਚ ਵੱਡਾ ਹਿੱਸਾ ਜਿਹੜਾ ਉਹ ਸਾਡੇ ਬਲ ਸਾਹਿਬ ਦਾ, ਬਲ ਅੰਮ੍ਰਿਤਸਰੀ ਸਾਹਿਬ ਦਾ। ਮੈਂ ਤਾਂ ਐਵੇਂ ਉਹਨਾਂ ਨੂੰ ਇੰਟਰੋਡਿਊਸ ਕਰਾਉਣ ਵਾਲਾ ਹੁੰਦਾ ਜਾਂ ਐਵੇਂ ਗੱਲ 'ਚ ਹਾਂ ਜਹਾਂ ਰਲਾਉਣੀ ਪੈਂਦੀ ਹੈ। ਸਿਆਣਾ ਬੰਦਾ ਗੱਲ ਕਰਦਾ ਹੋਵੇ ਅਤੇ ਉਹਨੂੰ ਹੁੰਗਾਰਾ ਨਾ ਮਿਲੇ ਅਤੇ ਉਹ ਬੰਦਾ ਅੱਕ ਹੀ ਜਾਂਦਾ। ਉਹ ਕਹਿੰਦਾ ਯਾਰ ਮੇਰੀ ਤੁਸੀਂ ਗੱਲ ਤਾਂ ਧਿਆਨ ਨਾਲ ਸੁਣਦੇ ਨਹੀਂ। ਤਾਂ ਮੈਂ ਹੁੰਗਾਰਾ ਤੁਹਾਡੇ ਬਿਹਾਫ 'ਤੇ ਭਰੀ ਜਾਂਦਾ ਹੁੰਦਾ। ਅਤੇ ਆਓ ਬਲ ਅੰਮ੍ਰਿਤਸਰੀ ਸਾਹਿਬ ਦਾ ਪਹਿਲਾਂ ਕਰਦੇ ਹਾਂ ਸਵਾਗਤ, ਅਤੇ ਫਿਰ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ। ਸਤਿ ਸ਼੍ਰੀ ਅਕਾਲ ਜੀ ਬਲ ਸਾਹਿਬ। ਸਤਿ ਸ੍ਰੀ ਅਕਾਲ ਭਾਜੀ। ਵੈਸੇ ਹਵਾ ਬਾਹਰ ਵੀ ਬੜੀ ਚੱਲ ਰਹੀ ਜੇ, ਮੈਂ ਉੱਡਣਾ ਨਹੀਂ ਇੱਦਾਂ ਦੀ ਗੱਲ ਨਹੀਂ, ਮੈਂ ਹਵਾ ਨਹੀਂ ਪੰਪ ਨਹੀਂ ਕਰ ਰਿਹਾ ਜਿੱਦਾਂ ਪੰਪ ਦੇ ਰਿਹਾ, ਇੱਦਾਂ ਦੀ ਗੱਲ ਨਹੀਂ। ਮੈਂ ਲੈ ਸਕਦਾ ਨਾ ਹਵਾ। ਨਹੀਂ ਉਹ ਮੈਂ ਤੁਹਾਨੂੰ ਲੈਣ ਨਹੀਂ ਦਿੱਤੇ, ਕੋਲ ਬੈਠੇ ਸੀ। ਬਲ ਸਾਹਿਬ, ਹਾਂਜੀ, ਹਵਾ ਦੀ ਗੱਲ ਤੁਸੀਂ ਕੀਤੀ ਤੇ ਪਹਿਲਾਂ ਸ਼ੁਰੂ ਇੱਥੋਂ ਕਰ ਲਈਏ। ਸਾਡੇ ਬੰਦੇ ਪੰਜਾਬੀ ਭਾਈਚਾਰਾ ਭਾਵੇਂ ਪੰਜਾਬ ਵਿੱਚ ਬੈਠਾ ਤੇ ਭਾਵੇਂ ਪੰਜਾਬੋਂ ਬਾਹਰ ਬੈਠਾ, ਮਾਣ ਤਾਣ ਬਹੁਤ ਆ ਜੀ, ਕਮਾਈਆਂ ਮੋਟੀਆਂ ਕਰਦੇ ਆ, ਇੱਜ਼ਤ ਮਾਣ ਬੜਾ ਜੀ, ਭੱਲ ਬੜੀ ਖੱਟੀ ਹੋਈ ਆ। ਚਲੋ ਕਿਤੇ ਨਾ ਕਿਤੇ ਕੋਈ ਗੜਬੜ ਵੀ ਹੋ ਜਾਂਦੀ ਹੈ, ਪਰ ਤੁਸੀਂ ਦੱਸੋ ਵੀ ਅੱਡੀਆਂ ਚੁੱਕ ਕੇ ਅਸੀਂ ਖਰਚੇ ਕਿਉਂ ਕਰਦੇ ਹਾਂ? ਤੁਸੀਂ ਦੇਖੋ ਜੀ, ਤੁਸੀਂ ਤੇ ਮੈਂ ਦੋਨੋਂ ਹੀ ਹਾਊਸਿੰਗ ਨਾਲ ਸੰਬੰਧਿਤ ਜਿਹੜਾ ਮਹਿਕਮਾ ਉਹਦੇ ਲਈ ਕੰਮ ਕਰਦੇ ਹਾਂ, ਯਾਨੀ ਲੋਕਾਂ ਨੂੰ ਮੌਰਗੇਜ ਲੈ ਕੇ ਦਿੰਦਾ। ਬਹੁਤ ਸਾਰੇ ਲੋਕ ਤੁਹਾਨੂੰ ਵੀ ਮਿਲਦੇ, ਮੈਨੂੰ ਵੀ ਮਿਲਦੇ ਜੀ। ਚਲੋ ਮੈਂ ਨਹੀਂ ਕਹਿੰਦਾ ਵੀ ਉਹ ਗਲਤ ਹੈ, ਉਹਨਾਂ ਦੀ ਆਪਣੀ ਸੋਚ ਹੈ ਜੀ। ਹਰ ਇੱਕ ਬੰਦੇ ਦੀ ਇਹ ਸੋਚ ਹੈ ਕਿ ਯਾਰ ਜੇ ਸਾਡੇ ਰਿਸ਼ਤੇਦਾਰ ਸਾਡੇ ਤੋਂ ਮਗਰੋਂ ਆ ਕੇ ਵੱਡਾ ਘਰ ਲੈ ਸਕਦਾ ਤੇ ਅਸੀਂ ਕਿਉਂ ਨਹੀਂ ਲੈ ਸਕਦੇ? ਉਹ ਹੁਣ ਦੇਖੋ ਘਰ ਲੈਣਾ ਹੋਵੇ ਤੇ ਉਹਦੇ ਲਈ ਜਿਹੜੀਆਂ ਮੁੱਢਲੀਆਂ ਸ਼ਰਤਾਂ, ਉਹਨਾਂ ਵਿੱਚੋਂ ਇੱਕ ਸ਼ਰਤ ਆ ਤੁਹਾਡੀ ਇਨਕਮ। ਬਿਲਕੁਲ ਜੀ, ਬਿਲਕੁਲ। ਤੁਹਾਡੀ ਇਨਕਮ ਕਿੰਨੀ ਆ? ਜੇ ਤੁਹਾਡੇ ਤੋਂ ਮਗਰੋਂ ਆ ਕੇ ਕਿਸੇ ਨੇ, ਤੁਹਾਡੇ ਹੀ ਰਿਸ਼ਤੇਦਾਰ ਨੇ, ਸੱਜਣ ਮਿੱਤਰ ਨੇ, ਜਾਣਕਾਰ ਨੇ ਵੱਡਾ ਘਰ ਲੈ ਰਿਹਾ, ਹੋ ਸਕਦਾ ਉਹਦੀ ਫੈਮਿਲੀ ਇਨਕਮ ਜ਼ਿਆਦਾ ਹੋਵੇ, ਠੀਕ ਹੈ, ਜਾਂ ਉਹਨੇ ਫਿਰ ਖਰਚਿਆਂ ਤੇ ਬੜਾ ਕੰਟਰੋਲ ਕੀਤਾ ਹੋਵੇ, ਵੱਡੀਆਂ ਕਾਰਾਂ ਨਾਲ ਲੈ ਕੇ ਰੱਖੀਆਂ ਹੋਣ, ਕੋਈ ਹੋਰ ਅੱਡੇ ਫਾਹੇ ਨਾਲ ਲਏ ਹੋਣ, ਲਾਈਨ ਆਫ ਕ੍ਰੈਡਿਟ ਨਾਲ ਚੁੱਕੀ ਹੋਵੇ ਹਾਂਜੀ, ਤੇ ਕ੍ਰੈਡਿਟ ਕਾਰਡਾਂ ਤੇ ਟਿਕਟਾਂ ਨਾਲ ਚੱਕੀਆਂ ਹੋਣ ਵੀ ਚੱਲ ਰੌਣਕ ਮੇਲਾ ਦੇਖ ਆਈਏ ਇੰਡੀਆ ਦੇ ਜਾ ਕੇ, ਤੇ ਉਹ ਮੁੜ ਕੇ ਲੱਥੇ ਹੀ ਨਾ ਹੋਣ। ਚਲੋ ਸਾਰਿਆਂ ਦੀ ਸਿਚੁਏਸ਼ਨ ਇਹੋ ਜਿਹੀ ਨਹੀਂ ਹੁੰਦੀ, ਪਰ ਜਿਨ੍ਹਾਂ ਦੀ ਹੁੰਦੀ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਇਹ ਗੱਲ ਇੱਥੇ ਆ ਕੇ ਵੀ, ਕੈਨੇਡਾ ਵਿੱਚ ਵੀ ਆ ਕੇ, ਜਾਂ ਘਰੋਂ ਬਾਹਰ ਆ ਕੇ, ਪੰਜਾਬ ਤੋਂ ਬਾਹਰ ਆ ਕੇ ਵੀ ਸਾਨੂੰ ਉਹ ਕੁਛ ਹੀ ਸਾਡੇ ਨਾਲ ਹੋ ਰਿਹਾ। ਪਰ ਜੇ ਪਿਛਲ ਝਾਤ ਮਾਰੀਏ ਤਾਂ ਹਾਲਤ ਤਾਂ ਉੱਥੇ ਵੀ ਬਹੁਤੀ ਚੰਗੀ ਨਹੀਂ ਹੈ। ਫਿਰ ਆਉਂਦੀਆਂ ਗੱਲਾਂ, ਮੈਂ ਨਹੀਂ ਕਹਿੰਦਾ ਕਿ ਇਸ ਲੋਕਾਂ ਨੇ ਜਿਹੜੇ ਫਾਹੇ ਆਪ ਸਹੇੜੇ ਹੋਏ ਆ ਜੀ ਸਾਡਿਆਂ ਲੋਕਾਂ ਨੇ ਵੀ ਉਹਨਾਂ ਕਰਕੇ ਖੁਦਕਸ਼ੀਆਂ ਹੁੰਦੀਆਂ। ਖੁਦਕਸ਼ੀਆਂ ਦੇ ਕਾਰਨ ਹੋਰ ਵੀ ਕਈ ਹੈਗੇ, ਹਾਂਜੀ ਹਾਂਜੀ, ਠੀਕ ਹੈ ਜੀ। ਕਿਸੇ ਦੇ ਜਿਹੜੇ ਸਿਰ ਤੇ ਕਰਜ਼ੇ ਦੀ ਪੰਡ ਚੜ੍ਹ ਜਾਂਦੀ ਹੈ ਜੀ, ਉਹਨੂੰ ਪਤਾ ਹੁੰਦਾ ਕਿ ਉਹਨੂੰ ਦਿਨ ਰਾਤ ਜਦੋਂ ਨੀਂਦ ਹੀ ਨਹੀਂ ਆਉਂਦੀ, ਚੈਨ ਨਹੀਂ ਆਉਂਦੀ, ਫਿਕਰ ਹੀ ਵੱਡੋ ਟਕਾਈ ਜਾਂਦਾ, ਆਮਦਨ ਦੇ ਸਾਧਨ ਸਰੋਤ ਘੱਟ ਵਾ। ਪਰ ਜਿਹੜੇ ਬਿਨਾਂ ਸਰੋਤਾਂ ਤੋਂ ਐਡੇ ਐਡੇ ਵੱਡੇ ਪੰਗੇ ਲੈਂਦੇ ਆ, 2-3 ਪੰਗੇ ਵੱਡੇ ਜੀ। ਇੱਕ ਤਾਂ ਇੱਕ ਧੀ ਪੁੱਤ ਬਾਹਰ ਭੇਜਣਾ, ਹਾਂਜੀ, ਸਭ ਤੋਂ ਵੱਡਾ। ਦੂਜਾ ਧੀ ਪੁੱਤ ਵਿਆਹੁਣਾ ਜੀ। ਤੇ ਇੱਕ ਜਿਹੜੀ ਫੋਕੀ ਟੌਰ ਜਿਹੜੀ ਆ ਵੀ ਘਰ ਦੇ ਵਿਹੜੇ ਦੇ ਵਿੱਚ ਜੀਪ ਖੜੀ ਹੋਣੀ ਚਾਹੀਦੀ ਆ, ਮੋਟਰਸਾਈਕਲ ਵੱਡਾ ਖੜਾ ਹੋਣਾ ਚਾਹੀਦਾ, ਹੱਥ ਵਿੱਚ ਮੋਬਾਈਲ ਜਿਹੜਾ ਵਾ ਬਿਲਕੁਲ ਹੀ ਨਵੇਂ ਮਾਡਲ ਦਾ ਚਾਹੀਦਾ, ਹਾਂਜੀ। ਇਹ ਤੇ ਚਿੱਟੇ ਕੁੜਤਾ ਪਜਾਮਾ ਪਾ ਕੇ ਫਿਰ ਆਪਾਂ ਕਚਹਿਰੀ ਵੀ ਜਾਣਾ, ਵੀਡੀਓ ਦਫ਼ਤਰ ਵੀ ਜਾਣਾ, ਉੱਥੇ ਫੋਕੀ ਰੋਹ ਪਾਉਣਾ। ਤੇ ਮੰਨ ਲਓ 10-15-20 ਕਿੱਲੇ ਹੈਗੇ ਆ, ਉਹ ਸਾਰੇ ਭਾਵੇਂ ਬੈਂਕ ਘੋਲ ਗਹਿਣੇ ਆ, ਪਰ ਅਸੀਂ ਦੱਸਣ ਲੱਗੇ ਜਿਹੜੀ ਉਹ ਤੁਸੀਂ ਹਵਾ ਵਾਲੀ ਗੱਲ ਕਰਦੇ। ਬਿਲਕੁਲ। ਹੁਣ ਤੁਸੀਂ ਦੱਸੋ ਵੀ ਹਵਾ ਲੈਣੀ ਕਿ ਦੇਣੀ? ਵੈਸੇ ਸਭ ਤੋਂ ਪਹਿਲਾਂ ਧੰਨਵਾਦ ਜੀ ਦਰਸ਼ਕੋ, ਤੁਹਾਡਾ ਜਿਹੜਾ ਪਿਆਰ ਦਿੰਦੇ ਜੇ, ਤੇ ਸਭ ਤੋਂ ਜ਼ਿਆਦਾ ਧੰਨਵਾਦ ਭਾਜੀ ਤੁਹਾਡਾ। ਮੇਰਾ ਕਿਉਂ ਜੀ? ਕਿਉਂਕਿ ਤੁਸੀਂ ਵੀ ਇੰਨਾ ਪਿਆਰ ਕਰਦੇ ਜੇ, ਨਹੀਂ ਤੇ ਕੈਸ਼ ਤੁਸੀਂ ਸਿੱਧਾ ਹੀ ਕਹਿ ਦਿਓ ਕੋਈ ਨਹੀਂ ਜੀ, ਇੱਕ ਬੰਦਾ ਸੱਦਿਆ ਜੀ, ਇਹ ਹੁਣ ਪ੍ਰੋਗਰਾਮ ਕਰੇਗਾ। ਨਹੀਂ, ਮੈਂ ਤਾਂ ਭੂਮਿਕਾ ਬੰਨਣ ਵਾਲਾ ਬੰਦਾ, ਤੁਹਾਨੂੰ ਦੱਸੀ ਗੱਲ, ਬਹੁਤ ਮਿਹਰਬਾਨੀ, ਗੱਲਾਂ ਬਾਤਾਂ ਤੁਸੀਂ ਕਰਨੀਆਂ। ਨਹੀਂ, ਮਿਹਰਬਾਨੀ ਤੁਹਾਡੀ ਵੀ, ਉਹਨਾਂ ਦੀ ਵੀ ਬਹੁਤ ਜ਼ਿਆਦਾ, ਤੇ ਵਾਇਸ ਆਫ ਇੰਡੀਆ ਦੀ ਸਭ ਤੋਂ ਜ਼ਿਆਦਾ, ਜਿਹਨੇ ਸਾਨੂੰ ਮੀਡੀਆ ਦਿੱਤਾ, ਪਲੇਟਫਾਰਮ ਦਿੱਤਾ ਵੀ ਅਸੀਂ ਗੱਲ ਕਰ ਸਕਦੇ ਹਾਂ। ਨਹੀਂ ਤੇ ਉਹ ਕਹਿੰਦੇ ਨਾ ਬੰਦ ਕਮਰੇ 'ਚ ਕੋਈ ਰੌਲਾ ਪਾਉਂਦਾ ਹੋਵੇ ਤੇ ਫਿਰ ਗੁਆਂਢੀ ਵੀ ਕਹਿੰਦੇ ਸ਼ਦਾਈ ਹੋ ਗਿਆ ਜੀ। ਮਾਧਿਅਮ ਚਾਹੀਦਾ, ਮਾਧਿਅਮ ਦਿੱਤਾ ਜੀ, ਉਹਦਾ ਵੀ ਧੰਨਵਾਦ। ਤੁਸੀਂ ਗੱਲ ਕਰ ਰਹੇ ਸੀ ਖਰਚਿਆਂ ਦੀ, ਗੱਲਾਂ ਦੋਵੇਂ ਜੁੜ ਜਾਂਦੀਆਂ ਨੇ, ਲੇਕਿਨ ਮੈਂ ਪਹਿਲਾਂ ਸ਼ੁਰੂਆਤ ਕਰਾਂਗਾ ਕਿ ਜਿਹੜੀ ਤੁਸੀਂ ਕਹੀ ਕਿ ਬਾਹਰਲੇ ਖਰਚੇ ਜ਼ਿਆਦਾ ਆ, ਸਾਡੀਆਂ ਆਸਾਂ ਹੀ ਜਦੋਂ ਅਸੀਂ ਉੱਧਰੋਂ ਤੁਰਦੇ ਹਾਂ ਨਾ ਜੀ, ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਨਾ ਇੱਕ ਪਰਸੈਪਸ਼ਨ ਬਣਾ ਲਈ ਆ। ਅੰਗਰੇਜ਼ੀ 'ਚ ਪਰਸੈਪਸ਼ਨ ਕਹਿੰਦੇ ਆ, ਪੰਜਾਬੀ 'ਚ ਅਸੀਂ ਕਹਿੰਦੇ ਕਿ ਅਸੀਂ ਅਗਾਊਂ ਸੋਚ ਲਿਆ ਵੀ ਸਵਰਗ ਆ। ਬਿਲਕੁਲ।
ਵੀ ਬੰਦਾ ਪੁੱਛੇ ਵੈਸੇ ਤਾਂ ਸਾਡੇ ਪੁਰਾਣੇ ਲੋਕੀ ਕਹਿੰਦੇ ਪੁਰਾਣਾ ਸਵਰਗਵਾਸ ਹੋ ਗਿਆ, ਪੁਰਾਣਾ ਬਾਹਰ ਆ ਕੇ ਸਵਰਗਵਾਸੀ ਹੋ ਗਏ ਸਾਰੇ। ਤੇ ਉਹਦੇ ਕਰਕੇ ਲੇਕਿਨ ਮੈਂ ਉਹ ਵੀ ਸਟਾਰਟਿੰਗ ਤੋਂ ਗੱਲ ਕਰਾਂ ਤੇ ਜਰਾ ਜ਼ਿਆਦਾ ਵਧੀਆ ਰਹੇ। ਉਸ ਤੋਂ ਬਾਅਦ ਆਪਾਂ ਖਰਚਿਆਂ ਦੀ ਗੱਲ ਕਰਾਂਗੇ। ਖਰਚਿਆਂ ਵਿੱਚ ਕੁਝ ਕਮਿਊਨਿਟੀਆਂ ਬਹੁਤ ਸਿਆਣੀਆਂ ਨੇ ਜਿਹੜੀਆਂ ਹਿਸਾਬ ਨਾਲ ਕਰਦੀਆਂ। ਇੱਕ ਸੋ ਕਾਲਡ ਕਮਿਊਨਿਟੀ ਹੈ ਜੀ ਸਾਡੇ, ਜਿਹਦੇ 'ਚ ਮੈਕਸੀਮਮ ਕਿਸਾਨ ਕਵਰ ਆ ਜਾਂਦੇ ਕਿਸਾਨ ਕਹਿੰਦੇ ਜੱਟ, ਗਾਣਿਆਂ 'ਚ ਜੱਟ, ਫਿਲਮਾਂ 'ਚ ਜੱਟ, ਉੱਥੇ ਜੱਟ, ਇੱਥੇ ਜੱਟ। ਉਹ ਤਾਂ ਭੂਏ ਕਰਨ ਵਾਲੀ ਗੱਲ ਹੈ। ਨਹੀਂ, ਚਾਹੇ ਭੂਏ ਕਰਨ ਵਾਲੀ ਗੱਲ, ਸਿਆਣੇ ਕਹਿੰਦੇ ਮਰਵਾਉਣਾ, ਭੂਏ ਕਰਕੇ ਉਹਦੇ ਕੋਲੋਂ ਪੈਸੇ ਕਢਾਉਣੇ ਸੀ ਨਾ ਜੱਟ ਕੋਲੋਂ। ਨਹੀਂ, ਜਦੋਂ ਕਿਸੇ ਨੂੰ ਮਰਵਾਉਣਾ ਹੋਵੇ ਨਾ ਉਦੋਂ ਦੋ ਹੀ ਚੀਜ਼ਾਂ ਹੁੰਦੀਆਂ। ਉਹਨੂੰ ਕਹੋ ਤੂੰ ਤੇ ਲੈ, ਤੂੰ ਤੇ ਖੁਦਾ ਆ। ਜਦ ਕਿ ਖੁਦਾ ਨੂੰ ਕੋਈ ਨਹੀਂ ਮਾਰ ਸਕਦਾ, ਪਰ ਬੰਦਾ ਜਦੋਂ ਖੁਦਾ ਬਣਦਾ ਮਰਦਾ ਉਦੋਂ ਹੀ। ਬੰਦੇ ਨੂੰ ਬਣਾਉਣ ਦੇ ਨਾ ਜੀ, ਗੱਲੀ ਬਾਤੀ ਰੱਬ ਬਣਾਉਣ ਦੇ ਨੂੰ। ਗੱਲੀ ਬਾਤੀ ਰੱਬ। ਉਹ ਫਿਰ ਉਹ ਬਾਅਦ 'ਚ ਕੀ ਹੁੰਦਾ ਕਿ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ, ਠੀਕ ਉਹ ਦੂਜੇ ਪਾਸੇ ਚੱਲ ਜਾਣਾ। ਲੇਕਿਨ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ, ਕਿਉਂਕਿ ਤੁਸੀਂ ਗੱਲ ਉਸ ਤਰੀਕੇ ਨਾਲ ਜੋੜੀ ਆ, ਤੇ ਆਪਾਂ ਜਦੋਂ ਤੁਰਦੇ ਆ ਨਾ ਇਹਨੂੰ, ਸਾਡੇ ਇੱਧਰ ਖਰਚੇ ਕਿਉਂ ਵੱਧਦੇ ਆ, ਇੱਧਰ ਅਸੀਂ ਫਾਹ ਕਿਉਂ ਲੈਂਦੇ ਆ ਐਡੇ ਵੱਡੇ ਫਾਹ। ਗੁਸਤਾਖੀ ਮਾਫ, ਕਿਉਂਕਿ ਹਰ ਬੰਦੇ ਨੇ ਆਪਣੀ ਪਹੁੰਚ ਅਨੁਸਾਰ ਕੰਮ, ਮੇਰੇ ਅਨੁਸਾਰ ਫਾਹ ਹੁੰਦਾ ਜੀ। ਨਹੀਂ, ਪਰ ਹੱਡੀਆਂ ਚੁੱਕ ਕੇ ਕੋਈ ਕੰਮ ਕਰੋ ਫਾਹ ਹੀ ਹੁੰਦਾ ਜੀ। ਕਿਉਂਕਿ ਜਦੋਂ ਅਸੀਂ ਉੱਧਰੋਂ ਚੜ੍ਹਦੇ ਆ ਨਾ ਜਹਾਜ਼ੇ ਜੀ, ਉਦੋਂ ਇਉਂ ਕਹੋ ਕਿ ਹਰ ਬੰਦੇ ਦੀਆਂ ਅੱਖਾਂ ਇੱਕ ਵਾਰ ਐ ਖਿੜ ਜਾਂਦੀਆਂ ਨੇ, ਤੇ ਘਰਦਿਆਂ ਦੀਆਂ ਵੀ ਖਿੜ ਜਾਂਦੀਆਂ, ਵੀ ਰਿਸ਼ਤੇਦਾਰਾਂ ਦੀਆਂ ਵੀ ਘਰ ਦੇ ਵਿੱਚ। ਕਿਉਂਕਿ ਆਉਣ ਲੱਗੇ ਸਵਰਗ ਦੇ ਸੁਪਨੇ, ਜਿਵੇਂ ਚੰਦਰਮਾ ਤੇ ਪਾਉਣਾ ਹੋਵੇ ਘਰ। ਕੀ ਬਾਤ। ਮਤਲਬ ਛੋਟਾ ਮੋਟਾ ਸੁਪਨਾ ਨਹੀਂ ਹੁੰਦਾ। ਜਦੋਂ ਬੰਦੇ ਮੁੰਡਾ ਕੈਨੇਡਾ ਜਾਂ ਅਮਰੀਕਾ ਤੁਰਨ ਲੱਗਦਾ ਜਾਂ ਆਸਟ੍ਰੇਲੀਆ ਤੁਰਨ ਲੱਗਦਾ ਨਾ, ਸਾਰੇ ਪਰਿਵਾਰ ਦੀਆਂ ਇੱਕ ਵਾਰ ਆਸਾ ਹੋ ਜਾਂਦੀ ਵੀ ਅਗਲਾ ਪਿਛਲਾ ਕਰਜ਼ਾ, ਜੇ ਉਹ ਗੁਆਂਢੀ ਸਾੜ ਦੇਣੇ ਆ, ਗੱਡੀ ਖੜੀ ਕਰ ਦੇਣੀ ਆ, ਕੋਠੀ ਪਾਉਣੀ ਆ, ਸਭ ਕੁਝ ਐ ਸਾਰਾ ਕੁਝ ਤਿਆਰ ਹੋ ਜਾਂਦਾ, ਨਕਸ਼ੇ ਤਿਆਰ ਹੋ ਜਾਂਦੇ। ਕੈਨੇਡਾ ਦਾ ਵੀਜ਼ਾ ਸੰਜੀਵਨੀ ਬੂਟੀ, ਐ ਲੱਗਦਾ ਹੁੰਦਾ ਜਿਵੇਂ ਮਰੇ ਦੇ ਮੂੰਹ ਨੂੰ ਸੰਜੀਵਨੀ ਬੂਟੀ, ਜਿਵੇਂ ਬਜਰੰਗ ਬਲੀ ਜੀ ਹਨੂੰਮਾਨ ਜੀ ਨੇ ਲਿਆ ਕੇ ਲਾਈ ਨਾ ਲਛਮਣ ਮੂਰਛਾ ਹੁੰਦੇ, ਵੀ ਉਹ ਲੱਗੀ ਹੁੰਦੀ ਆ। ਤੇ ਮਰਨ ਦਾ ਜਿਵੇਂ ਮੁੱਕਿਆ ਡਰ। ਫਿਰ 70-80 ਸਾਲ ਦਾ ਜਿਹੜਾ ਬੁੱਢਾ ਹੁੰਦਾ ਵੀ ਕਹਿੰਦਾ ਮੇਰਾ ਖਿਆਲ ਰੱਖੀ, ਮੈਂ ਵੀ ਕੈਨੇਡਾ ਆਉਣਾ। ਠੀਕ ਹੈ। ਤੇ ਜਿਹੜੇ ਮਤਲਬ ਕਿ ਇਹੋ ਸੋਚੋ ਵੀ ਕਈ ਵਾਰ ਕੁਝ ਲੋਕੀ ਹੁੰਦੇ ਜਿਹਨਾਂ ਨੂੰ ਪਤਾ ਹੁੰਦਾ ਵੀ ਕੈਨੇਡਾ ਜਾਣਾ ਕੋਈ ਸੌਖੀ ਗੱਲ ਨਹੀਂ, ਉਹ ਵੀ ਕਹਿੰਦੇ ਪਤਾ ਕੈਨੇਡਾ ਦਾ ਖਿਆਲ ਰੱਖੇ, ਪਰ ਅਸੀਂ ਵੀ ਮਗਰੋਂ ਆਉਣਾ ਹੀ ਆ ਨਾ। ਤੇ ਹੁਣ ਵੇਖੋ ਜੀ, ਕੈਨੇਡਾ ਦਾ ਵੀਜ਼ਾ ਸੰਜੀਵਨੀ ਬੂਟੀ, ਮਰਨ ਦਾ ਜਿਵੇਂ ਮੁੱਕਿਆ ਡਰ। ਇੱਥੇ ਆ ਕੇ ਵੀ ਅਸੀਂ ਤਾਂ ਹੀ ਨਹੀਂ ਪ੍ਰਾਪਰਟੀ ਇਕੱਠੀ ਕਰਦੇ, ਉਹਨੂੰ ਹੁੰਦਾ ਵੀ ਅਸੀਂ ਕਿਹੜਾ ਮਰਨਾ। ਪਿੰਜਰੇ ਨਿਕਲ ਕੇ ਪੰਛੀ ਜਿਵੇਂ ਮਾਰਦਾ ਹੁੰਦਾ ਉਡਾਇਆ ਪਰ, ਕੇ ਪਿੰਜਰੇ ਚੋਂ ਪੰਛੀ ਛੱਡੋ ਤੇ ਇੱਕਦਮ ਖੜ ਫੜ ਕਰਕੇ ਬਹੁਤ ਤੇਜ਼ ਉੱਡਦਾ ਜ਼ਿੰਦਗੀ ਚ। ਪਿੰਜਰੇ ਵਿੱਚੋਂ ਪੰਛੀ ਜਿਵੇਂ ਮਾਰਦਾ ਹੁੰਦਾ ਉਡਾਇਆ ਪਰ। ਹੁਣ ਵੇਖੋ ਜੀ, ਰੰਗਲੇ ਚਸ਼ਮੇ ਹੁੰਦੇ ਜਿਹ ਚੋਂ ਪਾਣੀ ਚਾਰ ਚਫੇਰੇ। ਅੱਛਾ, ਚਸ਼ਮੇ, ਮੈਂ ਕਿਹਾ ਅੱਖਾਂ ਬਣਾਉਣ ਵਾਲੇ ਚਸ਼ਮੇ ਦੀ ਗੱਲ ਕਰ। ਉਹ ਵੀ ਕਹਿ ਲਓ, ਦੋਵੇਂ ਟੁਕ ਜਾਣੇ ਇੱਥੇ ਜੀ। ਠੀਕ। ਰੰਗਲੇ ਚਸ਼ਮੇ ਚਾਰ ਚਫੇਰੇ, ਜਿਵੇਂ ਹੰਸਣੀਆਂ 'ਚ ਆਇਆ ਨਰ। ਕਿਉਂਕਿ ਹੰਸਣੀਆਂ ਦੇ ਵਿੱਚ ਨਰ ਆਇਆ, ਕਹਿੰਦੀ ਕਿ ਉਦੋਂ ਫੁੱਲ ਮਸਤੀ 'ਚ ਹੁੰਦਾ ਉਹ। ਇੰਨੀ ਮਸਤੀ ਹੁੰਦੀ ਕਿ ਹੰਸ ਦੀ ਸਾਡੀ ਤਾਂ ਹੀ ਗੁਰਬਾਣੀ 'ਚ ਵੀ ਜ਼ਿਕਰ ਆਇਆ, ਜਿਵੇਂ ਹੰਸਣੀਆਂ 'ਚ ਆਇਆ ਨਰ। ਹੁਣ ਵੇਖੋ ਜੀ, ਗੁਲਾਬ ਗੁੱਟਾ ਤੇ ਰੰਗਲੇ ਫੁੱਲੀ, ਸਾਰੇ ਫੁੱਲ ਖਿੜ ਜਾਂਦੇ ਬੰਦੇ ਨੂੰ। ਕਿਆ ਕਹਿੰਦੇ ਨਾ ਉਹ ਇੱਕ ਗਾਣਾ ਵੀ ਨਾ, ਕੋਈ ਫੁੱਲ ਖਿੜ ਗਏ ਨੇ ਸੂਏ, ਕੌਣ ਪ੍ਰਾਹੁਣਾ ਆਇਆ ਨਹੀਂ। ਉਦੋਂ ਪ੍ਰਾਹੁਣਾ ਜਾਣਦੇ ਨੇ ਫੁੱਲ ਸੂਏ ਖਿੜਦੇ ਨੇ। ਗੁਲਾਬ ਗੁੱਟਾ ਤੇ ਰੰਗਲੇ ਫੁੱਲੀ, ਭੌਰ ਕੋਈ ਜਿਵੇਂ ਤਾਜੋ ਤਰ। ਬਿਲਕੁਲ ਤਰ ਭੌਰ ਹੁੰਦਾ ਜਿਹੜਾ ਸਵੇਰੇ ਸਵੇਰੇ ਉੱਡਦਾ ਫੁੱਲਾਂ ਤੇ। ਇੱਥੋਂ ਵਾਲੇ ਕੈਨੇਡਾ ਵਾਲੇ ਵਿਚਾਰੇ ਬੱਚਿਆਂ ਨੇ ਤਾਂ ਵੇਖਿਆ ਨਹੀਂ ਹੋਣਾ, ਅਸੀਂ ਵੇਖਿਆ ਕਿਉਂਕਿ ਸਾਡੇ ਸਕੂਲਾਂ 'ਚ ਵੀ ਫੁੱਲ ਬਣੇ ਹੁੰਦੇ ਸੀ ਤੇ ਸਾਰੀ ਜਗ੍ਹਾ ਦੇ। ਭੌਰ ਜਿਵੇਂ ਕੋਈ ਤਾਜੋ ਤਰ। ਹੁਣ ਵੇਖੋ ਜੀ, ਕੇਲਿਆਂ ਦੇ ਵਿੱਚ ਅੰਬ ਦਾ ਬੂਟਾ, ਕਿਉਂਕਿ ਦੁਨੀਆ 'ਚ ਕਹਿੰਦੇ ਕਿ ਸਭ ਤੋਂ ਤੇਜ਼ ਅੰਬ ਦਾ ਬੂਟਾ ਕੇਲਿਆਂ ਦੇ ਬੂਟੇ ਚੁੱਕਦਾ। ਕਿਉਂਕਿ ਮਾਲਕ ਸਾਹਿਬ ਦਾ ਤਾਂ ਕਦੇ ਗਾਣਾ ਵੀ ਸੁਣਿਆ ਹੋਵੇਗਾ ਕਿ ਬੂਟਾ ਅੰਬੀ ਦਾ ਮਸਤ ਰਹਿੰਦਾ ਵਿੱਚ ਕੇਲਿਆਂ ਦੇ, ਗੱਭਰੂ ਮਸਤ ਰਹਿੰਦਾ ਵਿੱਚ ਹਾਣ ਦੀਆਂ ਮਟਿਆਰਾਂ। ਹਾਂਜੀ, ਕੇਲਿਆਂ ਵਿੱਚ ਜਿਵੇਂ ਅੰਬ ਦਾ ਬੂਟਾ ਹਵਾ ਝੁਲਾਵੇ ਕਰੇ ਸ਼ਰ ਸ਼ਰ। ਉਦੋਂ ਐ ਪੂਰੀ ਨਜ਼ਾਰੇ ਆਉਂਦੇ ਆ ਜੀ। ਕੀ ਦੱਸਾਂ ਪੂਰੀ ਕਾਇਨਾਤ ਹੀ ਹਾੜ ਮਹੀਨੇ ਜਾਂਦੀ ਠਰ। ਭਾਵੇਂ ਕੋਈ ਜੂਨ 'ਚ ਚੜ੍ਹਨ ਜਾਵੇ ਨਾ ਜਹਾਜ਼ੇ, ਜਾਂਦੇ ਕੈਨੇਡਾ ਠੰਡ ਪੈ ਜਾਣੀ ਹੈ। ਇੱਥੇ ਭਾਵੇਂ 37 ਡਿਗਰੀ ਹੋਵੇ, ਉਦੋਂ 40 ਡਿਗਰੀ ਹੋਵੇ। ਕੀ ਦੱਸਾਂ ਪੂਰੀ ਕਾਇਨਾਤ ਹੀ ਹਾੜ ਮਹੀਨੇ ਜਾਵੇ ਠਰ, ਹਰ ਪਾਸਿਓਂ ਮਿਲਣ ਵਧਾਈਆਂ ਤੇ ਮੱਥੇ ਟੇਕੇ ਹਰ ਇੱਕ ਦਰ। ਕੀ ਬਾਤ। ਹਰ ਦਰ ਤੇ ਅਸੀਂ ਮੱਥੇ ਟੇਕਦੇ ਜੀ। ਦੋਸਤ ਮਿੱਤਰ ਰਿਸ਼ਤੇਦਾਰ ਵੀ ਸਾਰੇ ਰਹਿ ਫਰਮੈਸ਼ਾਂ ਧਰ। ਮੇਰਾ ਮੁੰਡਾ ਮੇਰੀ ਕੁੜੀ ਵੀ, ਆਂਦੀ ਤੂੰ ਤੇ ਜਾ, ਹਾਂ ਮੇਰਾ ਮੁੰਡਾ ਮੇਰੀ ਕੁੜੀ ਵੀ ਆਏ ਖੜੇ ਥੋੜਾ ਚਿਰ ਜਰ। ਤੇਰੇ ਮਗਰੇ ਆਏ ਜਾਣ, ਕਿਉਂਕਿ ਆਸਾਂ ਵੱਧ ਜਾਂਦੀਆਂ ਨਾ ਫਿਰ। ਹੁਣ ਅੱਗੋਂ ਵੇਖੋ ਜੀ, ਚੇਂਜ ਮਾਹੌਲ ਕਿਵੇਂ ਚੇਂਜ ਹੁੰਦਾ ਜੀ। ਲੈ ਖੁਸ਼ੀਆਂ ਯਾਦਾਂ ਦੀ ਪੰਡ, ਜਿਵੇਂ ਮੈਂ ਉੱਡਿਆ ਵਿੱਚ ਹਵਾਵਾਂ। ਕੀ ਬਾਤ। ਜਦੋਂ ਜਹਾਜ਼ੇ ਚੜ੍ਹ ਜਾਂਦੇ
ਲੈ ਖੁਸ਼ੀਆਂ ਯਾਦਾਂ ਦੀ ਪੰਡ, ਜਦੋਂ ਮੈਂ ਉੱਡਿਆ ਵਿੱਚ ਹਵਾਵਾਂ, ਨਰਕ ਤੋਂ ਜਿਵੇਂ ਜਮਦੂਤਾਂ ਹੱਥੋਂ ਛੋਟੇ ਜਿਹੇ ਪਾਪੀ ਮਾਰ ਕੇ ਬਾਵਾਂ। ਹਰ ਬੰਦਾ ਕਹਿੰਦਾ ਜੀ ਨਰਕ ਚੋਂ ਨਿਕਲੇ ਆ, ਨਰਕ ਚੋਂ ਨਿਕਲੇ ਆ। ਅਸਲੀਅਤ ਇਹੀ ਆ ਜੋ ਮੈਂ ਲਾਈਨ 'ਚ ਬਿਆਨ ਕੀਤੀ ਕਿ ਨਰਕ 'ਚ ਜਿਵੇਂ ਜਮਦੂਤਾਂ ਹੱਥੋਂ ਛੋਟੇ ਜਿਹੇ ਪਾਪੀ ਮਾਰ ਕੇ ਬਾਵਾਂ, ਉੱਥੇ ਹੁੰਦਾ ਵੀ ਲੈ ਹਾਂ ਅੱਜ ਨਿਕਲ ਗਏ। ਹੁਣ ਤੁਸੀਂ ਅੱਗੋਂ ਵੇਖੋ ਜੀ, ਉੱਤਰ ਟੋਰਾਂਟੋ ਲਿਆ ਲੰਮਾ ਸਾਹ, ਫੜ ਲਈਆਂ ਬੇਸਮੈਂਟ ਦੀਆਂ ਰਾਹਾਂ, ਕਿਉਂਕਿ ਪਹਿਲਾ ਬੰਦੇ ਦਾ ਟਿਕਾਣਾ ਉਹੀ ਹੁੰਦਾ, ਬੇਸਮੈਂਟ ਹੀ ਆ। ਫੜ ਲਈਆਂ ਬੇਸਮੈਂਟ ਦੀਆਂ ਰਾਹਾਂ, ਪਹਿਲੇ ਮਹੀਨੇ ਸੁਪਨੇ ਟੁੱਟੇ, ਸਾਲ ਬਾਅਦ ਸਭ ਮੁੱਕੀਆਂ ਚਾਵਾਂ। ਕਿਉਂਕਿ ਸਾਲ ਬਾਅਦ ਜੋ ਦਿਨ ਰਾਤ ਦੋਵਾਂ ਜੀਆਂ ਨੂੰ ਕੰਮ ਕਰਨਾ ਪੈਂਦਾ, ਜੇ ਇਕੱਲਾ ਬੰਦਾ ਹੋਵੇ ਤੁਸੀਂ ਕਹਿਣੇ ਕੀ। ਮੈਂ ਪੁੱਛ ਲਵਾਂ ਸੱਥ ਵਿੱਚ ਬੈਠੇ ਭੈਣ ਭਰਾਵਾਂ ਨੂੰ, ਕਿ ਤੁਹਾਡੇ ਸਾਰਿਆਂ ਨਾਲ ਇਦਾਂ ਹੋਈ ਕਿ ਸਾਡੇ ਨਾਲ ਹੀ ਹੋਈ ਇਕੱਲਿਆਂ ਨਾਲ? ਪੁੱਛ ਲਓ, ਸਭ ਨਾਲ ਇਹੀ ਹੁੰਦੀ ਹੈ। ਅਸਲ 'ਚ ਸਾਰਿਆਂ ਨਾਲ ਹੀ ਹੁੰਦੀ ਹੈ। ਜਦੋਂ ਅਸੀਂ ਆਉਂਦੇ ਹਾਂ ਸੁਪਨੇ ਵਾਕੇ ਵੱਡੇ ਹੁੰਦੇ, ਹੋਣੇ ਚਾਹੀਦੇ। ਸੁਪਨੇ ਜਿਹੜੇ ਲੈਂਦਾ ਨਹੀਂ ਬੰਦਾ, ਉਹ ਸ਼ਾਇਦ ਇਸ ਧਰਤੀ ਤੇ ਆਇਆ ਹੀ ਨਹੀਂ। ਪੂਰੇ ਕਿਉਂ? ਉਂਝ ਤਾਂ ਵੈਸੇ ਕਹਿੰਦੇ ਹੁੰਦੇ ਕਿ ਸੁਪਨੇ ਉਹੀ ਆ ਜਿਹੜੇ ਸੌਣ ਨਹੀਂ ਦਿੰਦੇ। ਇਹ ਕਹਿੰਦੇ ਨੇ ਸੁੱਤਿਆਂ ਨੂੰ ਸੁਪਨੇ ਆਉਂਦੇ, ਸੁਪਨੇ ਉਹੀ ਜਿਹੜੇ ਸੌਣ ਨਹੀਂ ਦਿੰਦੇ। ਤੁਹਾਨੂੰ ਕੁਝ ਚੰਗਾ ਕਰਨ ਵਾਸਤੇ ਪ੍ਰੇਰਦੇ ਸੁਪਨੇ। ਠੀਕ ਹੈ ਜੀ। ਕਹਿੰਦੇ ਤੜਕਸਾਰ ਦਾ ਸੁਪਨਾ ਜਿਹੜਾ ਉਹ ਸੱਚਾ ਹੁੰਦਾ। ਇਦਾਂ ਦੀਆਂ ਗੱਲਾਂ ਵੀ ਕਰਦੇ ਨਾ ਲੋਕੀ, ਸਿਆਣੇ ਬੰਦੇ ਕਰਦੇ। ਅੰਮ੍ਰਿਤਸਰ ਤਾਂ ਹੀ ਜਹਾਜ਼ ਬਨੇਰੇ ਉੱਡਦਾ ਜੀ, 3-3.5 ਤੜਕਸਾਰ ਦਾ ਸੁਪਨਾ, ਤੜਕਸਾਰੀ ਜਹਾਜ਼ ਉੱਡਦੇ। ਤੇ ਉਹ ਸੁਪਨੇ ਸੱਚੇ ਹੁੰਦੇ ਆ ਕਹਿੰਦੇ। ਤੇ ਜੇ ਸੁਪਨੇ ਸੱਚੇ ਹੁੰਦੇ ਤੇ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਬਹੁਤ ਤਰੱਦਦ ਕਰਨੇ ਪੈਂਦੇ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਹੱਡ ਪੈਰ ਟੁੱਟ ਜਾਂਦੇ ਆ, ਜਿਹੜਾ ਲੱਕ ਦੋਹਰਾ ਹੋ ਜਾਂਦਾ, ਕੋਬ ਨਿਕਲ ਆਉਂਦੇ ਆ। ਫਿਰ ਤੁਸੀਂ ਸੁਪਨੇ ਸੱਚੇ ਕਰ ਸਕਦੇ ਹੋ। ਪਰ ਜੋ ਅਸਲੀਅਤ ਹੈ ਉਹ ਸਾਰਿਆਂ ਨਾਲ ਵਾਪਰਦੀ ਹੈ, ਸਾਡੇ ਨਾਲ ਵੀ ਹੋਈ ਹੈ, ਤੁਹਾਡੇ ਨਾਲ ਵੀ ਹੋ ਰਹੀ ਹੈ। ਇਹਨੂੰ ਕਿਵੇਂ ਚੇਂਜ ਕੀਤਾ ਜਾ ਸਕਦਾ, ਇਹ ਜਿਹੜਾ ਵਿਚਾਰਨ ਵਾਲਾ ਸਬਜੈਕਟ ਹੈਗਾ, ਇੱਥੇ ਵੀ ਗੱਲ ਕਰਾਂਗੇ। ਬਿਲਕੁਲ ਜੀ। ਚੇਂਜ ਤੇ ਵੇਖੋ ਜੀ, ਜਿਹੜਾ ਇੱਕ ਸਿਸਟਮ ਬਣਿਆ ਹੈ, ਜੇ ਉਹ ਸਿਸਟਮ ਤੁਸੀਂ ਵੜੇ ਤੇ ਤੁਹਾਨੂੰ ਲੱਗਣਾ ਪੈਣਾ। ਚੇਂਜ ਤੇ ਤਾਂ ਹੀ ਹੋ ਸਕਦਾ ਜਾਂ ਸਿਸਟਮ ਤੋਂ ਬਾਹਰ ਰਹੋ ਜਾਂ ਸਿਸਟਮ ਤੋਂ ਪਾਰ ਹੋ ਜਾਓ। ਨਹੀਂ, ਸਿਸਟਮ ਨੂੰ ਫਾਲੋ ਕਰਨਾ ਵੀ ਚੇਂਜ ਕਰਨਾ ਹੁੰਦਾ। ਹਾਂਜੀ, ਜੇ ਸਿਸਟਮ ਨੂੰ ਫਾਲੋ ਕਰੋ ਫਿਰ ਤੁਹਾਨੂੰ ਲੰਘਣਾ ਹੀ ਪੈਣਾ ਉਸ ਸਿਸਟਮ ਤੋਂ, ਫਿਰ ਲੰਘਣਾ ਹੀ ਪੈਣਾ ਜੀ। ਕਿ ਉੱਤਰ ਟੋਰਾਂਟੋ ਲਿਆ ਲੰਮਾ ਸਾਹ, ਫੜ ਲਈ ਬੇਸਮੈਂਟ ਦੀਆਂ ਰਾਹਾਂ, ਪਹਿਲੇ ਮਹੀਨੇ ਸੁਪਨੇ ਟੁੱਟ ਗਏ, ਸਾਲ ਬਾਅਦ ਸਭ ਮੁੱਕੀਆਂ ਚਾਵਾਂ, ਘਰ ਤੋਂ ਕੰਮ ਤੇ ਕੰਮ ਤੋਂ ਘਰ, ਵੇਲੇ ਕਵੇਲੇ ਸਭ ਪੀਵਾਂ ਖਾਵਾਂ। ਹੁਣ ਹੁੰਦਾ ਕੀ ਆ, ਸਾਰਾ ਕੁਝ ਸਾਰਿਆਂ ਨਾਲ ਹੁੰਦਾ ਜੀ। 2-2 ਸ਼ਿਫਟਾਂ, ਰਾਸ਼ਨ, ਰੈਂਟ, ਰੋਜ਼ ਰਾਤ ਪੰਜਾਬ ਨੂੰ ਜਾਵਾਂ, ਸੁਪਨੇ ਫਿਰ ਪੰਜਾਬ ਦੇ ਆਉਂਦੇ, ਉਦੋਂ ਵੀ ਹਾਏ ਉੱਥੇ ਤੇ ਚੰਗਾ ਸੀ, ਯਾਰ ਦੋਸਤ ਰਿਸ਼ਤੇਦਾਰ ਵਿਆਹ ਸ਼ਾਦੀਆਂ ਸਭ ਚੇਤੇ। 2-2 ਸ਼ਿਫਟਾਂ, ਰਾਸ਼ਨ, ਰੈਂਟ, ਰੋਜ਼ ਰਾਤ ਪੰਜਾਬ ਨੂੰ ਜਾਵਾਂ, ਕਾਰ ਪੁਰਾਣੀ, ਹੋਰ ਕਈ ਖਰਚੇ, ਕਿਹੜੇ ਕਿਹੜੇ ਤੁਹਾਨੂੰ ਸੁਣਾਵਾਂ। ਹੁਣ ਭੰਬਲ ਭੂਸੇ ਵਿੱਚ ਸੋਚਾਂ, ਬਦਲ ਗਈਆਂ ਸਵਰਗ ਦੀਆਂ ਧਰਾਵਾਂ। ਫਿਰ ਤਾਂ ਧਾਰਨਾ ਬੰਦੇ ਦੀ ਬਦਲ ਜਾਂਦੀ ਵੀ ਯਾਰ ਆਹ ਸਵਰਗ ਸੀ, ਲੱਥ ਗਿਆ ਵੀ ਇਹ ਸਵਰਗ ਕੈਸਾ ਸਵਰਗ ਜੀ ਜਿੱਥੇ ਚੈਨ ਹੀ ਕੋਈ ਨਹੀਂ ਗਾ। ਬਦਲ ਗਈਆਂ ਸਵਰਗ ਦੀਆਂ ਧਰਾਵਾਂ, 25 ਲੱਖ ਹੋਇਆ ਜਦ ਇਕੱਠਾ, ਉਦੋਂ ਕੋਲੂ ਜੁਪ ਗਿਆ ਠੱਠਾ। ਸੋਚੀਦਾ ਨਾ 20-25 ਲੱਖ ਇਕੱਠਾ ਯਾਰ, ਫਿਰ ਇੰਡੀਆ ਜਾ ਕੇ ਇੰਜੋਏ ਕਰਾਂਗਾ ਫੁੱਲ। ਉਦੋਂ ਫਿਰ ਉਹਦੇ ਬੰਦਾ ਕੋਲੂ ਦੇ ਠੱਠੇ ਵਾਲਾ ਹਿਸਾਬ ਹੁੰਦਾ, ਘੁੰਮ ਕੇ ਉੱਤੇ ਘਰ ਲੈ ਲਿਆ, ਕਾਰ ਨਵੀਂ ਲੈ ਲਈ, ਸਭ ਕੁਝ। ਹੁਣ ਨਹੀਂ ਜਾਂਦਾ ਇੱਥੋਂ ਨੱਠਾ, ਤੇ ਬੱਚਿਆਂ ਲਈ ਕੁਝ ਕਰ ਲਈਏ ਇਕੱਠਾ। ਹੁਣ ਅੱਗੋਂ ਵੇਖੋ ਹੁੰਦਾ ਕੀ ਹੈ ਜੀ। ਹੁਣ ਆਪਾਂ ਕਰਦੇ ਕੀ ਹੈ, ਜਦੋਂ ਥੋੜੇ ਬਹੁਤੇ ਇਕੱਠੇ ਹੋ ਜਾਂਦੇ ਸਾਡੇ ਕੋਲ, ਨਵੀਂ ਕਾਰ ਤੇ ਘਰ ਵੀ ਲੈ ਲਿਆ, ਚੰਗੀ ਤਰ੍ਹਾਂ ਬਣਿਆ ਵਿਦੇਸ਼ੀ ਪੱਠਾ, ਜਿਸ ਸ਼ਾਂਤੀ ਲਈ ਪੰਜਾਬ ਸੀ ਛੱਡਿਆ, ਚੌਥੇ ਸਾਲ ਪੰਜਾਬ ਨੂੰ ਨੱਠਾ। ਜਿਸ ਸ਼ਾਂਤੀ ਲਈ ਪੰਜਾਬ ਸੀ ਛੱਡਿਆ, ਚੌਥੇ ਸਾਲ ਪੰਜਾਬ ਨੂੰ ਨੱਠਾ, 1 ਮਹੀਨਾ 3 ਸਾਲੀ, 1 ਮਹੀਨਾ 3 ਚੋਂ ਹੀ ਸਾਲੀ, ਰੇਸ਼ਮ ਬਣ ਜਾਏ ਖੁਰਦਰਾ ਲੱਠਾ। ਇੱਥੇ ਮੱਤ ਮਾਰੀ ਹੁੰਦੀ ਕੰਮ ਨੇ, ਉੱਥੇ ਜਾ ਕੇ ਟਾਈਆਂ ਛਾਈਆਂ ਲਾਈਆਂ ਤੇ ਟੌਰ ਕੱਢਿਆ ਹੁੰਦਾ, ਕੈਨੇਡੇ ਤੋਂ ਆਏ ਆ, ਉੱਥੇ ਅਸੀਂ 10 ਦਾਣੇ ਸੁੱਟਦੇ, ਫਿਰ ਵਿਆਹਾਂ ਤੇ ਨੇਰੀਆਂ ਲਾਉਂਦੇ ਆ। ਜੇ 10-10 100 ਨੋਟ ਵੀ ਸੁੱਟਦੇ ਤਾਂ 1000 ਰੁਪਏ ਹੀ ਆ। 1000 ਰੁਪਏ ਇੱਥੋਂ ਦੇ ਕਿੰਨੇ, $20 ਹੀ ਬਣੇ, $18-20 ਸੀ। ਤੇ ਵੇਖੋ ਜੀ, ਫਿਰ ਖੁਰਦਰਾ ਰੇਸ਼ ਉਹ ਕੀ ਆਂਦੇ ਆ ਵੀ ਜਦੋਂ ਅਸੀਂ ਉਧਰ ਜਾਂਦੇ ਉਦੋਂ ਬਾਅਦ ਹੁੰਦਾ ਕੀ ਆ, 1 ਮਹੀਨੇ 3 ਚੋਂ ਹੀ ਸਾਲੀ, ਰੇਸ਼ਮ ਬਣ ਜਾਏ ਖੁਰਦਰਾ ਲੱਠਾ। ਜਿਹੜਾ ਇੱਧਰ ਖੁਰਦਰਾ ਹੁੰਦਾ ਤਾਂ ਰੇਸ਼ਮੀ ਹੁੰਦਾ, ਨਾਤਾ ਤੋਤਾ ਫਰੈਸ਼ ਹੋਇਆ। ਹੌਲੀ ਹੌਲੀ ਸੱਦ ਲੈ ਮਾਪੇ, ਆਪਣੇ ਬੱਚੇ ਤੇ ਟੱਬਰ ਇਕੱਠਾ, ਹੌਲੀ ਹੌਲੀ ਇਕੱਠਾ ਹੋ ਜਾਂਦਾ ਟੱਬਰ। ਫਿਰ ਜੰਮਣ ਭੋ ਯਾਰ ਤੇ ਬੇਲੀ ਸਭ, ਮੋਹ ਪੈ ਗਿਆ ਹੁਣ ਹੈ ਮੱਠਾ। ਫਿਰ ਮੋਹ ਮੱਠਾ ਪੈਂਦਾ ਜਦੋਂ ਸਾਰਾ ਟੱਬਰ ਆਪਣਾ ਇੱਧਰ ਆ ਜਾਂਦਾ। ਫਿਰ ਆਖੀਦਾ ਚੱਲ ਯਾਰ ਚਲੇ ਜਾਵਾਂਗੇ, ਜਾਂ ਕਿਸੇ ਦਾ ਕੋਈ ਵਿਆਹ ਸ਼ਾਦੀ ਕੋ ਫਸਿਆ ਜਾਂਦਾ, ਨਹੀਂ ਤੇ ਨਹੀਂ ਜਾਂਦਾ। ਦੋਤੇ ਪੋਤੇ ਹੋਏ ਵਿਦੇਸ਼ੀ ਤੇ ਖਿੱਲਣ ਲੱਗ ਪਈਆਂ
ਖਿੱਲਣ ਲੱਗ ਪਿਆ ਹੀਰਾਂ ਦਾ ਖਿੱਲਣ ਲੱਗ ਪਿਆ ਤੀਰਾਂ ਦਾ ਪੱਥਾ। ਕੱਲਾ ਕੱਲਾ ਤੀਰ ਨਿਕਲਦਾ, ਫਿਰ ਕਦੀ ਪੋਤੇ ਦਾ ਕਦੀ ਦੋਤੇ ਦਾ, ਨਹੀਂ ਕਿਤੇ ਦੋਤੇ ਦਾ ਕਦੀ ਪੋਤੇ ਦਾ ਕਦੀ ਕਿਸੇ ਦਾ ਕਦੀ ਕਿਸੇ ਦਾ, ਫਿਰ ਖਰਚੇ ਸ਼ੁਰੂ ਹੋ ਜਾਂਦੇ ਸਾਰਿਆਂ ਦੇ। ਫਿਰ ਪੱਥਾ ਖਿੱਲਰਦਾ ਤੀਰਾਂ ਦਾ ਸਾਰਾ, ਕਿਉਂਕਿ ਫਿਰ ਬੱਚੇ ਕਿਸੇ ਪਾਸੇ ਚੱਲ ਜਾਂਦੇ ਆ, ਦੋਤੇ ਦਾ ਤੇ ਕਿਸੇ ਪਾਸੇ ਚੱਲ ਜਾਂਦੇ, ਦੂਜੇ ਕਿਸੇ ਪਾਸੇ ਚੱਲ ਜਾਂਦੇ ਆ। ਹਾਂਜੀ, ਦੋਤੇ ਪੋਤੇ ਹੋਏ ਵਿਦੇਸ਼ੀ, ਖਿੱਲਣ ਲੱਗ ਪਿਆ ਤੀਰਾਂ ਦਾ ਪੱਥਾ। ਹੀਰ ਤੇ ਰਾਂਝਾ ਬੇਸਮੈਂਟ ਵਿੱਚ, ਰੋਟੀ ਪਾਣੀ ਤੇ ਬੈੱਡ ਡੱਠਾ। ਫਿਰ ਉਹ ਬੰਦਾ ਜਿਹੜਾ ਉਧਰੋਂ ਇੰਨੀਆਂ ਚਾਵਾਂ ਨਾਲ ਚੜ੍ਹ ਕੇ ਆਇਆ ਹੁੰਦਾ ਤੇ ਇੱਧਰ ਆ ਕੇ 20-30 ਸਾਲ ਕੰਮ ਕਰਦਾ, ਫਿਰ ਉਹਦਾ ਹੀ ਬੈੱਡ ਜਦੋਂ ਬੇਸਮੈਂਟ 'ਚ ਲੱਗਾ ਹੁੰਦਾ ਨਾ, ਫਿਰ ਹੁੰਦਾ ਜੀ ਹੀਰ ਤੇ ਰਾਂਝਾ ਬੇਸਮੈਂਟ ਵਿੱਚ, ਰੋਟੀ ਪਾਣੀ ਤੇ ਬੈੱਡ ਡੱਠਾ। ਯਾਦ ਪੰਜਾਬ ਦੀ ਵੱਢਣ ਲੱਗੀ, ਪਰ ਹੁਣ ਤਾਂ ਬਹਿ ਗਿਆ ਇਹ ਪੱਠਾ। ਫਿਰ ਉਦੋਂ ਜਦੋਂ ਪੰਜਾਬ ਦੀ ਯਾਦ ਵੱਢਣ ਲੱਗਦੀ ਨਾ ਜੀ, ਉਦੋਂ ਤੱਕ ਪੱਠਾ ਬਹਿ ਚੁੱਕਾ ਹੁੰਦਾ। 2 ਲਾਈਨਾਂ ਜੀ, ਉਸ ਤੋਂ ਬਾਅਦ ਮੈਂ ਭਾਜੀ ਨੂੰ ਦੇਵਾਂਗਾ ਟਾਈਮ। ਨਾ ਗੋਰੇ ਨਾ ਰਹੇ ਪੰਜਾਬੀ। ਉਦੋਂ ਸਾਡੇ 'ਚ ਹੁੰਦਾ ਕੀ ਆ, ਦੇਖੋ ਜੀ, ਗੋਰੇ ਆਪਾਂ ਬਣਨਾ ਨਹੀਂ ਤੇ ਪੰਜਾਬੀ ਆਪਾਂ ਅੱਧੇ ਪਚੱਧੇ ਰਹਿ ਜਾਣਾ, ਅੱਧੇ ਰਹਿਣਾ ਹੀ ਨਹੀਂ, ਪੰਜਾਬੀ ਆਪਾਂ ਰਹਿਣਾ। ਨਾ ਗੋਰੇ ਨਾ ਰਹੇ ਪੰਜਾਬੀ, ਬਲ ਉਹੀ ਘੋੜੀ ਉਹੀ ਜੱਕਾ, ਉਹੀ ਜੱਕਾ। ਇਹ ਜ਼ਿੰਦਗੀ ਦੀ ਕਦੇ ਇਨਸਾਨ ਤਾਂ ਉਹੀ ਹੁੰਦਾ, ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਬਦਲਣ ਦੀ ਕੋਸ਼ਿਸ਼ ਕਰਦੇ, ਗੱਲ ਬਣਦੀ ਨਹੀਂ। ਮਤਲਬ ਕਿ ਉਹੀ ਪੈਂਡਾ ਉਹੀ ਟਾਂਗਾ ਉਹੀ ਘੋੜੀ, ਕੋਈ ਟਾਂਗਾ ਕਹਿ ਦਿੰਦੇ ਕਿ ਜੱਕਾ ਕਹਿ ਦਿੰਦੇ ਆ। ਨਾ ਗੋਰੇ ਨਾ ਰਹੇ ਪੰਜਾਬੀ, ਬਲ ਉਹੀ ਘੋੜੀ ਉਹੀ ਜੱਕਾ, ਤੇ ਸੁਖ ਕਰਮਾਂ ਦਾ ਕੋਈ ਨਾ ਦੇਸ਼ ਦੇਵੇ। ਸੁਖ ਕਰਮਾਂ ਦਾ ਕੋਈ ਨਾ ਦੇਸ਼ ਦੇਵੇ, ਕੋਈ ਦੇਸ਼ ਨਹੀਂ ਤੁਹਾਨੂੰ ਦੇ ਸਕਦਾ ਸੁਖ ਕਰਮਾਂ ਦਾ। ਬੰਦਾ ਭਾਲ ਭਾਲ ਕੇ ਥੱਕਾ। ਅਸਲ ਵਿੱਚ ਜੀ ਇਹ ਨਿਰਾਸ਼ਾ ਵਾਲੀ ਗੱਲ ਨਹੀਂ ਕੀਤੀ ਬਾਲ ਸਾਹਿਬ ਨੇ। ਬਾਲ ਸਾਹਿਬ ਨੇ ਅਸਲੀਅਤ ਤੋਂ ਪਰਦਾ ਚੁੱਕਿਆ। ਸੱਚ ਕੀ ਹੈ? ਸਾਡੇ ਸੁਪਨੇ ਉਹੀ ਗੱਲ, ਸੁਪਨੇ ਲੈਣੇ ਚਾਹੀਦੇ ਆ, ਸੁਪਨੇ ਉਹੀ ਚੰਗੇ ਆ ਜਿਹੜੇ ਤੁਹਾਨੂੰ ਖਾਣ ਨਹੀਂ ਦਿੰਦੇ। ਸੁੱਤਿਆਂ ਦੀਆਂ ਸੁਪਨੇ ਜਿਹੜੇ ਆ ਉਹ ਸਾਕਾਰ ਵੀ ਨਹੀਂ ਹੁੰਦੇ। ਬਿਨਾਂ ਸ਼ੱਕ ਅਸੀਂ ਉੱਥੋਂ ਕਿਉਂ ਭੱਜਦੇ ਆ? ਸਾਨੂੰ ਉੱਥੋਂ ਦਾ ਸਿਸਟਮ ਚੰਗਾ ਨਹੀਂ ਲੱਗਦਾ। ਚੰਗਾ ਨਾ ਲੱਗਣ ਦੇ ਵਿੱਚ ਕਾਰਨ ਅਸੀਂ ਆਪਣਾ ਜਿਹੜਾ ਦੋਸ਼ ਹੈ ਉਹਨੂੰ ਨਹੀਂ ਕਾਊਂਟ ਕਰਦੇ, ਗਿਣਦੇ, ਤੇ ਦੂਜਿਆਂ ਦੇ ਸਿਰ ਤੇ ਦੂਜਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੁੱਟੀ ਜਾਂਦੇ। ਬਿਨਾਂ ਸ਼ੱਕ ਦੂਜੇ ਵੀ ਜ਼ਿੰਮੇਵਾਰ ਹੈਗੇ, ਖਾਸ ਕਰਕੇ ਸਰਕਾਰਾਂ ਜ਼ਿੰਮੇਵਾਰ। ਜੇ ਸਰਕਾਰਾਂ ਉੱਥੇ ਸਾਡੀਆਂ ਜਿਹੜੀਆਂ ਬੇਸਿਕ ਲੋੜਾਂ, ਇੱਕ ਇਨਸਾਨ ਨੂੰ ਜਿੰਦਾ ਰਹਿਣ ਦੇ ਲਈ ਬੇਸਿਕ ਲੋੜਾਂ, ਉਹਦੇ ਤੇ ਧਿਆਨ ਦਿੰਦੀਆਂ ਹੋਣ, ਤੇ ਕੱਲ੍ਹ ਨੂੰ 7 ਸਮੁੰਦਰੋਂ ਪਾਰ ਲੋਕ ਆਉਣ। ਔਰ ਇਹ ਅੱਜ ਦੀਆਂ ਗੱਲਾਂ ਨਹੀਂ, ਸਾਡੇ ਤੋਂ ਪਹਿਲਾਂ ਦੀਆਂ ਗੱਲਾਂ ਵੀ ਆ। ਉਦੋਂ ਵੀ ਲੋਕੀ ਰੁਜ਼ਗਾਰ ਦੀ ਖਾਤਰ ਦੂਰ ਦਰਾਡੇ ਜਾਂਦੇ ਸੀ ਤੇ ਕਈ ਵਾਰੀ ਵਾਪਸ ਨਹੀਂ ਸੀ ਆਉਂਦੇ। ਉਹ ਜੇ ਵਾਪਸ ਨਾ ਜਾਣ ਬਾਰੇ ਸਾਡੇ ਬਾਰੇ ਵੀ 100% ਹੀ ਸ਼ੱਕ ਹੈ ਕਿ ਸ਼ਾਇਦ ਨਾ ਹੀ ਜਾਈਏ। ਭਾਵੇਂ ਸਾਨੂੰ 200 ਸਾਲੀ ਇੱਕ ਆਉਂਦੀ ਆ ਕਿ ਜਾਣਾ ਜਾਈਏ, ਬਹਾਨਾ ਭਾਵੇਂ ਵਿਆਹ ਸ਼ਾਦੀ ਦਾ ਹੋਵੇ ਜਾਂ ਕੋਈ ਹੋਰ ਮਰਨੇ ਪਰਨੇ ਦਾ ਹੋਵੇ, ਅਸੀਂ ਕੋਸ਼ਿਸ਼ ਕਰਦੇ ਹਾਂ ਚਲੋ ਹਫ਼ਤਾ 2 ਹਫ਼ਤੇ 4 ਹਫ਼ਤੇ ਉੱਥੇ ਲਾ ਆਈਏ। ਪਰ ਅਸਲੀਅਤ ਕੀ ਹੈ ਕਿ ਉੱਥੇ ਦਾ ਜਿਹੜਾ ਸਿਸਟਮ ਹੈ ਉਹ ਸਾਨੂੰ ਚੁੱਭਦਾ ਰਹਿੰਦਾ। ਪਰ ਕਦੀ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਇੱਥੋਂ ਵਾਲੇ ਸਿਸਟਮ ਨੂੰ ਅਸੀਂ ਕਿੰਨਾ ਕੁ ਫਾਲੋ ਕਰਦੇ। ਹਾਂਜੀ, ਨਾਲੇ ਸਭ ਤੋਂ ਵੱਡੀ ਗੱਲ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ, ਵੀ ਜੇ ਅਸੀਂ ਇੱਧਰ ਆ ਕੇ ਇੰਨਾ ਕੁਝ ਕਰਕੇ ਉਹੀ ਪੈਸੇ ਨੂੰ ਇਕੱਠੇ ਕਰਦੇ ਤੇ ਕੰਮ ਸਾਡਾ ਉੱਧਰ ਵੀ ਹੋਏ, ਖਰਚੇ ਸਾਡੇ ਉੱਧਰ ਵੀ ਉਹੀ ਨੇ ਇੰਡੀਆ 'ਚ ਵੀ। ਜਿਵੇਂ ਅਸੀਂ ਰਸਤੇ 'ਚ ਗੱਲ ਕਰ ਰਹੇ ਆ ਰਹੇ ਹਾਂ ਵੀ ਅਸੀਂ ਇੱਕ ਗੱਲ ਕਰਦੇ ਨੇ ਜੀ, ਫਲਾਣੇ ਕੋਲ 30 ਕਿੱਲੇ ਜ਼ਮੀਨ ਹੈ ਉਹ ਵੀ ਕਰਜ਼ਾਈ, 20 ਕਿੱਲੇ ਉਹ ਵੀ ਕਰਜ਼ਾਈ, ਫਲਾਣੇ ਦਾ ਆਹ ਕੰਮ ਹੈ ਜੀ ਉਹ ਵੀ ਕਰਜ਼ਾਈ। ਹੁਣ ਕਰਜ਼ਾਈ ਤੇ ਆਪੇ ਹੋਣਾ, ਕਿਉਂਕਿ ਸਾਡਾ ਖਰਚਿਆਂ ਤੇ ਕੰਟਰੋਲ ਜੇ ਉੱਧਰ ਵੀ ਨਹੀਂ ਸੀ ਤੇ ਕੋਸ਼ਿਸ਼ ਸਾਡੇ 'ਚੋਂ 70% ਮੈਂ ਕਹਾਂਗਾ 30% ਹੈਗੇ ਨੇ ਜਿਹੜੇ ਕੰਟਰੋਲ ਕਰਦੇ ਖਰਚਿਆਂ ਤੇ। 70% ਦਾ ਉਹੀ ਹਾਲ ਹੈ ਵੀ ਜੋ ਆਇਆ ਵੇਖੀ ਜਾਊਗੀ ਜੀ, ਵੱਡੇ ਕਾਰ, ਵੱਡੀਆਂ ਕਾਰਾਂ, ਇੰਜੋਇਮੈਂਟ, ਜੇ ਉਹ ਅਖੀਰ 'ਚ ਉਹਦਾ ਰਿਜ਼ਲਟ ਇਹੀ ਨਿਕਲਦਾ ਜਿਵੇਂ ਤੁਸੀਂ ਦੱਸਿਆ ਸੀ, ਕ੍ਰੈਡਿਟ ਕਾਰਡ ਤਾਂ ਚੜ੍ਹ ਜਾਂਦੇ ਆ, ਦੂਜੇ ਪਾਸੋਂ ਹਿਸਟਰੀਆਂ ਤਾਂ ਚੜ੍ਹ ਜਾਂਦੀਆਂ। ਫਿਰ MP ਭਾਜੀ ਕੋ ਆਏ ਜੀ ਮੌਰਗੇਜ ਕਰਾ ਦਿਓ, ਜੇ ਉਹਦੇ MP ਭਾਜੀ ਨੇ ਵੀ ਅੱਗੋਂ ਕਹਿਣਾ ਵੀ ਭਾਈ ਤੇਰਾ ਤਾਂ ਅੱਗੇ ਬੜਾ ਨੱਕੋ ਨੱਕ ਕੰਮ ਆਇਆ ਪਿਆ, ਮੌਰਗੇਜ ਕੀ ਕਰਨੀ ਆ। ਤੇ ਉਹ ਵੀ ਮੈਂ ਤੁਹਾਨੂੰ ਗੱਲ ਦੱਸਾਂ ਜੀ ਵੀ ਉੱਧਰ ਆਪਾਂ ਕੀ ਕਰਦੇ ਹਾਂ, ਸੋ ਕਾਲਡ ਜਿਹਦੇ ਵਿੱਚ ਮੈਂ ਵੀ ਆਉਣਾ ਜੀ। ਸਾਡੀ ਬਰਾਦਰੀ ਜਿਹਨੂੰ ਅਸੀਂ ਖਾਸ ਕਰਕੇ ਕਹਿ ਦਿੰਦੇ ਹਾਂ ਵੀ ਭਾਜੀ ਵੱਡਾ ਟੀਕਾ ਕਲਾਕਾਰ ਲਾਉਂਦੇ ਨੇ ਵੀ ਮੁੜ ਕੇ ਬੁਖਾਰ ਲੱਥੇ ਕਦੀ ਨਾ। ਉਹ ਕਹਿੰਦੇ ਨਾ ਕਿ ਟੈਰਾਮਾਈਸਿਨ ਦਾ ਟੀਕਾ ਲਗਾਵੇ ਤੇ ਗਾਈ ਤੜਫ ਤੜਫ ਕੇ ਠੀਕ ਹੋ ਜਾਂਦੀ ਹੈ। ਤੇ ਇਹ ਐਸਾ ਟੀਕਾ ਆ ਜੀ ਜਿਹਦੇ 'ਚ ਕਦੀ ਬੁਖਾਰ ਨਹੀਂ ਲੱਗਦਾ। ਹੁਣ ਵੇਖੋ ਖਰਚੇ ਕੀ ਆ ਉੱਧਰ। ਇਹ ਕਵਿਤਾ ਜਿਹੜੀ ਜੀ ਅੱਜ ਤੋਂ ਕੋਈ 8-9 ਸਾਲ ਪਹਿਲਾਂ ਦੀ ਲਿਖੀ ਆ, ਇਸ ਕਰਕੇ ਇਹ 'ਚ ਜਿਹੜੇ ਖਰਚੇ ਘੱਟ ਹੋਣਗੇ, ਕਿਉਂਕਿ ਮੈਨੂੰ ਪਤਾ ਹੁਣ ਟਰੈਕਟਰਾਂ ਦੇ ਰੇਟ ਵੀ ਡਬਲ ਹੋ ਗਏ ਆ ਤੇ ਦੂਜੇ ਸਾਰੇ ਕਾਸਾਂ ਦੇ ਰੇਟ ਵੀ ਡਬਲ ਹੋ ਗਏ ਆ। ਬਿਲਕੁਲ। ਹੁਣ ਵੇਖੋ ਜੀ ਉਹਨਾਂ ਦਿਨਾਂ 'ਚ ਕੀ ਸੀਗਾ ਕਿ 5 ਲੱਖ ਦਾ ਲਿਆ ਟਰੈਕਟਰ
ਤੇ 1.5 ਲੱਖ ਦੀ ਟਰਾਲੀ ਜੀ। 1.5 ਲੱਖ ਦੀ ਟਰਾਲੀ ਹੁਣ ਤੇ 3-4 ਲੱਖ ਦੀ ਹੋ ਗਈ, ਉਦੋਂ ਉਸ ਟਾਈਮ ਤੇ ਸੀ। ਹੁਣ ਟਰੈਕਟਰ ਵੀ 5 ਦਾ ਨਹੀਂ ਹੋਣਾ ਫਿਰ। ਹੁਣ ਤਾਂ ਟਰੈਕਟਰ ਵੀ 10 ਲੱਖ ਦੇ ਹੋ ਗਏ ਜੀ ਸਾਰੇ। ਟਰੈਕਟਰ ਵੀ 10 ਲੱਖ ਦਾ, ਟਰਾਲੀ ਵੀ 4 ਲੱਖ ਦੀ। ਹਾਂਜੀ ਹੁਣ ਵੇਖੋ ਜੀ, ਉਦੋਂ ਸੀਗਾ 5 ਲੱਖ ਦਾ ਲਿਆ ਟਰੈਕਟਰ ਤੇ 1.5 ਲੱਖ ਦੀ ਟਰਾਲੀ ਜੀ, ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਹੋ ਗਈ ਖਾਲੀ ਜੀ। ਲੱਖਾਂ ਦੇ ਖਰਚੇ। ਹਾਂਜੀ ਹਾਂਜੀ। ਜਦ ਕਿ ਵਾਈਲੀ ਜਿਹੜਾ ਲੈਣਾ, ਵਾਈਲੀ ਲੈਣਾ ਉਹ ਤੇ ਵੱਡੇ ਫਾਰਮ ਵਾਲੇ ਦੂਜਿਆਂ ਲੈਣਾ, 1.5 ਕਿੱਲੇ ਵਾਲੇ ਟਰੈਕਟਰ, 2.5 ਵਾਲਾ ਟਰੈਕਟਰ। ਮੈਂ 30 ਸਾਲ ਬੈਂਕ ਦੇ ਵਿੱਚ ਰਿਹਾ ਜੀ। ਹਾਂਜੀ। ਮੈਂ ਕਹਿੰਦੇ ਕਹਾਉਂਦੇ ਜਿਹੜੇ ਜਿਨ੍ਹਾਂ ਦੀ ਕਹਿ ਲਓ ਵੀ ਖੇਤੀ 40 ਕਿੱਲੇ ਵੀ ਹੈਗੀ ਆ, ਇਦੋਂ ਵੀ ਵੱਧ ਹੈਗੀ ਆ, ਮੈਂ ਨਹੀਂ ਦੇਖਿਆ ਕੋਈ ਕੈਸ਼ ਤੇ ਟਰੈਕਟਰ ਰੈਲੀ ਬਣਾਉਂਦਾ ਹੋਊਗਾ। ਸਾਰਿਆਂ ਨੇ ਲੋਨ ਲੈ। ਉਹੀ ਮੈਂ ਗੱਲ ਕਰ ਰਿਹਾ ਨਾ, ਫਿਰ ਆਪਣਾ ਖਰਚਾ ਕਾਹਦਾ ਚੜਦਾ, ਇਹੀ ਤੇ ਕਰਜ਼ੇ ਨੇ। ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਹੋ ਗਈ ਖਾਲੀ ਜੀ। ਹੁਣ ਕਾਕਾ ਜੀ ਦਾ ਮੋਟਰਸਾਈਕਲ 1.25 ਲੱਖ ਤੋਂ ਉੱਤੇ ਜੀ, ਰਾਇਲ ਐਨਫੀਲਡ। ਬਿਲਕੁਲ। ਕਾਕਾ ਜੀ ਦਾ ਮੋਟਰਸਾਈਕਲ 1.25 ਲੱਖ ਤੋਂ ਉੱਤੇ ਜੀ। ਫਿਰ ਕਿਵੇਂ ਆਖੇ ਜੱਟਾ ਜੇ ਭਾਗ ਮੇਰੇ ਨੇ ਸੁੱਤੇ ਜੀ। ਧੁੱਕ ਵੀ ਤਾਂ ਹੁੰਦੀ ਆ। ਨਹੀਂ ਤਾਂ ਫਿਰ ਵੀ ਪਹਿਲਾਂ ਕਹਿਣਾ ਕਿ ਵੀ ਭਾਗ ਸੁੱਤੇ ਨੇ ਜੀ, ਸਰਕਾਰਾਂ ਮਦਦ ਨਹੀਂ ਕਰਦੀਆਂ, ਫਲਾਣਾ ਨਹੀਂ ਕਰਦਾ। ਵੇਖੋ ਜੀ 20 ਲੱਖ ਮਕਾਨ ਤੇ ਲਾਤਾ, ਉਹ ਵੀ ਕਾਲੀ ਜੀ, ਤੇ ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਅਜੇ ਮੇਰੀ ਖਾਲੀ ਜੀ। ਹੁਣ ਵੇਖੋ ਜੀ ਗੁੱਡੀ ਦੇ ਵਿਆਹ ਤੇ ਪੂਰਾ 25 ਲੱਖ ਲਾਤਾ ਜੀ। ਵਿਕ ਗਿਆ 1 ਕਿੱਲਾ, ਦੂਜਾ ਬੈਂਕ ਨੂੰ ਗਹਿਣੇ ਪਾਤਾ ਜੀ, ਜਿਹੜੀ ਗੱਲ ਤੁਸੀਂ ਹੁਣੇ ਕਰ ਰਹੇ ਹੋ। ਬਿਲਕੁਲ। ਵਿਕ ਗਿਆ 1 ਕਿੱਲਾ, ਦੂਜਾ ਬੈਂਕ ਨੂੰ ਗਹਿਣੇ ਪਾਤਾ ਜੀ, ਤੇ ਸਾਰੇ ਦਰਖਤ ਵੇਚ ਦਿੱਤੇ, ਕੀ ਪਿੱਪਲ ਕੀ ਟਾਹਲੀ ਜੀ। ਤੇ ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਅਜੇ ਮੇਰੀ ਖਾਲੀ ਜੀ। ਹੁਣ ਵੇਖੋ ਜੀ 3 ਮੋਟਰਸਾਈਕਲ, ਕਈਆਂ ਘਰਾਂ 'ਚ ਹਾਂਡਾ, ਇੱਕ ਉਹ ਦੂਜਾ, ਇੱਕ ਨਾਲ ਰਾਇਲ ਐਨਫੀਲਡ ਖਲੋਤਾ ਹੁੰਦਾ। 3 ਮੋਟਰਸਾਈਕਲ ਨੇ, ਘਰ ਵਿੱਚ ਕਾਰ ਖਲੋਤੀ ਜੀ, ਤੇ ਲੋੜੋਂ ਵੱਧ ਕੇ ਪੈਰ ਪਸਾਰ ਕੇ ਆਪ ਪੜਵਾਈ ਧੋਤੀ ਜੀ। ਕਾਕਾ ਜੀ ਦੇ ਸਗਨ ਦੇ ਉੱਤੇ 1200 ਦੀ ਕਰ ਲਈ ਥਾਲੀ ਜੀ, ਤੇ ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਅਜੇ ਮੇਰੀ ਖਾਲੀ ਜੀ। ਹੁਣ ਵੇਖੋ ਜੀ ਸਬਜ਼ੀ ਦਾਲ ਫਰੂਟ ਬਾਜ਼ਾਰੋਂ, ਜਿਹੜੀਆਂ ਚੀਜ਼ਾਂ ਤੁਸੀਂ ਘਰ ਉਗਾ ਸਕਦੇ ਸੀ, ਭਾਵੇਂ ਉਹਦੇ ਲਈ 2 ਕਨਾਲਾਂ ਥਾਂ ਰੱਖ ਲੈਂਦੇ, ਕਨਾਲ ਰੱਖ ਲੈਂਦੇ, ਅੱਧਾ ਕਿੱਲਾ ਵੀ ਰੱਖ ਲਓ ਜੇ ਪਹੁੰਚ ਅਨੁਸਾਰ। ਸਬਜ਼ੀ ਦਾਲ ਫਰੂਟ ਬਾਜ਼ਾਰੋਂ, ਤੇ ਆਪਣਾ ਕਣਕ ਤੇ ਝੋਨਾ ਜੀ ਉਹ ਸੁੱਟ ਕੇ ਆਉਣਾ ਤੇ ਮੁੱਲ ਲਿਆਉਣਾ ਹੈ। ਫਿਰ ਕਿਹੜੀ ਗੱਲੋਂ ਰੋਣਾ ਜੀ? ਸੁੱਟ ਕੇ ਆਉਣਾ ਤੇ ਮੁੱਲ ਲਿਆਉਣਾ ਹੈ। ਹਾਂ, ਸੁੱਟ ਕੇ ਆਪਣੇ ਬੰਦੇ ਕਹਿੰਦੇ ਕਣਕ ਸੁੱਟਣ ਚੱਲੇ, ਝੋਨਾ ਸੁੱਟਣ ਚੱਲੇ, ਸੁੱਟ ਕੇ ਆਉਣਾ ਤੇ ਮੁੱਲ ਲਿਆਉਣਾ। ਹਰ ਚੀਜ਼ ਮੁੱਲ ਲਿਆਉਣੀ ਪੈਂਦੀ। ਹਾਂਜੀ। ਫਿਰ ਕਿਹੜੀ ਗੱਲੋਂ ਰੋਣਾ ਜੀ? ਹੁਣ ਵੇਖੋ ਜੀ ਬ੍ਰਾਂਡਡ ਕੱਪੜੇ, ਜਿਹੜੀ ਬਿਮਾਰੀ ਪਿਛਲੇ 10-12 ਸਾਲ ਤੋਂ ਜ਼ਿਆਦਾ ਵੱਧ ਗਈ ਆ। ਬ੍ਰਾਂਡਡ ਕੱਪੜੇ ਜੁੱਤੇ ਪਾਉਣਾ ਹੈ ਤੇ ਪੂਰਾ ਲੱਗਦਾ ਜਾਲੀ ਜੀ। ਗਾਣੇ ਵਾਲੇ ਫਿਲਮਾਂ ਵਾਲੇ ਵੇਖਿਆ ਕਰੋ, ਜੱਟ ਜਾਲੀ ਲੱਗਦੇ ਸਾਰੇ। ਕਿਤੇ ਉਹ ਲੱਗਦੇ ਨੇ ਵੀ ਵਾਹੀ ਕਰਨ ਵਾਲੇ, ਜਾਂ ਪੈਰਾਂ ਦੀਆਂ ਪਾਟੀਆਂ, ਜਾਂ ਹੱਥਾਂ ਦੀਆਂ ਤੇੜਾਂ ਪਾਟੀਆਂ ਨੇ, ਫਿਰ ਵੀ ਲੱਗਦਾ ਜਾਲੀ ਜੀ। ਤੇ ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਮੇਰੀ ਅਜੇ ਖਾਲੀ ਜੀ। ਹੁਣ ਵੇਖੋ ਹੁੰਦਾ ਕੀ ਆ, ਇੱਕ ਵਿਆਜ ਬੈਂਕਾਂ ਵਾਲਾ, ਦੂਜਾ ਆੜਤੀਆ ਵੀ ਮਾਰੇ ਜੀ, ਰੱਬ ਵੀ ਹੋਇਆ ਹੈਰਾਨ, ਫਿਰਦਾ ਜੱਟਾ ਵੇਖ ਕੇ ਤੇਰੇ ਕਾਰੇ ਪਈ। ਉਹ ਵੀ ਸੋਚਦਾ ਵੀ ਕਿੱਦਾਂ ਚਲਾਈ ਜਾਂਦੇ ਗੱਡੀ, ਚਲਾਈ ਜਾਂਦਾ। ਉਹ ਕਹਿੰਦਾ ਇਸ ਤਰ੍ਹਾਂ ਤੇ ਮੇਰੇ ਕੋਲ ਨਹੀਂ ਚੱਲੀ, ਜਿਸ ਤਰ੍ਹਾਂ ਇਹ ਚਲਾਈ ਜਾਂਦਾ। ਬਿਲਕੁਲ ਠੀਕ। ਇੱਕ ਵਿਆਜ ਬੈਂਕਾਂ ਵਾਲਾ, ਦੂਜਾ ਆੜਤੀਆ ਵੀ ਮਾਰੇ ਜੀ, ਉਹ ਫਿਰ ਵੀ ਰੱਬ ਵੀ ਹੋਇਆ ਹੈਰਾਨ, ਫਿਰਦਾ ਜੱਟਾ ਵੇਖ ਕੇ ਤੇਰੇ ਕਾਰੇ ਭਾਈ। ਉਹ ਤਾਈਓ ਗਲਤੀ ਆ। ਹੁਣ ਇਹ ਅਸੀਂ ਕਹਿੰਦੇ ਵੀ ਗਲਤੀ ਆ, ਲੇਕਿਨ ਗਲਤੀ ਤੇ ਗਲਤੀ ਆ ਨਾ। ਦੇਖੋ ਜੀ ਤਾਈਓ ਕੋਈ ਗਲਤੀ ਵਾਂਗ ਵੇਖਦਾ ਤੇ ਕਿਸੇ ਨੇ ਫਾਂਸੀ ਲਾ ਲਈ ਜੀ। ਕੋਈ ਤੇ ਕਹਿੰਦਾ ਗਲਤੀ ਹੋ ਗਈ, ਸੁਧਾਰ ਲਾਂਗੇ, ਕਰ ਲਾਂਗੇ, ਤੇ ਕੋਈ ਦਵਾਈ ਪੀ ਲਈ, ਕਿਸੇ ਨੇ ਫਾਂਸੀ ਲਾ ਲਈ, ਕਿਸੇ ਨੇ ਫਾਂਸੀ ਲਾ ਲਈ ਜੀ। ਫਿਰ ਵੀ ਜੱਟਾ ਰੌਲਾ ਪਾਉਣਾ, ਜੇਬ ਮੇਰੀ ਅਜੇ ਖਾਲੀ ਜੀ। ਹੁਣ ਵੇਖੋ ਜੀ ਥੋੜਾ ਜਿਹਾ ਜਿਹੜੇ ਬੱਚੇ ਨੇ, ਜਿਹੜੇ ਸੌਖੇ ਨੇ, ਉਹ ਵੀ, ਕਿਉਂਕਿ ਮੈਂ ਹਰ ਕਵਿਤਾ ਦਾ ਮੇਰਾ ਐਂਡ ਆਪੋਜਿਟ ਹੀ ਹੁੰਦਾ। ਇਹ ਤੁਹਾਡੇ ਖਰਚੇ ਨੇ, ਲੇਕਿਨ ਕੁਝ ਸਰਕਾਰੀ ਨੌਕਰੀਆਂ ਵਾਲੇ ਜਾਂ ਮਿਹਨਤੀ ਚੰਗੇ ਜੀ, ਇਹ ਨਹੀਂ ਵੀ ਮੈਂ ਇੱਕੇ ਪਾਸੇ ਵੇਲਣਾ ਰੱਖਦਾ ਹੁੰਦਾ, ਮੈਂ ਉਹਨਾਂ ਨੂੰ ਵੀ ਦੱਸਦਾ ਹੁੰਦਾ ਜਿਹੜੇ ਚੰਗਾ ਕਰਦੇ ਆ। ਕੁਝ ਸਰਕਾਰੀ ਨੌਕਰੀਆਂ ਵਾਲੇ ਜਾਂ ਮਿਹਨਤੀ ਚੰਗੇ ਜੀ, ਰੀਸੋ ਰੀਸੀ ਸਾਰੇ ਜਾਂਦੇ, ਇੱਕੋ ਰਸੇ ਟੰਗੇ ਜੀ। ਆਪਾਂ ਰੀਸ ਪਤਾ ਕਿਹਦੀ ਕਰਨੀ? ਜਦੋਂ ਇੱਕ ਭਰਾ ਮਾਸਟਰ ਆ, ਇੱਕ ਵਾਹੀ ਕਰਦਾ, ਤੇ ਅਸੀਂ ਉਹਦੇ ਬਰਾਬਰ ਖਰਚਾ, ਉਹਦੇ ਬਰਾਬਰ ਕਿੱਦਾਂ ਕਰ ਲਓ? ਜਿਹਦੇ ਘਰ 50,000 60,000 ਆ ਰਿਹਾ ਵਾ ਮਹੀਨੇ ਦਾ ਬੱਕਰਾ, ਬੱਚਾ ਆਉਂਦਾ, ਉਹਨਾਂ ਦੇ ਬਰਾਬਰ ਖਰਚਾ ਨਹੀਂ ਤੁਸੀਂ ਕਰ ਸਕਦੇ ਕੱਲੀ ਵਾਹੀ ਵਾਲੇ, ਚਾਹੇ ਰੀਸ ਅਸੀਂ ਕਰਦੇ ਹਾਂ। ਰੀਸੋ ਰੀਸੀ ਸਾਰੇ ਜਾਂਦੇ, ਇੱਕੋ ਰਸੇ ਟੰਗੇ ਜੀ। ਭਈਆ ਆਪੇ ਵਾਹੀ ਕਰਦਾ, ਕਾਕਾ ਜੀ ਘਰ ਬੈਠੇ ਖਾਲੀ ਜੀ। ਤੇ ਫਿਰ ਵੀ ਬਾਲੇ ਮੈਂ ਰੌਲਾ ਪਾਉਣਾ, ਜੇਬ ਮੇਰੀ ਅਜੇ ਖਾਲੀ ਜੀ। ਫਿਰ ਸਾਨੂੰ ਇਹ ਹੁੰਦਾ ਵੀ ਨਹੀਂ ਜੀ, ਉਹਦੇ ਕਾਰਨ ਸਾਡਾ ਘਾਟਾ ਪੈ ਗਿਆ ਜੀ, ਸਾਨੂੰ ਬੈਂਕਾਂ ਨੇ ਵੱਧ ਲੁੱਟ ਲਿਆ, ਸਾਨੂੰ ਉਹਨੇ ਲੁੱਟਿਆ, ਕਿਸੇ ਨੇ ਨਹੀਂ ਲੁੱਟਿਆ। ਬਹੁਤ ਤਕੜੇ ਸਟਾਇਰ ਤੇ ਬਹੁਤ ਵੱਡੀ ਚੁਣੌਤੀ ਹੈ ਤੁਹਾਡੀ ਇਸ ਕਵਿਤਾ ਦੇ ਵਿੱਚ।
ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਖੁਦਕੁਸ਼ੀਆਂ ਦੀ ਗੱਲ ਹੁੰਦੀ ਰਹਿੰਦੀ ਆ ਆਮ ਪੰਜਾਬ ਦੇ ਵਿੱਚ ਵੀ ਉਹਦੇ ਪਿੱਛੇ ਜਿਹੜਾ ਆਪ ਸਹੇੜਿਆ ਕਰਜ਼ਾ ਹੈਗਾ। ਕਰਜ਼ੇ ਠੀਕ ਆ, ਸਾਰਿਆਂ ਨੇ ਲੋਕਾਂ ਨੇ ਲਏ ਆ, ਕੁਛ ਲੋਕਾਂ ਦੇ ਕਰਜ਼ੇ ਲੈਣੇ ਵਾਜਬ ਹੈ, ਉਹਨਾਂ ਨੂੰ ਉਸ ਤਰੀਕੇ ਦੀ ਖੇਤੀਬਾੜੀ ਲਈ ਚਲੋ ਚਾਹੀਦੇ। ਪਰ ਅਸੀਂ ਦੇਖੋ ਨਾ ਜੀ, ਅਸੀਂ ਕੋਆਪਰੇਟਿਵ ਸਿਸਟਮ ਹੁੰਦਾ ਸੀਗਾ। ਹਾਂਜੀ, ਕੋਆਪਰੇਟਿਵ ਸਿਸਟਮ ਦੇ ਵਿੱਚ ਸੀਗਾ ਕਿ ਅਸੀਂ ਰਲ ਮਿਲ ਕੇ ਖੇਤੀ ਕਰਦੇ ਸੀਗੇ। ਜੇ ਕਿਸੇ ਦੇ ਪਿੰਡ ਵਿੱਚ ਟਰੈਕਟਰ ਇੱਕ ਹੋਣਾ ਤੇ ਉਹ ਮੰਗ ਕੇ ਵਾਹ ਲੈਣਾ, ਠੀਕ ਹੈ ਜੀ। ਹੁਣ ਤਾਂ ਮੰਗਣਾ ਨਹੀਂ ਚਾਹੁੰਦੇ ਅਸੀਂ, ਸਾਡੇ ਕੋਲ ਭਾਵੇਂ ਕਿੱਲੇ 4 ਆ, ਟਰੈਕਟਰ ਅਸੀਂ 5-6 ਲੱਖ ਵਾਲਾ ਲਿਆ ਕੇ ਵਿਹੜੇ 'ਚ ਖੜਾ ਕੀਤਾ, ਔਰ ਉਹ ਚੱਲਦਾ ਕਿੰਨਾ ਚਿਰ ਹੈ? ਸਾਲ ਵਿੱਚ 2 ਮਹੀਨੇ, ਦੋ ਸੀਜ਼ਨਾਂ ਤੇ ਚੱਲਣਾ। ਹਾਂਜੀ, ਤੁਹਾਡੀ ਗੱਲ ਕੱਟੀ ਜਾਂਦੀ। ਵੇਖੋ ਜੀ, ਜਿਹਦੇ ਕੋਲ 2, 3, 4, 5 ਕਿੱਲੇ ਉਹ ਵਾਹੀ ਕਰਾ ਲਏ, ਕਿਉਂਕਿ ਜੇ 6 ਮਹੀਨਿਆਂ ਬਾਅਦ ਤੁਹਾਡੇ ਵਾਹੀ ਦੇ ਜਿਹੜੇ ਪੈਸੇ ਨੇ ਉਹ ਮੰਨ ਲਓ 12,000 10,000 ਬਣੂਗਾ, ਜਿੰਨਾ ਵੀ ਉਹ ਤੁਹਾਡੇ ਇੱਕ ਹੀਰਾ ਲੱਗ ਗਿਆ, ਇੱਕੋ ਲੱਗ ਗਿਆ, ਬਿਲਕੁਲ। ਉਹ ਤੁਹਾਡੇ ਉਹ 5, 7, 10 ਲੱਖ ਨੂੰ ਵਿਆਜ ਨਹੀਂਗਾ। ਤੇ ਜਿੰਨਾ ਟਰੈਕਟਰ 1 ਸਾਲ ਪੁਰਾਣਾ ਹੋ ਗਿਆ ਉਹ ਸਿੱਧਾ ਹੀ 20-30,000 ਰੁਪਇਆ ਡਿੱਗਦਾ, 2 ਸਾਲ ਪੁਰਾਣਾ ਹੋ ਗਿਆ 40-50,000 ਡਿੱਗਦਾ। ਇਹ ਚੀਜ਼ ਨੂੰ ਅਸੀਂ ਜਿੰਨਾ ਚਿਰ ਅਸੀਂ ਕੈਲਕੂਲੇਟਿਵ ਨਾ ਹੋਏ, ਦੇਖੋ ਨਾ ਜੀ, ਉਹੀ ਟਰੈਕਟਰ ਦੀ ਜਿਹੜੀ ਕੀਮਤ ਹੈ, ਹਾਂਜੀ, ਉਹ ਜਿਹਨੂੰ ਬੁੱਕ ਵੈਲਿਊ ਕਹਿੰਦੇ, ਉਹ ਤਾਂ ਘਟ ਰਹੀ ਹੈ, ਡੈਪਰੀਸੀਏਸ਼ਨ ਹੋ ਰਹੀ ਹੈ। ਜਿਹੜਾ ਟਰੈਕਟਰ ਤੁਸੀਂ 2022 ਚ ਲਿਆ ਖੜਾ ਕੀਤਾ, ਉਹ 2023 ਵਿੱਚ ਉਹਦੀ ਕੀਮਤ ਘਟ ਗਈ, ਪਰ ਤੁਸੀਂ ਉਹ ਤੋਂ ਉਹਨਾਂ ਫਾਇਦਾ ਨਹੀਂ ਲੈ ਸਕੇ ਜਿੰਨੀ ਕੀਮਤ ਘਟ ਗਈ। ਉਲਟਾ ਉਹਦੇ ਤੇ ਤੁਸੀਂ ਵਿਆਜ ਦਿੱਤਾ ਕਿੰਨਾ ਬੈਂਕ ਨੂੰ, ਠੀਕ ਹੈ। ਇਹ ਗੱਲਾਂ ਕੁਝ ਸਿਆਣਪ ਵਾਲੀਆਂ ਨਹੀਂ ਹੈਗੀਆਂ। ਹਾਂ, ਕਈਆਂ ਦੇ ਕੋਲ ਤੇ 4-5 ਟਰੈਕਟਰਾਂ ਦੀ ਲੋੜ ਹੈ, ਜਿਨ੍ਹਾਂ ਦੀ ਵਾਹੀ ਜ਼ਿਆਦਾ, ਠੀਕ ਹੈ ਜੀ। ਜਿਨ੍ਹਾਂ ਦੀ ਵਾਹੀ ਘੱਟ ਹੈ ਉਹਨਾਂ ਨੂੰ ਜ਼ਰੂਰ ਮੰਗਵਾਂ ਟਰੈਕਟਰ ਲੈਣਾ ਪੈਂਦਾ, ਲੈ ਲੈਂਦੇ ਆ ਲੋਕ। ਟਰਾਲੀ ਵੀ ਮੰਗਵੀ, ਉਹਦੇ ਪਿੱਛੇ ਲਿਖਿਆ ਹੁੰਦਾ ਕਈਆਂ ਨੇ ਟਰਾਲੀਆਂ ਤੇ, ਆਪਣੀ ਬਣਾ ਲਾ ਮਿੱਤਰਾ, ਨਿੱਤ ਮੰਗਵੀ ਨਹੀਂ ਮਿਲਣੀ। ਨਹੀਂ ਜੀ, ਹੁਣ ਤੇ ਕਿਰਾਏ ਦੀ ਹਰ ਚੀਜ਼ ਮਿਲਦੀ ਆ। ਹੁਣ ਹਰ ਵਾਹੀ ਕਿਰਾਏ ਤੇ ਹੋ ਗਈ ਆ, ਟਰਾਲੀਆਂ। ਕਿਉਂਕਿ ਜਿਵੇਂ ਭਾਜੀ ਨੇ ਗੱਲ ਕੀਤੀ, ਇਕੱਲੇ ਟਰੈਕਟਰ ਦੀ ਵੈਲਿਊ ਨਹੀਂ ਘਟਦੀ, ਟਰਾਲੀ ਦੀ ਵੀ ਘਟਦੀ ਹੈ, ਕਿਉਂਕਿ ਬਾਹਰ ਮੀਂਹ 'ਚ ਲੱਗਿਆ ਰਹਿੰਦਾ, ਗਲੀਆਂ ਵੇਖੀਆਂ ਥੱਲੇ। ਹਾਂਜੀ ਹਾਂਜੀ, ਸਾਰ ਹੱਲਾਂ ਦੀ ਵੈਲਿਊ ਘਟਦੀ ਹੈ, ਤਵਿਆਂ ਦੀ ਘਟਦੀ, ਹਰ ਸੰਦ ਦੀ ਵੈਲਿਊ ਘਟਦੀ, ਹਰ ਚੀਜ਼ ਦੀ ਘਟਦੀ। ਸੁਹਾਗਾ ਜਿਹੜਾ ਤੁਸੀਂ ਕਹਿ ਤੇ ਦਿੰਦੇ ਜੀ ਨਾ, ਅਗਲੇ ਨੇ ਝੱਟ 250-300 ਲੈ ਲਿਆ ਜੀ, ਉਹਨੇ ਲੈ ਤੇ ਲਿਆ, ਲੇਕਿਨ ਉਹ ਘਸਿਆ ਵੀ ਆ, ਉਹਦਾ ਟਰੈਕਟਰ ਘਸਿਆ, ਸਾਰੇ ਚੀਜ਼ ਘਸੀ, ਤੁਸੀਂ ਤਾਂ ਘਰ ਆ ਗਏ ਨਾ। ਘਸਣ ਦੇ ਨਾਲੋਂ ਜਿਹੜੀ ਉਹਦੀ ਡੈਪਰੀਸੀਏਸ਼ਨ ਆ, ਕੀਮਤ ਘਟਣ ਦੀ ਗੱਲ, ਬਿਲਕੁਲ ਉਹ ਵੀ ਹੋ ਗਈ। ਉਹ ਤੁਸੀਂ ਕਦੀ ਕੈਲਕੂਲੇਸ਼ਨ ਕੀਤੀ ਨਹੀਂ। ਇਹ ਜੇ ਕੈਲਕੂਲੇਸ਼ਨ ਅਸੀਂ ਕਰਦੇ ਹੁੰਦੇ, ਉੱਥੇ ਕਰਦੇ ਹੁੰਦੇ, ਤੇ ਇੱਥੇ ਆ ਕੇ ਜਿਹੜੇ ਅੱਡੇ ਫਾਹੇ ਲੈਂਦੇ ਆ, ਸ਼ਾਇਦ ਉਹ ਤੋਂ ਵੀ ਅਸੀਂ ਥੋੜਾ ਜਿਹਾ ਪਰਹੇਜ਼ ਕਰ ਜਾਂਦੇ। ਬਿਲਕੁਲ ਬਿਲਕੁਲ ਜੀ। ਕਈ ਵਾਰ ਅਸੀਂ ਕਹਿ ਦਿੰਦੇ ਕਿ ਇੱਕ ਨਾਂ ਆ, ਵੈਸੇ ਅਸੀਂ ਉਹ, ਮੈਂ ਨਹੀਂ ਚਾਹੁੰਦਾ ਉਹ ਸ਼ਬਦ ਵਰਤਣੇ, ਅਸੀਂ ਕਹਿੰਦੇ ਬਾਣੀਆ ਬੜਾ ਸਿਆਣਾ ਹੁੰਦਾ। ਉਹ ਇੱਕ ਨਿੱਕੀ ਜੀ ਹੱਟੀ ਤੋਂ ਕਿੱਡਾ ਵੱਡਾ ਘਰ ਬਣਾ। ਨਹੀਂ ਜੀ, ਜੱਟਾਂ ਦੀ ਗੱਲ ਕਰਦੇ ਤਾਂ ਬਾਣੀਆਂ ਦੀ ਕਰਨ ਚ ਕੀ ਹਰਜਾ। ਹਾਂਜੀ, ਨਹੀਂ, ਕਿਉਂਕਿ ਕਈ ਵਾਰ ਹੁੰਦਾ ਨਾ, ਕਈ ਲੋਕ ਫੀਲ ਕਰਦੇ ਆ, ਕਿਉਂਕਿ ਬਾਣੀਆਂ ਬੜੇ ਸਿਆਣੇ ਹੁੰਦੇ ਜੀ, ਉਹ ਨਿੱਕੀ ਜਿਹੀ ਹੱਟੀ ਤੋਂ ਕਿੱਡਾ ਵੱਡਾ ਘਰ ਬਣਾ ਲਏ। ਜੁਗਤੀ ਹੈ ਜੀ, ਪਲੈਨਰ ਆ ਬਹੁਤ ਵੱਡਾ। ਹਾਂ, ਬਸ ਇਹ ਉੱਥੇ ਕੀ ਆ ਜੀ, ਅਸੀਂ 10-12 ਲੱਖ ਦਾ ਟਰੈਕਟਰ ਲਿਆ ਤਾਂ ਆਪਾਂ ਥੱਲੇ ਖਰਚੇ ਨਹੀਂ ਗਿਣਨੇ ਵੀ ਇਹ 5 ਸਾਲਾਂ ਨੂੰ ਕਿੰਨੇ ਦਾ ਹੋ ਜਾਣਾ। ਉਹਨੇ ਅੱਜ ਦੁਕਾਨ ਦੇ ਵਿੱਚ ਜੇ 10,000 ਪਾਇਆ ਨਾ, ਉਹਨੇ ਸ਼ਾਮਾਂ ਨੂੰ ਗਿਣ ਲੈਣਾ ਵੀ ਮੇਰੀ ਪੱਤੀ ਇੰਨੇ ਦੀ ਵਿਕਣੀ, ਮੇਰੀ ਹਲਦੀ ਇੰਨੇ ਦੀ ਵਿਕਣੀ, ਮੇਰੀ ਆਹ ਚੀਜ਼ ਇੰਨੇ ਦੀ ਵਿਕਣੀ, ਮੇਰੀ ਆਹ ਚੀਜ਼ ਦੀ ਵਿਕਣੀ, ਇੰਨੇ ਬਜਟ ਆਹ ਮੈਂ ਸੌਦਾ। ਬਿਲਕੁਲ। ਕੱਲ ਜਾਂ ਪਰਸੋਂ ਉੱਥੇ ਦੇਖੋ, ਇੱਕ ਗੱਲ ਜਿਹੜੀ ਸਭ ਤੋਂ ਵੱਡੀ ਪਿਛਲੇ ਸਮੇਂ 'ਚ ਚਰਚਾ 'ਚ ਵੀ ਰਹੀ ਹੈ ਜੀ, ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ 3 ਮੇਜਰ ਸੀਗੀਆਂ, ਉਹ ਤਾਂ ਸੀ ਨਾ ਕਾਨੂੰਨ ਜਿਹੜੇ ਜਿਹਨਾਂ ਨੂੰ ਕਾਲੇ ਕਾਨੂੰਨ ਕਹਿੰਦੇ, ਉਹ ਵਾਪਸ ਲਵੋ। ਸਰਕਾਰ ਨੇ ਲੈ ਲਏ, ਮਜਬੂਰੀ ਬਸ ਲੈ ਲਏ, ਜਾਂ ਉਹਨਾਂ ਕੋਲੋਂ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਲਵੋ। ਇੱਕ ਜਿਹੜਾ ਮੁੱਦਾ ਮੇਨ ਉਸ ਤੋਂ ਪਹਿਲਾਂ ਵੀ ਸੀਗਾ, ਉਸ ਤੋਂ ਬਾਅਦ ਵੀ ਉੱਦਾਂ ਹੀ ਖੜਾ, ਉਹ MSP ਦੀ ਗੱਲ ਹੈ। ਹੁਣ ਤੁਸੀਂ ਬਾਣੀਆਂ ਦੀ ਗੱਲ ਚਲਾਈ ਆ, ਉਹ ਦੁਕਾਨਦਾਰ ਦੇਖਦਾ ਕਿ ਮੈਨੂੰ ਇਹ ਚੀਜ਼ ਜਿਹੜੀ ਆ ਉਹ 100 ਰੁਪਏ ਦੀ ਆਈ ਆ, ਤੇ ਮੈਂ ਖਰਚੇ ਆਪਦੇ ਪਾ ਕੇ, ਆਪਦਾ ਮੁਨਾਫਾ ਪਾ ਕੇ 125 ਦੀ ਵੇਚਾਂ, ਤਾਂ ਪੂਰੀ ਗੱਲ ਮੈਨੂੰ ਪੂਰਾ ਫਾਇਦਾ, ਅਦਰਵਾਈਜ਼ ਕੋਈ ਫਾਇਦਾ ਨਹੀਂ। ਠੀਕ ਹੈ ਜੀ। ਜਿਹੜਾ ਜੱਟ ਦੀ ਹੁਣ ਗੱਲ ਅਸੀਂ ਕਰ ਲਈਏ, ਉਹ ਖੇਤ ਦੇ ਵਿੱਚ 6 ਮਹੀਨੇ ਮਿਹਨਤ ਕਰਦਾ, ਕਿੱਦਾਂ ਵਾਹੀ ਕਰਨੀ, ਕਿੱਦਾਂ ਬਿਜਾਈ ਕਰਨੀ, ਕਿੱਦਾਂ ਉਹਨੂੰ ਪਾਲਣਾ, ਕਿੱਦਾਂ ਫਿਰ ਕੱਟਣਾ, ਕੱਟ ਕੇ ਲਿਆ ਕੇ ਮੁੜ ਕੇ ਜਿੱਦਾਂ ਤੁਸੀਂ ਕਹਿੰਦੇ ਮੰਡੀ 'ਚ ਸੁੱਟਣਾ, ਤੇ ਉਹਨੂੰ ਪਤਾ ਹੀ ਨਹੀਂ ਮੇਰੀ ਚੀਜ਼ ਵੇਖੋ ਕਿੰਨੇ ਦੀ, ਵੇਖੋ ਕਿੰਨੇ। ਕਾਰਨ ਉਹੀ ਹੈ ਨਾ ਕਿ ਸਾਡੇ 'ਚ ਪਲਾਨਿੰਗ ਕੋਈ ਨਹੀਂ ਰਹਿ ਗਈ। ਅਸੀਂ ਕਣਕ ਮੰਨ ਲਓ ਕਿ ਇੱਕ ਪਿੰਡ ਦੇ ਵਿੱਚ ਜੇ 60 ਘਰ ਆ ਜਾਂ 70 ਘਰ ਨੇ, ਅਸੀਂ ਕਦੀ 60-70 ਘਰ ਬਹਿ ਕੇ ਕਦੀ ਪਲਾਨਿੰਗ ਨਹੀਂ ਕੀਤੀ ਵੀ ਆਪਾਂ ਇੱਕ ਆਟੇ ਦੀ ਚੱਕੀ ਲਾ ਲਈਏ, ਸਾਡੀ ਕਣਕ ਨਹੀਂ ਵਿਕਦੀ, ਆਟਾ ਸਹੀ ਰੇਟ 'ਚ ਵਿਕ ਜੂਗਾ, ਫਿਰ ਉਹ ਆਟੇ ਦੀ ਚੱਕੀ 'ਚੋਂ ਜਿਹੜਾ ਪ੍ਰੋਫਿਟ ਆਏਗਾ ਉਹ ਸਾਰੇ ਵੰਡ ਲੈਣਾ। ਉਹ ਤਾਂ ਬਣਦੀ ਨਹੀਂ ਸਾਡੀ, ਇੱਕ ਦੂਜੇ ਨੂੰ ਅਸੀਂ ਚੰਗਾ ਹੀ ਨਹੀਂ ਸਮਝਦੇ। ਇੱਕ ਚੌਲਾਂ ਦਾ ਸ਼ੈਲਰ ਲਾ ਲਈਏ,
ਜਾਂ ਮੰਨ ਲਓ ਆਪਾਂ ਕੋਈ ਦਾਲਾਂ ਜਾਂ ਕੋਈ ਇਹੋ ਜਿਹੀ ਚੀਜ਼ਾਂ ਪ੍ਰੋਡਿਊਸ ਕਰੀ ਉਹਨਾਂ ਦੀ ਆਪਾਂ ਪੈਕਿੰਗ ਕਰਕੇ ਵੇਚ ਲਈ, ਲੋਕੀ ਬੜੇ ਬੜੇ ਕਮਾ ਗਏ, ਬੜੇ ਬੜੇ ਕਰ ਵੀ ਰਹੇ ਨੇ। ਇਹ ਨਹੀਂ ਮੈਂ ਜਿਵੇਂ ਗੱਲ ਕੀਤਾ ਕਿ 35% ਲੋਕ ਨੇ ਉਹਨਾਂ ਨੂੰ ਛੱਡਿਆ, ਜਿਹੜੇ ਸਿਆਣੇ ਨੇ ਜਿਨ੍ਹਾਂ ਨੇ ਇਹਨਾਂ ਕੰਮਾਂ 'ਚ ਕਾਫੀ ਤਰੱਕੀ ਕੀਤੀ, ਅੱਗੇ ਵਧੇ ਨੇ। ਇੱਕ ਛੋਟੀ ਜੀ ਗੱਲ ਜੀ, ਹਾਂਜੀ, ਇੱਕ ਸ਼ਹਿਰੀਏ ਲੋਕ, ਆਪਾਂ ਨਹੀਂ ਪਿੰਡੂ ਨਹੀਂ, ਜਿਹੜੇ ਸ਼ਹਿਰੀਏ ਲੋਕ ਆ ਨਾ ਜੀ, ਉਹ ਜਦੋਂ ਖਾਣਾ ਖਾਂਦੇ, ਅਸੀਂ ਲੋਕ ਰੋਟੀ ਖਾਂਦੇ, ਉਹ ਖਾਣਾ ਖਾਂਦੇ, ਲੰਚ ਕਰਦੇ ਜਾਂ ਡਿਨਰ ਕਰਦੇ, ਉਹ ਲੰਚ ਡਿਨਰ ਦੇ ਨਾਲ ਅਸੀਂ ਸਲਾਦ ਕਹਿੰਦੇ, ਉਹ ਸੈਲਡ ਕਹਿੰਦੇ। ਫਰਕ ਹੈ ਨਾ ਜੀ ਸਾਡਾ, ਸਵਾਦ ਦਾ ਹੀ ਫਰਕ ਪੈ ਜਾਂਦਾ। ਉਹ ਜਿਹੜਾ ਸਵਾਦ ਦੇ ਫਰਕ ਪਾਉਣ ਵਿੱਚ ਇੱਕ ਪਾਪੜ ਹੁੰਦਾ, ਉਹ ਪਾਪੜ ਦਾ ਨਾਲ ਲਿज्जत ਪਾਪੜ ਹੈ। ਲਿज्जत ਪਾਪੜ ਜਿਹੜਾ ਜੀ ਉਹ ਕੋਆਪਰੇਟਿਵ ਸਿਸਟਮ ਦੇ ਨਾਲ ਚਲਾਇਆ ਜਾਂਦਾ। ਉਹ ਇੰਡਸਟਰੀ ਆ ਪਾਪੜ ਦੀ ਜਿਹੜੀ ਕੋਆਪਰੇਟਿਵ ਸਿਸਟਮ ਚਲਾਈ ਤਾਂ ਉਹ ਸ਼ੁਰੂ ਕੀਤਾ ਸੀਗਾ ਕੁਛ ਕੁ ਔਰਤਾਂ ਨੇ, ਕੁਛ ਬੀਬੀਆਂ ਨੇ ਸ਼ੁਰੂ ਕੀਤੀ ਸੀ ਗੱਲ। ਉਹ ਕਿੱਥੇ ਪਹੁੰਚ ਗਿਆ ਜੀ, ਇੰਟਰਨੈਸ਼ਨਲ ਲੈਵਲ ਦੀ ਫੇਮ ਹੈ, ਲੈ ਗਿਆ ਲਿज्जत ਪਾਪੜ ਇਸ ਵੇਲੇ। ਇੱਦਾਂ ਦੇ ਬਹੁਤ ਸਾਰੇ ਹੋਰ ਕਾਰੋਬਾਰ ਹੈਗੇ ਆ। ਬਿਲਕੁਲ ਜੀ, ਦੁੱਧ ਦਾ ਦੇਖੋ, ਹਾਂਜੀ, ਜਿਹੜਾ ਗੁਜਰਾਤ ਤੋਂ ਸ਼ੁਰੂ ਹੋਇਆ ਤੇ ਅਮੂਲ, ਹਾਂਜੀ, ਹਰ ਚੀਜ਼ ਵੇਰਕਾ ਵਰਗਾ ਹੀ ਆ ਸਿਸਟਮ, ਕਿੱਥੇ ਜਾ ਕੇ ਪਹੁੰਚਿਆ। ਉਹ ਵੀ ਕਹਿੰਦੇ ਕਿ ਸਟਾਰਟਿੰਗ ਦੇ ਵਿੱਚ ਕੁਝ ਕੁ ਔਰਤਾਂ ਨੇ ਰਲ ਮਿਲ ਕੇ ਤੇ ਕੁਝ ਕੁ ਬੰਦਿਆਂ ਨੇ, ਉਹਨਾਂ ਦੇ ਹਸਬੈਂਡ ਵਗੈਰਾ ਨੇ ਕਿਹਾ ਵੀ ਅਸੀਂ ਇੱਧਰ ਉੱਧਰ ਤੁਰੇ ਫਿਰਦੇ ਵਾਰਾ ਇਕੱਠਾ ਕਰਕੇ ਤੇ ਇੱਕ ਜਗ੍ਹਾ ਤੋਂ ਵੇਚਣਾ ਸ਼ੁਰੂ ਕਰ ਦਿਓ। ਉਹ ਆਈਡੀਆ ਅਮੂਲ ਵਾਲੇ ਦੇ ਹੱਥ ਆ ਗਿਆ, ਉਹਨੇ ਚੁੱਕ ਕੇ ਹੌਲੀ ਹੌਲੀ 1 ਤੋਂ 2, 2 ਤੋਂ 4, 4 ਤੋਂ 4। ਇਹ ਅਸਲ 'ਚ ਪਤਾ ਕੀ ਹੈ ਜੀ, ਸਾਨੂੰ ਮਾਰਕੀਟਿੰਗ ਕਰਨੀ ਸਿੱਖਣੀ ਪੈਣੀ ਹੈ, ਜਾਂ ਸਾਨੂੰ ਮਾਰਕੀਟਿੰਗ ਕਰਨੀ ਆਉਣੀ ਚਾਹੀਦੀ ਆ, ਤਾਂ ਹੀ ਚੀਜ਼ਾਂ ਦੀ ਫਿਰ ਵੇਖੋ ਅਵੇਲੇਬਿਲਿਟੀ ਤੁਹਾਡੇ ਕੋਲ ਆ। ਇਹ ਨਹੀਂ ਤੁਸੀਂ ਲੈ ਕੇ ਆਉਣੀ ਹੈ ਚੀਜ਼, ਅਵੇਲੇਬਲ ਤੁਹਾਡੇ ਕੋਲ, ਉਹਨੂੰ ਸਿਰਫ ਤੁਸੀਂ ਵੇਚਣਾ ਹੀ ਆ ਤਰੀਕੇ ਨਾਲ। ਲੇਕਿਨ ਫਿਰ ਉੱਥੇ ਲੇਕਿਨ ਤੇ ਗੱਲ ਆ ਜਾਂਦੀ ਕਿ ਹਰ ਚੀਜ਼ ਲਈ ਜੇ ਤੁਰੋਗੇ ਤਾਂ ਤਜਰਬਾ ਆਏਗਾ। ਜਿਵੇਂ ਅਸੀਂ ਜਦੋਂ ਵਿਦੇਸ਼ 'ਚ ਆਉਨੇ, ਇੱਥੇ ਆ ਕੇ ਪਹੁੰਚਦੇ ਆ, ਫਿਰ ਸਾਨੂੰ ਪਤਾ ਲੱਗਦਾ। ਨਹੀਂ ਚਲੋ ਇੱਥੇ ਪਤਾ ਲੱਗਣ ਦਾ ਫਾਇਦਾ ਤਾਂ ਹੀ ਆ, ਤੇ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਦੱਸ ਦਈਏ। ਨਹੀਂ, ਪਰ ਅਸੀਂ ਪਿਛਲੇ ਨੂੰ ਉਹ ਨਹੀਂ ਨਾ ਦੱਸਦੇ, ਉਹ ਗੱਲਾਂ ਨਹੀਂ ਦੱਸਣੀਆਂ। ਸਾਡੀ ਪੰਜਾਬੀਆਂ ਦੇ ਵਿੱਚ ਸਿਰਫ ਇੱਕ ਫਿਰ ਉਹੀ ਗੱਲ ਆ ਜਾਂਦੀ, ਬਾਣੀਆਂ ਕੌਮ ਕਿਹੋ ਜਿਹੀ ਸਿਆਣੀ ਆ, ਜਿਹੜੇ ਦੱਸਦੇ ਨੇ ਵੀ ਆਹ ਵਪਾਰ ਚੱਲ ਰਿਹਾ, ਇਹਦੇ 'ਚ ਸਹੀ ਆ, ਆਹ ਵਪਾਰ 'ਚ ਆਹ ਸਹੀ ਆ। ਉਹ ਇੱਕ ਦੂਜੇ ਤੋਂ ਵਪਾਰ ਅਲੱਗ ਕਰ ਲੈਂਦੇ ਨੇ। ਨਹੀਂ, ਉਹ ਬਦਲ ਵੀ ਲੈਂਦੇ ਨੇ, ਅਸੀਂ ਬਦਲਦੇ ਵੀ ਨਹੀਂ। ਸਾਡੇ 'ਚ ਅਸੀਂ ਤਾਂ ਵਿਦੇਸ਼ 'ਚ ਆ ਕੇ ਇੱਕ ਨੇ ਟੈਕਸੀ ਪਾਈ, ਦੂਜੇ ਨੇ ਟੈਕਸੀ ਪਾਈ, ਤੀਜੇ ਨੇ ਟੈਕਸੀ ਪਾਈ, ਚੌਥੇ ਨੇ ਟੈਕਸੀ ਪਾਈ, ਪੰਜਵੇਂ ਨੇ ਟੈਕਸੀ ਪਾਈ। ਵੀ ਅਸੀਂ ਹਰ ਇੱਕ ਨੂੰ ਉਸੇ ਪਾਸੇ ਧੱਕਣੀ। ਉਹਨੂੰ ਕਹੋ ਵੀ ਭਾਈ ਇਹਦੇ 'ਚ ਇੰਨਾ ਪ੍ਰੋਫਿਟ ਹੈ, ਆਹ ਕੁਝ, ਆਹ ਇਹਦੇ ਖਰਚੇ ਨੇ, ਆਹ ਅਸੀਂ MPI ਨੂੰ ਦਿੰਦੇ ਆ, ਇੰਨੇ ਦਾ ਇਹਦੇ 'ਚ ਤੇਲ ਲੱਗ ਜਾਂਦਾ, ਇੰਨੇ ਕਿਤੇ ਟਾਇਰਾਂ ਦੀ ਕਸਾਈ ਨਾ। ਜਦੋਂ ਅਸੀਂ ਟੋਟਲ ਦੱਸਾਂਗੇ ਨਾ, ਉਹ ਵੀ ਸੋਚ ਕੇ ਉਸ ਤੋਂ ਬਾਅਦ ਦੁਬਾਰਾ ਐਂਟਰ ਕਰਾਂਗੇ। ਆਪਾਂ ਤਾਂ ਦੱਸ ਦਿੰਦੇ ਪੈਸਾ ਹੀ ਬੜਾ, ਸਾਡੀ ਫਿਤਰਤ ਆ ਜੀ, ਪੈਸਾ ਹੀ ਨਾ ਉਹ ਦੱਸਦੇ ਆ ਤੇ ਨਾ ਅਸੀਂ ਪੁੱਛਦੇ ਹਾਂ। ਨਹੀਂ, ਆਪਾਂ ਦੱਸਦੇ ਵੀ ਦੂਜੇ ਤਰੀਕੇ ਨਾਲ ਪੈਸਾ ਹੀ ਬੜਾ ਜੀ ਟੈਕਸੀ ਇੰਡਸਟਰੀ। ਫਿਰ ਜਦੋਂ ਬਹਿਣ ਲੱਗਦੀ ਆ, ਜਿਵੇਂ ਟਰੱਕਿੰਗ ਇੰਡਸਟਰੀ ਦਾ ਹੁਣ ਹਾਲ ਹੋਇਆ, ਜਦੋਂ ਬਹਿਣ ਲੱਗਦੀ ਫਿਰ ਆਪਾਂ ਕਹਿੰਦੇ ਜੀ ਬਹੁਤ ਮਾੜਾ। ਇਹ ਤੋਂ ਬਿਹਤਰ ਕਿ ਆਪਾਂ ਐਡਵਾਂਸ ਹੀ ਸਾਰਿਆਂ ਨੂੰ ਇਹ ਖਬਰ ਦੇ ਦਈਏ। ਮੈਂ ਭਾਜੀ ਤੁਹਾਡਾ ਥੋੜ੍ਹਾ ਜਿਹਾ ਟਾਈਮ ਲੈ ਲਾਂ, ਮੈਂ ਉਹੀ ਗੱਲਾਂ ਕੁਝ ਕੁ ਤੁਹਾਨੂੰ ਦੱਸਾਂਗਾ ਵੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ, ਵੈਸੇ ਮੈਂ ਅੱਜ ਇਹ ਗੱਲ ਕਰਨੀ ਤਾਂ ਨਹੀਂ, ਅੱਗੇ ਵੀ ਇੱਕ ਵਾਰ ਆਪਾਂ ਕਰ ਚੁੱਕੇ ਇਹਨਾਂ ਬਾਰੇ, ਵੀ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਨੂੰ ਬੜਾ ਸੋਚ ਸਮਝ ਕੇ ਕੱਚਾ, ਜਿਹਨੂੰ ਅਸੀਂ ਕਹਿ ਦਿੰਦੇ ਵੀ ਕੱਚਾ ਕੰਮ ਅਸੀਂ ਕਰ ਲੈਂਦੇ ਹਾਂ। ਤੇ ਕੱਚੇ ਹੱਥੀ ਕੋਈ ਵੀ ਕੰਮ ਜਿਹੜਾ ਕੀਤਾ ਨਾ, ਉਹਦਾ ਰਿਜ਼ਲਟ ਕਦੀ ਪੱਕਾ ਨਹੀਂ ਜੇ ਆਇਆ। ਤੇ ਜੇ ਪੱਕੇ ਹੱਥੀ ਕੋਈ ਵੀ ਦੁਨੀਆ ਦੀ ਜਿਹੜੀ ਚੀਜ਼ ਕਰਾਂਗੇ, ਉਹ ਪੱਕੀ ਰਹਿੰਦੀ ਆ। ਬਿਲਕੁਲ, ਪੱਕੇ ਹੱਥੀ ਦਾ ਮਤਲਬ ਹੈ ਕਿ ਸਿਆਣਪ ਨਾਲ। ਤੇ ਇਸ ਕਰਕੇ ਸਾਨੂੰ ਪੱਕਿਆ ਹੋਣਾ ਪੈਣਾ। ਪੱਕਿਆ ਹੋਣ ਦਾ ਮਤਲਬ ਇਹ ਨਹੀਂ ਵੀ ਅਸੀਂ ਉਮਰ 'ਚ ਹੀ ਪੱਕ ਜਾਈਏ, ਵੀ ਸੋਚੀ ਜਾਈਏ ਵੀ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਜਿਹੜਾ ਬੰਦਾ ਉਹ ਕੰਮ ਕਰਦਾ, ਮੰਨ ਲਓ ਕੋਈ ਬੰਦਾ ਟੈਕਸੀ ਚਲਾਉਂਦਾ, ਉਹਦੇ ਕੋਲ ਪੁੱਛੋ ਵੀ ਭਾਈ ਇਹਦਾ ਮੈਨੂੰ ਖੁੱਲ੍ਹ ਕੇ ਦੱਸ, ਮੈਂ ਇਸ ਲਾਈਨ 'ਚ ਆਉਣਾ। ਕੋਈ ਟਰੱਕਿੰਗ 'ਚ ਆ, ਉਹਨੂੰ ਖੁੱਲ੍ਹ ਕੇ ਪੁੱਛ ਵੀ ਮੈਂ ਇਸ ਲਾਈਨ 'ਚ ਆਉਣਾ, ਵੀ ਭਾਈ ਇਹਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਜਾਂ ਇਸ ਟਾਈਮ ਪੋਜੀਸ਼ਨ ਕੀ ਆ। ਪੁਰਾਣੇ ਨਾ ਦੱਸਦਿਆ ਕਰੋ ਵੀ 10 ਸਾਲ ਪਹਿਲਾਂ ਟਰੱਕਿੰਗ 'ਚ ਬਹੁਤ ਫਾਇਦਾ ਸੀਗਾ, 10 ਸਾਲ ਪਹਿਲਾਂ ਟੈਕਸੀ 4 ਲੱਖ ਦੀ ਵਿਕਦੀ ਸੀਗੀ, ਹੁਣ 1.5 ਤੇ ਪਹੁੰਚ ਗਈ। ਬਿਨਾਂ ਸ਼ੱਕ ਟੈਕਸੀ ਇੰਡਸਟਰੀ ਦੇ ਵਿੱਚ ਵੀ ਬਹੁਤ ਫਾਇਦਾ ਸੀ। ਅੱਜ ਹਾਲਾਤ ਬਦਲ ਗਏ, ਠੀਕ ਹੈ ਜੀ। ਟਰੱਕਿੰਗ ਜਿਹੜੀ ਹੈ, ਟਰੱਕਿੰਗ ਤਾਂ ਪੂਰੀ ਪੰਜਾਬੀਆਂ ਦੇ ਹੱਥ ਵਿੱਚ, ਵਰਲਡ ਭਰ ਦੀ, ਪੂਰੇ ਸੰਸਾਰ ਦੇ ਵਿੱਚ ਟਰੱਕਿੰਗ ਦੇ ਉੱਤੇ ਕਬਜ਼ਾ ਜਿਹੜਾ ਉਹ ਪੰਜਾਬੀਆਂ ਦਾ। ਕਬਜ਼ਾ ਦੀ ਸੈਂਸ ਇਹ ਨਹੀਂ ਕਿ ਨੈਗੇਟਿਵ ਦੀ ਗੱਲ ਹੈ, ਕਬਜ਼ਾ ਦੀ ਸੈਂਸ ਕਿ ਅਸੀਂ ਲੋਕ ਟਰੱਕਿੰਗ ਬੜਾ ਔਖਾ ਕਿੱਤਾ ਹੈ, ਬੜਾ ਔਖਾ ਧੰਦਾ ਹੈ, ਪਰ ਅਸੀਂ ਡਰਦੇ ਨਹੀਂ। ਅਸੀਂ ਕਹਿੰਦੇ ਨਾ ਸੱਪ ਦੀ ਸਿਰੀ ਤੋਂ ਅਸੀਂ ਡਾਲਰ ਚੱਕਦੇ ਹਾਂ, ਉਹ ਟਰੱਕਿੰਗ ਹੈ। ਸੱਪ ਦੀ ਸਿਰੀ ਤੋਂ ਟਰੱਕ ਵਾਲਾ ਕੰਮ, ਸੱਪ ਦੀ ਸਿਰੀ ਤੋਂ ਡਾਲਰ ਚੱਕਣ ਵਾਲੀ ਗੱਲ ਹੈ। ਪਰ ਅਸੀਂ ਬੜੇ ਮਿਹਨਤੀ ਲੋਕ ਹਾਂ, ਮਿਹਨਤ ਅਸੀਂ ਡਟ ਕੇ ਕਰਦੇ ਹਾਂ, ਕੈਲਕੂਲੇਸ਼ਨ ਨਹੀਂ ਕਰਦੇ। ਕੈਲਕੂਲੇਸ਼ਨ ਉਹੀ ਹੈ ਨਾ ਵੀ ਜਿਵੇਂ ਨਾਰਮਲੀ ਅਸੀਂ ਕਹਿ ਦਿੰਦੇ ਵੀ ਗੰਢਾ, ਮੂਲੀ, ਸਾਰਾ ਸਲਾਦ, ਜਿਵੇਂ ਭਾਈ ਨੇ ਗੱਲ ਕੀਤੀ ਸੀਗੀ, ਸੈਲਡ ਵਧੀਆ ਹੁੰਦਾ। ਲੇਕਿਨ ਕਹਿੰਦੇ ਕਿ ਕੱਚਾ ਗੰਢਾ, ਮੂਲੀ ਤੇ ਸਾਰਾ ਹੀ ਸਲਾਦ ਚੰਗਾ। ਕੱਚਾ ਅਮਰੂਦ, ਕੇਲਾ ਖਾਲੀ ਪੇਟ ਖਾਈਏ ਨਾ, ਵੀ ਉਹ ਤਾਂ ਵਧੀਆ ਨੇ, ਤੇ ਇਹ ਵੀ ਕੱਚੇ ਨੇ ਨਾ। ਪਰ ਕੱਚਾ ਅਮਰੂਦ, ਕੇਲਾ ਖਾਲੀ ਪੇਟ ਖਾਈਏ ਨਾ, ਕੱਚੇ ਹਦਵਾਣੇ, ਖਰਬੂਜੇ ਤੇ ਪਪੀਤਾ ਕੱਚਾ, ਕਦੇ ਵੀ ਜਵਾਕਾਂ ਤਾਂ ਹੀ ਰੱਜ ਕੇ ਖਵਾਈਏ ਨਾ। ਕਿਆ ਬਾਤ।
ਇਹ ਚੀਜ਼ਾਂ ਗੜਬੜ ਕਰਦੇ ਸੇਮ ਹੈ ਉਹ ਵੀ ਕੱਚੀਆਂ ਉਹ ਵੀ ਕੱਚੀਆਂ। ਹੁਣ ਇਹ ਸਿੱਖਣ ਦੀ ਗੱਲ ਜਿਵੇਂ ਅਸੀਂ ਗੱਲ ਕੀਤੀ ਮੈਂ ਉਹਦੇ ਨਾਲ ਰਿਲੇਟ ਕਰ ਰਿਹਾ, ਇਹਨੂੰ ਤੁਸੀਂ ਧਿਆਨ ਨਾਲ ਸੁਣ ਕੇ ਰਿਲੇਟ ਕਰਕੇ ਵੇਖਿਓ ਤੁਸੀਂ। ਹੁਣ ਕਹਿੰਦੇ ਜੀ ਤਰ ਖੀਰਾ ਗੋਂਗਲੂ, ਗੋਂਗਲੂ ਜਿਹਨੂੰ ਸ਼ਲਜਮ ਕਹਿ ਦਿੰਦੇ, ਕੋਈ ਸ਼ਲਗਮ ਵੀ ਕਹਿ ਦਿੰਦੇ ਆ। ਤਰ ਖੀਰਾ ਗੋਂਗਲੂ ਤੇ ਗਾਜਰ ਖਾ ਲਈਏ ਕੱਚੀ। ਹੁਣ ਜਿਹੜੀਆਂ ਚੀਜ਼ਾਂ ਕੱਚੀਆਂ ਤੁਸੀਂ ਖਾਂਦੇ ਜੀ, ਬਿਲਕੁਲ। ਤਰ ਖੀਰਾ ਗੋਂਗਲੂ ਤੇ ਗਾਜਰ ਖਾ ਲਈਏ ਕੱਚੀ, ਕੱਚਾ ਆਲੂ ਅਰਬੀ ਕਚਾਲੂ ਕਦੇ ਖਾਈਏ ਨਾ। ਮੂੰਹ ਪਾੜ ਦਿੰਦੀ ਅਰਬੀ ਕੱਚੀ ਖਾ ਕੇ, ਕਚਾਲੂ ਵੀ ਕੰਡੇ ਜਿਹੇ ਲੱਗੇ ਹੁੰਦੇ। ਹਾਂਜੀ, ਕੱਚਾ ਆਲੂ ਅਰਬੀ ਕਚਾਲੂ ਕਦੇ ਖਾਈਏ ਨਾ, ਤੇ ਕੱਚਾ ਕੱਦੂ ਤਲੀਆਂ ਤੇ ਮਲੀਏ ਤੇ ਠੰਡ ਪੈਂਦੀ। ਕਹਿੰਦੇ ਨਾ ਕੱਦੂ ਕੱਟ ਕੇ ਤਲੀਆਂ ਤੇ ਮਲੋ, ਕੱਚਾ ਕੱਦੂ ਤਲੀਆਂ ਤੇ ਮਲੀਏ ਤਾਂ ਠੰਡ ਪੈਂਦੀ। ਕੱਚੇ ਨਿੰਬੂਆਂ ਦੀ ਕਦੇ ਸਕੰਜਵੀ ਬਣਾਈਏ ਨਾ, ਕਿਉਂਕਿ ਕੱਚਾ ਨਿੰਬੂ ਕੌੜਾ ਹੁੰਦਾ ਬਹੁਤ। ਹੁਣ ਵੇਖੋ ਜੀ ਕੱਚੇ ਤੁੰਮੇ, ਤੁੰਮਾ ਇੱਕ ਬਹੁਤ ਕੌੜਾ ਖਰਬੂਜੇ ਦਾ ਚੀਜ਼ ਆ ਜਿਹਨੂੰ ਲੋਕੀ ਕੌੜ ਦੇ ਤੌਰ ਤੇ ਖਾਂਦੇ ਸੀਗੇ। ਹੁਣ ਕਹਿੰਦੇ ਜੀ ਕੱਚੇ ਤੁੰਮੇ ਚਾਸਕੂ ਦੀ ਕੌੜ ਕਦੇ ਮਰਦੀ ਨਾ। ਚਾਸਕੂ ਵੀ ਲੋਕੀ ਬਣਾਉਂਦੇ ਸੀ ਪੁਰਾਣੇ ਜਮਾਨੇ, ਕੌੜਾ ਬੜਾ ਹੁੰਦਾ ਸੀਗਾ। ਕੱਚੇ ਤੁੰਮੇ ਚਾਸਕੂ ਦੀ ਕੌੜ ਕਦੇ ਮਰਦੀ ਨਾ, ਤੇ ਪੱਕਿਆਂ ਅੰਬਾਂ ਦਾ ਅਚਾਰ ਕਦੇ ਬਣਾਈਏ ਨਾ। ਹਾਂ ਜੀ, ਅੰਬ ਪੱਕਾ ਫੇਗਾ ਅਚਾਰ ਕਿੱਥੋਂ ਬਣ ਜਾਊਗਾ, ਉਹ ਖਰਾਬ ਹੁੰਦਾ। ਹੁਣ ਵੇਖੋ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਵੈਸੇ, ਲੇਕਿਨ ਉੱਥੇ ਗੱਲ ਆਉਣਗੀ ਜ਼ਿੰਦਗੀ ਦੇ ਤਜਰਬੇ ਨੇ, ਇਹ ਤੁਹਾਨੂੰ ਨਾਲ ਹੀ। ਹੁਣ ਵੇਖੋ ਜੀ ਕਹਿੰਦੇ ਜੀ ਦੁੱਧ ਦਹੀਂ ਲੱਸੀ ਹੁੰਦੇ ਬਹੁਤ ਕਾਰੀ, ਹੁੰਦੇ ਬਹੁਤ ਗੁਣਕਾਰੀ। ਦੁੱਧ ਦਹੀਂ ਲੱਸੀ ਹੁੰਦੇ ਬਹੁਤ ਗੁਣਕਾਰੀ, ਪਰ ਨਜਲੇ ਹੈ ਜੇ ਤੇ ਕਦੀ ਭੁੱਲ ਕੇ ਪਿਆਈਏ ਨਾ। ਵੀ ਜਿਹਨੂੰ ਨਜਲਾ ਜ਼ੁਕਾਮ ਆ, ਗਲਾ ਖਰਾਬ, ਜਾਂ ਜਿਹਨੂੰ ਹੈਜੇ ਦੀ ਬਿਮਾਰੀ, ਉਹਨੂੰ ਕਦੀ ਭੁੱਲ ਕੇ ਪਿਆਈਏ ਨਾ। ਹੁਣ ਮਾਸਾਹਾਰੀ ਜਾਨਵਰ ਪਚਾ ਜਾਂਦੇ ਮਾਸ ਕੱਚਾ, ਤੇ ਨਿਰੀਆ ਬਿਮਾਰੀ ਕਦੇ ਕੱਚਾ ਮਾਸ ਖਾਈਏ ਨਾ। ਬੰਦਾ ਨਹੀਂ ਖਾ ਸਕਦਾ। ਹਾਂ, ਮਾਸਾਹਾਰੀ ਜਾਨਵਰ। ਹੁਣ ਉਹੀ ਗੱਲ ਕਰ ਰਹੇ ਵੀ ਇਧਰੋਂ ਫਾਇਦੇ ਤੋਂ ਸ਼ੇਰ ਨੇ ਹੁਣ ਅੱਗ ਥੋੜੀ ਬਾਲੀ ਇੱਥੇ। ਬਿਲਕੁਲ ਜੀ। ਹੁਣ ਵੇਖੋ ਜੀ ਬਹੁਤੇ ਜਿਹੜੇ ਹੁੰਦੇ ਆ ਕੌੜੇ ਤੇ ਜਾਂ ਜਿਹੜੇ ਖੱਟੇ ਹੁੰਦੇ ਆ, ਕੌੜੇ ਅਤੇ ਖੱਟੇ ਹੁੰਦੇ ਬਹੁਤੇ ਫਲ ਕੱਚੇ, ਤੇ ਕੱਚਾ ਗੰਢਾ ਅਚਾਰ ਕਦੇ ਖੰਘ ਵਿੱਚ ਖਾਈਏ ਨਾ। ਤੇ ਖੰਘ ਲੱਗੀ ਹੈ ਤੇ ਫਿਰ ਫਸ ਗਿਆ ਬੰਦਾ, ਬਸ ਉਸ ਵੇਲੇ ਜ਼ੁਕਾਮ ਹੋ ਜਾਣਾ। ਹੁਣ ਆ ਗਈ ਸਾਡੇ ਵਾਲੇ ਪਾਸੇ ਗੱਲ ਵੀ ਕੱਚਾ ਕਲਾਕਾਰ ਨਾ ਸਟੇਜ ਉੱਤੇ ਚਾੜੀਏ ਜੀ, ਜੇ ਚੜ ਜਾਵੇ ਪੱਕਾ ਕਦੇ ਰਾਗ ਗਵਾਈਏ ਨਾ। ਹੁਣ ਤੇ ਉਹਨੂੰ ਕਹੋ ਵੀ ਪੱਕਾ ਗਾ, ਜੇ ਕੋਈ ਬੜਾ ਮੰਜਿਆ ਹੋਇਆ ਕਲਾਕਾਰ ਆ ਤੇ ਉਹਨੂੰ ਕੋਲ ਪੱਕਾ ਰਾਗ ਲਵਾ ਲਓ, ਤੁਹਾਨੂੰ ਸਮਝ ਨਹੀਂ ਆਉਣੀ ਕੀ ਕਹਿੰਦਾ। ਉਹ ਲਾ ਵੀ ਲਾਊਗਾ। ਹੁਣ ਮੇਰੇ ਵਰਗਾ ਕੱਚਾ ਤੇ ਉਹਨੂੰ ਕਹੋ ਵੀ ਭਾਈ ਸਾਹ ਹੀ ਰੱਖ ਲਓ, ਹਾਂ ਤੇ ਸਾਹ ਰੱਖਣੇ, ਸਾਹ ਤੇ ਰੱਖਿਆ ਜਾਣਾ ਨਾ। ਸਾਹ ਹੀ ਨਹੀਂ ਸੂਤ ਆਉਂਦਾ, ਸਾਹ ਹੀ ਨਹੀਂ ਸੂਤ ਆਉਂਦਾ, ਬਹੁਤੇ ਕੋਲ ਸਾਹ ਵੀ ਨਹੀਂ ਰੱਖਿਆ ਜਾਂਦਾ। ਹੁਣ ਵੇਖੋ ਜੀ ਕੱਚਾ ਕਲਾਕਾਰ ਕਦੇ ਸਟੇਜ ਉੱਤੇ ਚਾੜੀਏ ਨਾ, ਤੇ ਜੇ ਚੜ ਜਾਵੇ ਤਾਂ ਪੱਕਾ ਰਾਗ ਗਵਾਈਏ ਨਾ। ਕੱਚੀਆਂ ਕੰਧਾਂ ਦੀ ਨਾ ਮੀਂਹ 'ਚ ਮਿਆਦ ਹੁੰਦੀ। ਪਿੱਛੇ ਹੁੰਦੇ ਕੱਚੇ ਕੋਠੇ ਤੇ ਮੀਂਹ ਪੈਣਾ ਤਾਂ ਡਿੱਗ ਪਊਗੀ। ਕੱਚੀਆਂ ਕੰਧਾਂ ਦੀ ਨਾ ਮੀਂਹ 'ਚ ਮਿਆਦ ਹੁੰਦੀ, ਤੇ ਕੱਚੇ ਮਿਸਤਰੀ ਕੋ ਕਦੇ ਮਕਾਨ ਬਣਵਾਈਏ ਨਾ, ਜਾਂ ਕੰਧ ਵਿੰਗੀ ਕਰ ਦੂ ਛੱਤ ਤੋਂ ਬਿਨਾਂ। ਉਹ ਤਾਂ ਸ਼ੁਕਰ ਕਰੋ ਜੀ ਤੁਸੀਂ ਕੈਨੇਡਾ 'ਚ ਰਹਿੰਦੇ ਹੋ, ਇੱਥੇ ਤਾਂ ਤੁਸੀਂ ਕੋਈ ਚੀਜ਼ ਵੀ ਬਣਾਉਂਦੇ ਹੋ ਤੇ ਸਿਟੀ ਵਾਲਿਆਂ ਦੇ ਕੋਲੋਂ ਪਰਮਿਟ ਲੈਣਾ ਪੈਂਦਾ। ਉਹ ਮੁੜ ਕੇ ਆ ਕੇ ਇੰਸਪੈਕਸ਼ਨ ਕਰਦੇ ਕਿ ਉਹਨਾਂ ਦੇ ਪਰਮਿਟ ਦੇ ਮੁਤਾਬਕ ਕੰਸਟਰਕਸ਼ਨ ਹੋਈ ਹੈ, ਤੇ ਜੇ ਇੱਥੇ ਨਾ ਹੋਵੇ ਇੰਡੀਆ ਵਾਲਾ ਹਿਸਾਬ ਹੋਵੇ ਤੇ ਕੋਠਿਆਂ ਉਹ ਤੁਹਾਡੀ ਜਗ੍ਹਾ ਵੱਧ ਗਈ। ਬੀਬੀ ਜੇ ਕਹਿੰਦਾ ਉੱਤੋਂ ਆਓ ਗਾਡਰ, ਮੇਰੇ ਵਰਗਾ ਠੀਕ ਹੈ ਨਾ, ਮਿਸਤਰੀ ਲਾ ਲਿਆ, ਉਹ ਥੱਲੇ ਕੰਧ ਕਰਦਾ ਟੇਢੀ ਉੱਤੋਂ ਖੁੱਲੀ ਕਰਕੇ ਉਹਨਾਂ ਗਾਡਰ 11 ਫੁੱਟ ਦੇ ਹੁੰਦੇ ਜਾਂ 13 ਫੁੱਟ ਦੇ ਹੁੰਦੇ, ਉਹ 11 ਫੁੱਟ ਦਾ ਗਾਡਰ ਬਹੁਤ ਥੱਲੇ ਡਿੱਗ ਪਿਆ ਕਰੇ। ਉਹ ਕਹਿੰਦਾ ਬੀਬੀ ਤੇ ਜਗ੍ਹਾ ਖੁੱਲੀ ਹੋ ਗਈ ਆਪਣੀ, ਵੇਖੋ ਕਿੰਨਾ ਵੱਡਾ ਉਤਰਿਆ ਥੱਲੇ ਮੇਤ ਉੱਤੇ, ਵੇਖ ਤੂੰ ਮੂੰਹ ਖੋਲਤਾ ਹੀ। ਤੇ ਵੇਖੋ ਜੀ ਹੁਣ ਕੱਚੀਆਂ ਕੰਧਾਂ ਦੀ ਨਾ ਮੀਂਹ 'ਚ ਮਿਆਦ ਹੁੰਦੀ, ਕੱਚੇ ਮਿਸਤਰੀ ਤੋਂ ਕਦੀ ਮਕਾਨ ਬਣਵਾਈਏ ਨਾ। ਹੁਣ ਵੇਖੋ ਜੀ ਸੁਹਾਗਾ ਤੇ ਫਲਾ ਇਹ ਪੁਰਾਣੇ ਦੋਵੇਂ ਚੀਜ਼ਾਂ ਨੇ। ਅੱਜ ਕੱਲ੍ਹ ਸੁਹਾਗਾ ਚੱਲਦਾ ਵਾ। ਸੁਹਾਗਾ ਤੇ ਫਲਾ ਕੱਚੀ ਲੱਕੜ ਦਾ ਜੋੜੀਏ ਨਾ, ਕਿਉਂਕਿ ਉਹ ਕੱਸ ਕੇ ਜਾਂਦੀ ਜਾਂ ਟੁੱਟ ਜਾਂਦਾ ਹੈ ਛੇਤੀ। ਪਹਿਲਾਂ ਹੁੰਦੇ ਪੁਰਾਣੇ ਕੱਚੀ ਲੱਕੜ ਦੇ ਸੀਗੇ। ਤੇ ਗਿੱਲੀ ਲੱਕੜ ਕਦੀ ਸਿਰੇ, ਕੱਚੀ ਦੇ ਨਹੀਂ ਟਾਹਲੀ ਦੇ ਬਣਾਉਂਦੇ ਸੀ। ਹਾਂਜੀ, ਪੱਕੀ ਲੱਕੜ ਦੇ ਬਣਾਉਂਦੇ, ਕੱਚੀ ਦੇ ਨਹੀਂ ਬਣਦੇ ਜੀ। ਕੱਚੀ ਦੇ ਪੱਕੀ ਦੇ, ਹਾਂਜੀ, ਕੱਚੀ ਦਾ ਕਦੇ ਜੋੜੀਏ ਨਾ। ਸੁਹਾਗਾ ਤੇ ਫਲਾ ਕਦੀ ਕੱਚੀ ਲੱਕੜ ਦਾ ਜੋੜੀਏ ਨਾ। ਤੇ ਹੁਣ ਵੇਖੋ ਜੀ ਅੱਗੋਂ ਗੱਲ ਆਉਣ ਲੱਗੀ ਜੀ, ਗਿੱਲੀ ਲੱਕੜ ਕਦੇ ਸਿਵਿਆਂ ਤੇ ਪਾਈਏ ਨਾ। ਕਈ ਲੋਕਾਂ ਦਾ ਜ਼ਿਕਰ ਹੁੰਦਾ ਕਿ ਪਾਉਂਦੇ ਆ, ਲੇਕਿਨ ਉਹ ਗਿੱਲੀ ਨਹੀਂ ਹੁੰਦੀ, ਉਹ ਥੋੜੀ ਜਿਹੀ ਨਮੀ ਹੁੰਦੀ ਆ, ਕਿਉਂਕਿ ਉਹ ਜ਼ਿਆਦਾ ਚਿਰ ਧੁਖਦੀ ਰਹੇ। ਗਿੱਲੀ ਲੱਕੜ ਬਲਦੀ ਨਹੀਂ, ਸਿਵਾ ਬਲਦਾ ਨਹੀਂ। ਗਿੱਲੀ ਲੱਕੜ ਭਾਵੇਂ ਲੱਖ ਪਾਥੀਆਂ ਲਾ ਲਓ, ਭਾਵੇਂ ਲੱਖ ਸੰਕੜੇ ਲਾ ਲਓ, ਗਿੱਲੀ ਲੱਕੜ ਕਦੇ ਸਿਵਿਆਂ ਤੇ ਪਾਈਏ ਨਾ। ਤੇ ਕੱਚਾ ਤਰਖਾਣ ਸਦਾ ਮਾਰ ਖਾਊ ਗੁਣੀਏ ਤੋਂ। ਗੁਣੀਆਂ ਇਹ ਤੇ ਉਹ ਸ਼ਬਦ ਨੇ ਜੀ ਜਿਹੜੇ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ ਵੀ ਹੱਸਣਗੇ, ਤੇ ਨਾਲੇ ਉਹਨਾਂ ਨੂੰ ਪਤਾ ਲੱਗੇਗਾ ਗੁਣੀਆਂ ਹੁੰਦਾ ਕੀ ਆ। ਕੱਚਾ ਤਰਖਾਣ ਸਦਾ ਮਾਰ ਖਾਊ ਗੁਣੀਏ ਤੋਂ। ਗੁਣੀਆਂ ਦਾ ਫੜ ਕੇ ਰੱਖ ਕੇ ਮਿਣਦੇ ਆ ਕਿ ਲੱਕੜ ਐਨ ਸਿੱਧੀ ਆ, ਐਨ ਸਿੱਧੀ, ਫਾੜ ਤੇ ਨਹੀਂ ਪੈਂਦੀ ਉਹ 'ਚ, ਕਾਣੋ ਤਾਂ ਨਹੀਂ ਆਉਂਦੀ। ਸਾਲ ਵੀ ਹੁੰਦੀ, ਇੱਕ ਸਾਲ ਹੁੰਦੀ ਗੁਣੀਆਂ, ਸਾਲ ਮਿਸਤਰੀ ਲਾ ਰੱਤਦਾ, ਗੁਣੀਆਂ ਜਿਹੜਾ ਤਰਖਾਣ ਵਰਤਦੇ। ਹੁਣ ਵੇਖੋ ਜੀ ਕੱਚਾ ਤਰਖਾਣ ਸਦਾ ਮਾਰ ਖਾਊ ਗੁਣੀਏ ਤੋਂ, ਤੇ ਸੰਦਲ ਬਿਆਰ ਉਹਨੂੰ ਭੁੱਲ ਕੇ ਫੜਾਈ। ਸਭ ਤੋਂ ਮਹਿੰਗੀਆਂ ਲੱਕੜਾਂ ਹੁੰਦੀਆਂ
ਸੰਦਲ ਤੇ ਬਿਆਰ, ਬਿਲਕੁਲ ਬਿਲਕੁਲ, ਉਹਨੂੰ ਭੁੱਲ ਕੇ ਫੜਾਈਏ ਨਾ ਤੇ ਬਹੁਤੀ ਵਾਰ ਰਿਸ਼ਤਾ ਵਿਗਾੜਦਾ ਵਿਚੋਲਾ ਕੱਚਾ। ਹੁਣ ਦੂਜੇ ਪਾਸੇ ਜੋ ਗ੍ਰਿਸ਼ਤੀ 'ਚ ਵੀ ਸੇਮ ਚੀਜ਼ਾਂ ਨੇ, ਜੋ ਮੈਂ ਅਸੀਂ ਉੱਧਰ ਬਿਜ਼ਨਸ ਦੀਆਂ ਜਾਂ ਦੂਜੀਆਂ ਗੱਲ ਕੀਤੀਆਂ ਸੀ। ਬਹੁਤੀ ਵਾਰ ਰਿਸ਼ਤਾ ਵਿਗਾੜਦੇ ਵਿਚੋਲਾ ਕੱਚਾ, ਤੇ ਕੱਚਾ ਹਲਵਾਈ ਕਦੀ ਬਰਾਤ ਉੱਤੇ ਲਾਈਏ ਨਾ, ਕਿਉਂਕਿ ਉੱਥੇ ਤੁਹਾਡੀ ਪਹੁੰਚ ਬਣਨੀ ਹੁੰਦੀ ਹੈ, ਸਾਰਾ ਕੁਝ ਇੱਜ਼ਤ ਉਹਨੇ ਬਣਾਉਣੀ ਹੁੰਦੀ, ਇੱਜ਼ਤ ਬਣਾਉਣੀ ਹੁੰਦੀ। ਤੇ ਕੱਚਾ ਹਲਵਾਈ ਕਦੀ ਬਰਾਤ ਉੱਤੇ ਲਾਈਏ ਨਾ, ਤੇ ਕੱਚੇ ਰਿਸ਼ਤੇ ਹੁੰਦੇ ਕੱਚੀਆਂ ਨੇ ਤੰਦਾਂ ਜਿਹੇ। ਕੀ ਬਾਤ, ਤੰਦਾਂ ਹੁੰਦੀਆਂ ਕੱਚੀਆਂ ਜਿਹੜੀਆਂ ਜਿੱਦਾਂ ਟੁੱਟ ਜਾਂਦੀਆਂ। ਕੱਚੇ ਰਿਸ਼ਤੇ ਨੇ ਹੁੰਦੇ ਕੱਚੀਆਂ ਤੰਦਾਂ ਜਿਹੇ, ਤੇ ਕੁੜਮਾਚਾਰੀ 'ਚ ਕਦੇ ਕੱਚ ਨੂੰ ਕਮਾਈਏ ਨਾ। ਪਿੱਛੇ ਲੋਕੀ ਕਹਿੰਦੇ ਨੇ ਵੀ ਕੁੜਮੀ ਜਾਣਾ ਧਿਆਨ ਨਾਲ, ਸਾਰ ਗੱਲ ਸੋਚ ਕੇ ਕਰਿਓ, ਚਾਹੇ ਤੁਸੀਂ ਬੇਟੀ ਦੇ ਜਾਣਾ ਚਾਹੇ ਬੇਟੇ ਦੇ ਜਾਣਾ, ਕਿਉਂਕਿ ਅਗਲੇ ਕਹਿਣਗੇ ਕੁੜਮ ਮੂਰਖ ਨੇ। ਜ਼ਬਾਨ ਬੰਦ ਹੀ ਰੱਖੋ, ਚੰਗੀ ਗੱਲ ਹੈ। ਕੁੜਮਾਚਾਰੀ 'ਚ ਕਦੇ ਕੱਚ ਨੂੰ ਕਮਾਈਏ ਨਾ, ਤੇ ਪੰਚਾਇਤ ਵਿੱਚ ਕਰੀਏ ਨਾ ਕਦੀ ਵੀ ਉਹ ਗੱਲ ਕੱਚੀ। ਪਿੱਛੇ ਕਹਿੰਦੇ ਯਾਰ ਉਹ ਬੰਦੇ ਨੂੰ ਪੰਚਾਇਤ ਸੱਦਣ ਦਾ ਕੀ ਫਾਇਦਾ, ਗੱਲ ਹੀ ਕੱਚੀ ਕਰਦਾ, ਉਹਨੂੰ ਬਹਿਣਾ ਨਹੀਂ ਆਉਂਦਾ। ਹਾਂਜੀ, ਪੰਚਾਇਤ ਵਿੱਚ ਕਰੀਏ ਨਾ ਕਦੀ ਉਹ ਗੱਲ ਕੱਚੀ, ਤੇ ਕੰਨਾਂ ਦਾ ਕੱਚਾ ਕਦੀ ਸਰਪੰਚ ਬਣਾਈਏ ਨਾ। ਇਹ ਤਾਂ ਬੜੀ ਸਿਆਣੀ ਗੱਲ ਹੈ ਜੀ, ਵੀ ਸਰਪੰਚ ਜਿਹੜਾ ਵਾ ਕੰਨਾਂ ਦਾ ਕੱਚਾ ਨਹੀਂ ਹੋਣਾ, ਕੰਨਾਂ ਦਾ ਕੱਚਾ ਨਹੀਂ ਹੋਣਾ। ਜਦੋਂ ਇੱਧਰ ਵੀ ਸੁਣ ਲਿਆ, ਅੱਛਾ ਆ ਗਿਆ, ਇੱਧਰ ਤੁਰਿਆ, ਇੱਧਰ ਦੀ ਗੱਲ ਉੱਧਰ, ਉੱਧਰ ਦੀ ਗੱਲ ਉੱਧਰ, ਬੇੜਾ ਕਰ ਕਰ। ਕੰਨਾਂ ਦਾ ਕੱਚਾ ਕਦੇ ਸਰਪੰਚ ਬਣਾਈਏ ਨਾ, ਤੇ ਕੱਚੇ ਹੱਥ ਫੜੀਏ ਨਾ ਵੈਰੀ ਨੂੰ ਮੈਦਾਨ ਵਿੱਚ, ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ। ਇਹ ਨਹੀਂ ਇਹ ਕਹਿੰਦੇ ਵੀ ਜ਼ਰੂਰੀ ਤੁਹਾਡਾ ਕਿਸੇ ਨਾਲ ਵੈਰ ਹੋਵੇ, ਜੇ ਤਾਂ ਤੁਹਾਡਾ ਆਪਣੇ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਵੈਰ ਆ, ਉਹ ਵੀ ਕਦੀ ਕੱਚੇ ਹੱਥ ਨਾਲ ਪੜੋ, ਪੱਕੇ ਹੱਥ ਪੜੋ ਵੀ ਹਾਂ ਖਤਮ ਕਰਨਾ ਹੈ। ਕੱਚੇ ਹੱਥ ਫੜੀਏ ਨਾ ਵੈਰੀ ਨੂੰ ਮੈਦਾਨ ਵਿੱਚ, ਤੇ ਕੱਚਾ ਪਹਿਲਵਾਨ ਕਦੀ ਛਿੰਝ ਚ ਘੁਲਾਈਏ ਨਾ, ਮੇਰੀ ਬੇਇੱਜ਼ਤੀ ਹੋਊਗੀ। ਬਿਲਕੁਲ, ਕਿਉਂਕਿ ਅਗਲਾ ਚੁੱਕ ਚੁੱਕ ਮਾਰਨਾ, ਜਿਹੜੇ ਪੱਕੇ ਪਹਿਲਵਾਨ ਹੁੰਦੇ ਲੱਕ ਤੋੜ ਦੇਣਾ ਉਹਦਾ। ਹਾਂਜੀ, ਕੱਚਾ ਪਹਿਲਵਾਨ ਕਦੇ ਛਿੰਝ ਚ ਘੁਲਾਈਏ ਨਾ, ਤੇ ਕੱਚਿਆਂ ਦੇ ਕੰਮ ਕੱਚੇ ਜਾਣਦਾ ਹੈ ਜੱਗ ਸਾਰਾ, ਤੇ ਕੱਚਾ ਘੜਾ ਲੈ ਕੇ ਸੋਹਣੀ ਵਾਂਗੂ ਤਾਰੀ ਲਾਈਏ ਨਾ। ਕੱਚਾ ਘੜਾ ਲੈ ਕੇ ਕਦੀ ਚਨਾ ਚ ਤਾਰੀ ਲਾਈਏ ਨਾ, ਤੇ ਆਪਣੀ ਔਕਾਤ ਤੋਂ ਨਾ ਵੱਧ ਕਦੇ ਖਰਚ ਕਰੀਏ, ਤੇ ਪੱਕਾ ਵੇਖ ਕਿਸੇ ਦਾ ਕੱਚਾ ਵੀ ਕਦੇ ਢਾਈਏ ਨਾ, ਤੇ ਕੱਚੇ ਪੇਪਰਾਂ 'ਚ ਫੇਲ ਹੋਈਏ ਚੱਲ ਜਾਂਦਾ। ਪਿੱਛੇ ਆਂਦੇ ਨੇ ਵੀ ਚਲੋ ਕੱਚੇ ਹੀ ਆ, ਫੇਲ ਹੋ ਗਿਆ ਫਿਰ ਕੀ ਬੱਚਾ। ਤੇ ਪੱਕਿਆਂ 'ਚ ਕਦੀ ਨੰਬਰ ਘੱਟ ਲਿਆਈਏ ਨਾ, ਤੇ ਕੱਚਾ ਗੁਰੂ ਉਸਤਾਦ ਤੇ ਰਿਆਜ਼ ਮਾੜਾ। ਕੱਚਾ ਗੁਰੂ ਉਸਤਾਦ ਤੇ ਰਿਆਜ਼ ਜਿਹੜੇ ਕਲਾਕਾਰ ਕਰਦੇ ਮਾੜਾ। ਧੀ ਭੈਣ ਕਦੇ ਕੱਲੀ ਸਾਧਾਂ ਕੋ ਘਲਾਈਏ ਨਾ, ਕੱਚੀਆਂ ਧਾਤਾਂ ਦੇ ਨਾ ਬਣਦੇ ਜਹਾਜ਼ ਬਾਊ। ਫਿਰ ਭਾਜੀ ਨੇ ਕਹਿਣਾ ਤੇਰਾ ਨਾਮ ਯਾਰ। ਕੱਚੀਆਂ ਧਾਤਾਂ ਦੇ ਨਾ ਬਣਦੇ ਜਹਾਜ਼ ਬਾਊ, ਤੇ ਕੱਚੇ ਲੋਹੇ ਨਾਲ ਕਦੀ ਪਟੜੀ ਵਿਛਾਈਏ ਨਾ, ਜਿਹੜੀ ਰੇਲ ਦੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਨੋਟ ਕਰਕੇ ਰੱਖਿਓ, ਗੱਲਾਂ ਜੇ ਕੰਮ ਆਉਣਗੀਆਂ ਜੀ। ਹੁਣ ਵੇਖੋ ਜੀ, ਕੱਚਾ ਡਰਾਈਵਰ ਨਾ ਲਿਜਾਈਏ ਪਹਾੜਾਂ ਉੱਤੇ, ਕਿਉਂਕਿ ਸਭ ਤੋਂ ਔਖੀ ਡਰਾਈਵਰੀ ਕਹਿੰਦੇ ਪਹਾੜਾਂ ਦੀ ਆ, ਮੋੜ ਘੋੜੀ ਬੜੇ ਹੁੰਦੇ। ਹਾਂਜੀ, ਕੱਚਾ ਡਰਾਈਵਰ ਨਾ ਲਿਜਾਈਏ ਪਹਾੜਾਂ ਉੱਤੇ, ਤੇ ਕੱਚੇ ਮਕੈਨਿਕਾਂ ਤੋਂ ਕਦੇ ਸੰਦ ਬਣਵਾਈਏ ਨਾ। ਕੱਚਾ ਵਕੀਲ ਤੇ ਹਕੀਮ ਸਦਾ ਮਾਰ ਦਿੰਦੇ। ਅੱਜ ਸਾਰੀਆਂ ਗੱਲਾਂ ਇਹਨਾਂ ਨੇ ਖੋਲ ਦੇਣੇ ਭੇਤ। ਹਾਂਜੀ, ਕੱਚਾ ਵਕੀਲ ਤੇ ਹਕੀਮ ਸਦਾ ਮਾਰ ਦਿੰਦੇ, ਤੇ ਕੱਚੇ ਪੈਰੀ ਥਾਣੇ ਤੇ ਕਚਹਿਰੀ ਕਦੇ ਜਾਈਏ ਨਾ। ਬਿਲਕੁਲ, ਜੇ ਸੱਚਿਆਂ ਦੇ ਜਾਓ। ਹਾਂਜੀ, ਕੱਚੇ ਪੈਰੀ ਹਾਂਜੀ ਕਦੀ ਨਾ ਜਾਓ, ਪੱਕੇ ਪੈਰੀ ਜਾਣਾ ਚਾਹੀਦਾ। ਪੱਕੇ ਪੈਰੀ ਜਾਓ, ਮਾਇਆ ਧੇਲਾ ਜੋ ਵੀ ਵਕੀਲ ਸ਼ਕੀਲ ਸਭ ਨਾਲ ਲੈ ਕੇ ਰੱਖੋ, ਕਿਉਂਕਿ ਪਤਾ ਨਹੀਂ ਤੁਸੀਂ ਕਦੋਂ ਫਸ ਜਾਣਾ। ਬਿਲਕੁਲ, ਕੱਚੇ ਪੈਰੀ ਥਾਣੇ ਤੇ ਕਚਹਿਰੀ ਕਦੇ ਜਾਈਏ ਨਾ। ਕੱਚੀ ਉਮਰੇ ਬਹੁਤੀ ਸ਼ਹਿ ਨਾ ਦਈਏ ਪੈਸੇ ਦੀ। ਬੱਚਿਆਂ ਨੂੰ ਕੱਚੀ ਉਮਰੇ ਬਹੁਤੀ ਸ਼ਹਿ ਨਾ ਦਈਏ ਪੈਸੇ ਦੀ, ਤੇ ਜਵਾਕਾਂ ਕੋਲੋਂ ਅਸਲਾ ਤੇ ਸੰਦ ਚਲਵਾਈਏ ਨਾ। ਬਿਲਕੁਲ, ਸੰਦ ਕਹਿੰਦੇ ਜਿਵੇਂ ਟਰੈਕਟਰ ਹੋ ਗਿਆ, ਕੋਈ ਵੀ ਚੀਜ਼ ਕੋਈ ਵੀ ਚੀਜ਼ ਜਿਹੜੀ, ਹਾਂਜੀ ਤੁਸੀਂ ਆਰੀ ਫੜਾ ਦਿਓ ਬੱਚੇ ਨੂੰ ਹੱਥ ਵਿੱਚ ਵੀ ਇਹ ਕੱਟਣੀ ਆ, ਤੇ ਉਹ ਹੋ ਸਕਦਾ ਟਾਣੀ ਨਾ ਕੱਟ ਹੋਵੇ ਤਾਂ ਹੱਥ ਹੀ ਕੱਟਿਆ ਜਾਵੇ। ਕਈ ਵਾਰ ਹੋਇਆ ਜੀ ਬੱਚੇ ਕੋਲ ਗੋਲੀ ਚੱਲ ਗਈ ਜਾਂ ਕੁਛ, ਤਾਂ ਹੀ ਕਹਿੰਦੇ ਕਿ ਜਵਾਕਾਂ ਕੋਲੋਂ ਅਸਲਾ ਤੇ ਸੰਦ ਚਲਵਾਈਏ। ਬਿਲਕੁਲ ਗੱਲ ਠੀਕ ਹੈ ਬੱਲ ਸਾਹਿਬ, ਅੱਜ ਪੂਰੇ ਮੂਡ 'ਚ ਆਏ ਇਸ ਗੱਲ ਦੇ ਕਿ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਜਿਹਨਾਂ ਗੱਲਾਂ ਕਰਕੇ ਆਉਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਰਿਵਾਈਵ ਕੀਤਾ ਜਾਵੇ, ਦੱਸਿਆ ਜਾਵੇ, ਚੇਤੇ ਕਰਾਇਆ ਜਾਵੇ। ਬਿਲਕੁਲ, ਚੇਤੇ ਕਰਾਉਣ ਦੀ ਗੱਲਾਂ ਤੁਸੀਂ ਕਰਦੇ ਪਏ। ਹਾਂ ਬਿਲਕੁਲ ਜੀ, ਸ਼ੁਰੂ ਕਿੱਥੋਂ ਕੀਤੀਆਂ ਵੀ ਅੰਬ ਦਾ ਅਚਾਰ ਇਦਾਂ ਪਾਉਣਾ, ਨਿੰਬੂ ਇਦਾਂ ਕੱਚਾ ਚਾਹੀਦਾ ਪੱਕਾ ਚਾਹੀਦਾ, ਤੇ ਗੱਲ ਲਿਆ ਕੇ ਕਿੱਥੇ ਰੱਖੀ ਹੈਗੀ ਹੈ। ਇਹ ਸਾਰੀ ਜ਼ਿੰਦਗੀ ਦੇ ਤੱਤ ਹੈ, ਇਹ ਸੱਚਾਈ ਆ। ਇਹਨਾਂ ਸੱਚਾਈਆਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਜੇ ਇਹ ਸੱਚਾਈਆਂ ਬਾਰੇ ਅਸੀਂ ਗਿਆਨਵਾਨ ਹੋ ਜਾਈਏ, ਸਮਝ ਲੱਗ ਜਾਵੇ, ਤੇ ਸ਼ਾਇਦ ਜਿਹੜੀਆਂ ਅਸੀਂ ਮੁਸ਼ਕਲਾਂ ਕਈ ਵਾਰੀ ਸਾਨੂੰ ਲੱਗਦਾ ਕਿ ਸਾਥੋਂ ਗਲਤੀ ਹੋ ਗਈ, ਗਲਤੀ 4 ਸਾਲ ਪਹਿਲਾਂ ਹੋਈ ਹੁੰਦੀ, ਉਹ ਹੋਵੇ ਹੀ ਨਾ ਉਸ ਵੇਲੇ। ਬਿਲਕੁਲ ਜੀ ਬਿਲਕੁਲ। ਕਈ ਵਾਰ ਅਸੀਂ ਕਹਿੰਦੇ ਕਿ ਬੱਚਿਆਂ ਨੂੰ ਸਿਖਾਇਆ ਨਹੀਂ, ਇੱਧਰ ਆ ਕੇ ਟੈਨਸ਼ਨ 'ਚ ਆ ਗਏ, ਜੇ ਹੋ ਗਏ ਉਹ ਵੀ ਕੱਚ ਪੁਣਾ। ਬਿਲਕੁਲ, ਅਸੀਂ ਇੱਧਰ ਆ ਕੇ ਕੋਈ ਗਲਤ ਮਲਤ ਕੰਮ ਕਰ ਲੈਂਦੇ, ਉਹ ਵੀ ਕੱਚ ਪੁਣਾ। ਬਿਲਕੁਲ, ਅਸੀਂ ਜਲਦੀ ਪੈਸੇ ਦੀ ਲਾਲਚ 'ਚ ਕਿਸੇ ਨਸ਼ੇ ਵੇਚਣ ਵਾਲੇ ਨਾਲ ਜੁੜ ਗਏ,
ਜਾਂ ਕਿਸੇ 2 ਨੰਬਰ ਦੇ ਕੰਮ ਕਰਨ ਵਾਲੇ ਨਾਲ ਇੱਧਰ ਆ ਕੇ ਜੁੜ ਗਏ, ਉਹ ਵੀ ਕੱਚਪੁਣਾ, ਕਿਉਂਕਿ ਅਜੇ ਉਧਰ ਤੇ ਬੰਦਾ ਉਧਰ ਵੀ ਵੈਸੇ ਹੁਣ ਤੇ ਕੋਈ ਨਹੀਂ ਛੁੱਟਦਾ, ਕਿਉਂਕਿ ਐਡੀਆਂ ਵੱਡੀਆਂ ਉਹ ਕਹਿੰਦੇ ਜਿੱਥੇ ਸਰਕਾਰਾਂ, ਉਹ ਕਹਿੰਦੇ ਨਾ ਜਿੱਥੇ ਗਲਤ ਪਾਸੇ ਨਾਲ ਉਹ ਗੱਲ ਨੂੰ ਲੈ ਜਾਓ, ਜਿੱਥੇ ਕਹਿੰਦੇ ਕਿ ਜਿਹੜੇ ਸਰਕਾਰਾਂ ਤੁਰ ਗਈਆਂ, ਵੱਡੇ ਵੱਡੇ ਲੀਡਰ ਤੁਰ ਗਏ, ਉੱਥੇ ਆਮ ਬੰਦੇ ਦੀ ਤੇ ਜੇਲ੍ਹ ਆਮ ਹੀ ਆ। ਸਰਕਾਰਾਂ ਦੀ ਜਾਂ ਵੱਡੇ ਵੱਡੇ ਲੀਡਰਾਂ ਦੇ ਤੁਰਨ ਦੀ ਗੱਲ ਕਰਦੇ, ਤਾਜ਼ੀ ਗੱਲ ਹੈ ਜੀ ਇੱਕ ਕਾਂਗਰਸ ਦੇ ਪ੍ਰਧਾਨ ਜਿਹੜੇ ਸੀਗੇ ਹਾਂਜੀ ਸੁਨੀਲ ਜਾਖੜ, ਹਾਂਜੀ ਹਾਂਜੀ, ਉਹਨਾਂ ਨੇ ਕਹਿੰਦੇ ਜੀ ਕਾਂਗਰਸ ਨੂੰ ਬਾਏ ਬਾਏ ਕਰ ਦਿੱਤੀ। ਬਾਏ ਬਾਏ ਦਾ ਮਤਲਬ ਛੱਡ ਦਿੱਤੀ ਜੀ ਜੀ। ਉਹਨਾਂ ਦੀ ਪੀੜ ਕੀ ਆ, ਦਰਦ ਕੀ ਆ ਉਹਨਾਂ ਦਾ? ਉਹਨਾਂ ਦਾ ਦਰਦ ਇਹ ਹੈ ਜੀ ਕਿ ਮੈਂ ਤਾਂ ਮੁੱਖ ਮੰਤਰੀ ਬਣਦਾ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ, ਪਰ ਮੈਨੂੰ ਬਣਾਇਆ ਨਹੀਂ ਗਿਆ, ਇਹ ਕਹਿ ਕੇ ਕਿ ਮੈਂ ਤਾਂ ਹਿੰਦੂ ਹਾਂ ਤੇ ਪੰਜਾਬ ਵਿੱਚ ਜੇ ਮੁੱਖ ਮੰਤਰੀ ਬਣਨਾ ਤੇ ਸਿੱਖ ਬਣਨਾ ਚਾਹੀਦਾ। ਇੱਕ ਗੱਲ ਉਹਨਾਂ ਨੇ ਇਹ ਕਹੀ। ਦੂਜਾ ਉਹਨਾਂ ਨੇ ਕਿਹਾ ਕਿ ਮੈਨੂੰ ਸਿਰਫ ਕਾਂਗਰਸ ਦੀ ਪ੍ਰਧਾਨਗੀ ਤੋਂ ਇਸ ਕਰਕੇ ਲਾ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਨੂੰ ਬਣਾਤਾ ਕਿਉਂਕਿ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਬੰਦਾ ਸੀ। ਇਹ ਕਹਿ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬੰਦਾ ਉਹ ਹੁੰਦੇ ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਤੁਰ ਜਾਂਦੇ। ਹਾਂ, ਇਹ ਵੀ ਠੀਕ ਹੈ ਜੀ। ਜੇ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਬੰਦੇ ਹੁੰਦੇ ਜੀ। ਮੈਨੂੰ ਲੱਗਦਾ ਕਿ ਸੁਨੀਲ ਜਾਖੜ ਜਿਹੜੇ ਹੈ ਜੀ, ਉਹ ਇੱਕ ਇਹੋ ਜਿਹੀ ਸ਼ਖਸੀਅਤ ਆ ਵੀ ਸਾਰਿਆਂ ਦੇ ਫਿੱਟ ਆਉਂਦੇ ਸੀ। ਹਾਂ, ਨਾਲ ਮਿਲ ਕੇ ਚੱਲਣ ਵਾਲੇ ਬੰਦੇ ਕਿਹਾ ਜਾ ਸਕਦਾ। ਪਿਛਲੇ ਮਤਲਬ ਇਸ ਤਰੀਕੇ ਦੀ ਸ਼ਖਸੀਅਤ ਹੈਗੀ ਸੀ ਵੀ ਮੇਲ ਮਿਲਾਪ ਨਾਲ ਕੰਮ ਕੀਤਾ ਜਾਵੇ। ਪਰ ਇਹ ਗੱਲ ਉਹਨਾਂ ਨੂੰ ਬੜੀ ਚੁੱਭੀ ਕਿ ਦੇਖੋ ਜੀ ਜਿਹੜੀ ਕਾਂਗਰਸ ਲੀਡਰਸ਼ਿਪ ਹੈਗੀ ਆ, ਹਾਈ ਕਮਾਂਡ ਆ, ਉਹ ਫਿਰਕੂ ਸੋਚ ਰੱਖਦੀ ਆ। ਉਹ ਕਹਿੰਦੀ ਆ ਜੀ ਪੰਜਾਬ ਵਿੱਚ ਜੇ ਕਿਸੇ ਨੂੰ ਮੁੱਖ ਮੰਤਰੀ ਬਣਾਉਣਾ ਤਾਂ ਉਹਦੇ ਸਿਰ ਤੇ ਪੱਗ ਜ਼ਰੂਰ ਹੋਣੀ ਚਾਹੀਦੀ ਆ। ਜਿੱਦਾਂ ਭਗਵੰਤ ਮਾਨ ਦੀ ਗੱਲ, ਭਗਵੰਤ ਮਾਨ ਬਾਰੇ ਵੀ ਤੇ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਹੀ ਸੀਗਾ ਕਿ ਪੰਜਾਬ ਵਿੱਚ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਵਾ, ਉਹ ਭਾਵੇਂ ਮੂੰਹ ਨਹੀਂ ਸੀ ਕਹਿੰਦੇ ਭਗਵੰਤ ਮਾਨ ਹੋਊਗਾ, ਇਸ਼ਾਰਾ ਉਹਨਾਂ ਨੇ ਭਗਵੰਤ ਮਾਨ ਨੂੰ ਕਰਤਾ ਸੀ ਵੀ ਤੇਰੇ ਸਿਰ ਤੇ ਪੱਗ ਜਿਹੜੀ ਆ ਉਹ ਪੱਕੀ ਬੰਨਣੀ ਪਊਗੀ। ਇਹ ਨਹੀਂ ਹੈਗਾ ਕਿ ਜਦੋਂ ਮਰਜ਼ੀ ਲਾ ਕੇ ਕੱਚ ਤੇ ਲਓ ਤੇ ਇਹ ਇਦਾਂ ਦੀ ਗੱਲ। ਸੋ ਜਿਹੜੀ ਇਹ ਗੱਲ ਚੱਲੀ ਹੈ ਜੀ ਫਿਰਕਾ ਪ੍ਰਸਤੀ ਵਾਲੀ ਗੱਲ, ਇਹ ਗੱਲ ਨੂੰ ਵੀ ਪੰਜਾਬੀਆਂ ਨੂੰ ਬੜੇ ਧਿਆਨ ਨਾਲ, ਬੜੀ ਸਿਆਣਪ ਦੇ ਨਾਲ ਸਮਝਣ ਦੀ ਤੇ ਸੋਚਣ ਦੀ ਲੋੜ ਹੈ ਕਿ ਕੀ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਰਾਜਨੀਤਿਕ ਜਿਹੜੀ ਹਵਾ ਉਹਨੂੰ ਅਸੀਂ ਅਸੈਪਟ ਕਰਨਾ ਕਿ ਨਹੀਂ ਕਰਨਾ। ਹਿੰਦੂ ਸਿੱਖਾਂ ਦਾ ਮਸਲਾ ਜਿਹੜਾ ਉਹ ਬਹੁਤ ਚਿਰ ਪਹਿਲਾਂ ਵੀ ਕੋਸ਼ਿਸ਼ ਲੋਕਾਂ ਨੇ ਕੀਤੀ, ਚੱਲਿਆ ਨਹੀਂ। ਲੋਕਾਂ ਦੇ ਆਪਸ ਵਿੱਚ ਭਾਈਚਾਰੇ ਦੀ ਸਾਂਝ ਨੇ, ਭਾਈਚਾਰਕ ਸਾਂਝ ਨੇ, ਆਪਦੀਆਂ ਭਾਈਚਾਰਕ ਤੰਦਾਂ ਜਿਹੜੀਆਂ ਇੰਨੀਆਂ ਮਜ਼ਬੂਤ ਰੱਖੀਆਂ ਕਿ ਉਹਨਾਂ ਰਾਜਨੀਤਿਕ ਲੋਕਾਂ ਦੀ ਗੱਲ ਚੱਲਣ ਨਹੀਂ ਦਿੱਤੀ। ਇਹ ਗੱਲ ਹੁਣ ਫੇਰ ਹਵਾ ਲੈਣ ਲੱਗ ਪਈ, ਦੁਬਾਰਾ ਇਸ ਪਾਸੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਲ ਸਾਹਿਬ ਕੀ ਬਣੂਗਾ? ਵੈਸੇ ਭਾਜੀ ਕਹਿੰਦੇ ਕਿ ਜੇਬ 'ਚ ਗਾਂਧੀ ਹੋਵੇ, ਜੇਬ 'ਚ ਗਾਂਧੀ, ਸਿਰ ਦੇ ਉੱਤੇ ਹੱਥ ਹੋਵੇ ਜੇ ਗਾਂਧੀ ਦਾ, ਗਾਂਧੀ ਪਰਿਵਾਰ ਦਾ। ਹਾਂਜੀ ਹਾਂਜੀ ਹਾਂਜੀ। ਜੇਬ 'ਚ ਗਾਂਧੀ, ਸਿਰ ਤੇ ਹੋਵੇ ਹੱਥ ਹੋਵੇ ਜੇ ਗਾਂਧੀ ਪਰਿਵਾਰ ਦਾ, ਫਿਰ ਬੰਦਾ ਬੜਕਾ ਕਿਉਂ ਨਹੀਂ ਮਾਰਦਾ? ਬੜਕਾ ਕਿਉਂ ਨਹੀਂ ਮਾਰਦਾ? ਪਰ ਸੁਨੀਲ ਜਾਖੜ ਦੀਆਂ ਬੜਕਾਂ ਚੱਲੀਆਂ ਨੇ। ਨਹੀਂ, ਉਹ ਕਾਰਨ ਹੈ ਨਾ, ਗਾਂਧੀ ਪਰਿਵਾਰ ਦਾ ਹੱਥ ਖਿੱਚਿਆ ਗਿਆ, ਹੱਥ ਹੈ ਨਹੀਂ। ਤੇ ਜੇਬ ਵਾਲਾ ਗਾਂਧੀ ਜਿਹੜਾ ਇਕੱਲਾ ਕੁਝ ਨਹੀਂ ਕਰ ਸਕਦਾ। ਐਵੇਂ ਕਿਸੇ ਨੇ ਕਿਹਾ ਕਿ ਕਿਸਮਤ ਨਾਲ ਸਾਥ ਦੇਵੇ ਨਾ ਤੇ ਜੇਬ ਵਿਚਲਾ ਗਾਂਧੀ ਫੇਰ ਹੀ ਉਦੋਂ ਬੰਦੇ ਨੂੰ ਪੁੱਛ ਕਰਦਾ। ਤੇ ਜੇ ਅੱਗੋਂ ਕਿਸਮਤ ਸਾਥ ਨਾ ਦੇਵੇ, ਕਹਿੰਦੇ ਨਾ ਬਿਨਾਂ ਕਿਸਮਤ ਤੋਂ ਰਾਜੇ ਵੇਖੇ ਤਖਤਾਂ ਉੱਤੋਂ ਲੈਂਦੇ, ਤੇ ਕਿਸਮਤ ਦੇ ਨਾਲ ਵੇਖੇ ਮੰਗਤੇ ਤਖਤਾਂ ਉੱਤੇ ਬਹਿੰਦੇ। ਇਹਦੇ ਨਾਲ ਜੁੜਦੀ ਗੱਲ ਜਿਹੜੀ ਜੀ ਮੈਂ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਸਾਥੀ 'ਚ ਬੈਠੇ ਪੰਜਾਬੀ ਭੈਣ ਭਰਾਵਾਂ ਨੂੰ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਬਾਰੇ ਮੀਡੀਆ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਾਡੇ ਉੱਥੇ ਜਿਹੜਾ ਭਾਈਚਾਰਕ ਸਾਡੀ ਸਾਂਝ ਹੈ ਉਹਦੇ 'ਚ ਤਰੇੜਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ। ਤਰੇੜਾਂ ਪਾਉਣ ਦੇ ਲਈ ਕੌਣ ਜ਼ਿੰਮੇਵਾਰ ਹੈ? ਕੀ ਸਮੇਂ ਦੀ ਸਰਕਾਰ ਹੈ ਜਾਂ ਉਹ ਲੋਕ ਆ ਜਿਹੜੇ ਨਾ ਸਰਕਾਰ ਨੂੰ ਚੱਲਣ ਦੇਣਾ ਚਾਹੁੰਦੇ, ਨਾ ਪੰਜਾਬ ਨੂੰ ਚੱਲਣ ਦੇਣਾ ਚਾਹੁੰਦੇ? ਸੋ ਜੇ ਅਸੀਂ ਥੋੜ੍ਹਾ ਜਿਹਾ ਧਿਆਨ ਦਈਏ, ਸ਼ਾਇਦ ਅਸੀਂ ਉਹਨਾਂ ਦੀਆਂ ਚਾਲਾਂ ਨੂੰ ਕਾਮਯਾਬ ਨਾ ਹੋਣ ਦਈਏ। ਪਰ ਜੇ ਅਸੀਂ ਅਵੇਸਲੇ ਰਹੇ, ਯਾਨੀ ਗੱਲ ਵੀ ਨਾ ਕਰੀਏ ਵੀ ਕੋਈ ਨਹੀਂ ਜੀ ਹੁਣ ਤਾਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ, ਉਹਨਾਂ ਦੇ ਹੱਥਾਂ 'ਚ ਸੇਫ ਹੈ ਪੰਜਾਬ, ਜਾਂ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਪੰਜਾਬ ਬਾਰੇ ਬੜਾ ਫਿਕਰਮੰਦ ਹੈ, ਤੇ ਸ਼ਾਇਦ ਅਸੀਂ ਭੁਲੇਖੇ 'ਚ ਹੋਵਾਂਗੇ। ਫਿਕਰਮੰਦ ਤਾਂ ਉਹ ਆਪਦੀ ਕੁਰਸੀ ਲਈ ਹੈਗੇ। ਬਿਲਕੁਲ ਜੀ। ਵੇਖੋ, ਜਦੋਂ ਤੁਸੀਂ ਡਿਬੇਟਸ ਜਿਹਨੂੰ ਕਹਿੰਦੇ ਡਿਬੇਟਾਂ, ਫਿਰ ਉਹ ਗੱਲ ਹੋ ਜਿਹੜੀ ਅੰਗਰੇਜ਼ੀ ਗਲਤ ਹੋ ਜਾਂਦੀ, ਕਈ ਵਾਰ ਅਸੀਂ ਬੋਲਣ ਦੀ ਕੋਸ਼ਿਸ਼ ਕਰੀਏ। ਡਿਬੇਟਸ ਹੁੰਦੀਆਂ ਨੇ ਜਦੋਂ ਇਹਨਾਂ ਦੀਆਂ ਉੱਥੇ ਟੀਵੀ ਤੇ ਬਹਿਸ ਮੁਬਾਸੇ ਹੁੰਦੇ ਨੇ, ਸੁਣਿਆ ਹੀ ਨਾ ਕਰੋ। ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਸੁਣ ਰਿਹਾ ਤਾਂ ਕਿ ਬੀਜੇਪੀ ਦਾ ਕਹਿ ਰਹੇ ਜੀ ਭਗਵੰਤ ਮਾਨ ਲਾਇਕ ਹੀ ਨਹੀਂਗਾ ਮੁੱਖ ਮੰਤਰੀ ਬਣਨ ਦੇ। ਮੈਂ ਕਿਹਾ ਜੀ ਮੁੱਖ ਮੰਤਰੀ ਬਣਨ ਦੇ ਉਹੀ ਲਾਇਕ ਹੁੰਦਾ ਜਿਹੜਾ 4-5 ਹਜ਼ਾਰ ਕਿੱਲਾ ਜ਼ਮੀਨ ਬਣਾ ਲੇ।
ਜਾਂ ਬੜਾ ਵੱਡਾ ਇੱਕ ਫਾਰਮ ਹਾਊਸ ਬਣਾ ਲੇ ਤੇ ਕਰੋੜਾਂ ਰੁਪਇਆ ਖਾ ਲੇ, ਕੀ ਗੱਲ ਉਹੀ ਲਾਇਕ ਹੁੰਦਾ? ਉਹ ਬੰਦਾ ਲਾਇਕ ਨਹੀਂ ਜਿਹੜਾ ਪੈਸੇ ਨਹੀਂ ਖਾਂਦਾ, ਜਾਂ ਬੈਂਕਾਂ ਨੂੰ ਚੋਂਦਾ ਲੱਗ ਭੱਜਿਆ। ਉਹ ਬੰਦਾ ਲਾਇਕ, ਮੈਂ ਕਿਹਾ ਜਾਂ ਉਹ ਬੰਦਾ ਲਾਇਕ ਹੁੰਦਾ ਜਿਹੜਾ ਕੱਲ ਅਜੇ ਕੀ ਆਂਦੇ ਹੁੰਦੇ ਵੀ ਇੱਧਰ ਉੱਧਰ ਤੁਰਿਆ ਫਿਰਦਾ ਹੋਵੇ ਤੇ ਅੱਜ 10-10 ਲੱਖ ਦੇ ਸੂਟ ਪਾ ਲੇ। ਉਹ ਬੰਦਾ ਲਾਇਕ ਹੁੰਦਾ ਜਿਹੜਾ ਜਿਹਦੇ ਕੋਲ ਅੱਜ 70-72 ਕਰੋੜ ਰੁਪਇਆ 70-72 ਕਰੋੜ ਦੀ ਪ੍ਰਾਪਰਟੀ ਆ ਉਸ ਬੰਦੇ ਕੋਲ। ਹਾਂਜੀ ਹਾਂਜੀ ਬਿਲਕੁਲ। ਤੇ ਉਹ ਤੁਹਾਡਾ ਲਾਇਕ ਹੈ, ਤੇ ਉਹ ਬੰਦਾ ਲਾਇਕ ਨਹੀਂ ਜਿਹਦੇ ਕੋਲ ਵਿਚਾਰੇ ਕੋਲ ਆਪਣੇ ਕੰਮ ਕਰਨ ਦਿਓ, ਭਾਵੇਂ ਉਹ ਯਾਰ ਲਾਇਕ ਆ ਨਲਾਇਕ ਆ, ਜੋ ਬਣਾ ਲਿਆ ਨਾ ਹੁਣ ਉਹਨੂੰ 5 ਸਾਲ ਵੇਖ ਲਓ, ਨਹੀਂ ਤੇ ਬਦਲ ਲਿਓ। ਨਹੀਂ ਜੀ ਮੈਂ ਤਾਂ ਕਹਿੰਦਾ ਜੀ ਤੁਸੀਂ 5 ਮਿੰਟ ਨੂੰ ਦੇਖੋ, ਜਿੱਥੇ ਉਹ ਗਲਤ ਗੱਲ ਕਹਿੰਦਾ, ਮਤਲਬ ਚਲੋ ਮੈਨੂੰ ਕਹਿਣਾ ਚਾਹੀਦਾ ਕਿ ਜਿੱਥੇ ਉਹ ਗਲਤ ਗੱਲ ਕਹਿੰਦੇ ਮੁੱਖ ਮੰਤਰੀ ਆ, ਸਤਿਕਾਰਯੋਗ ਹੈਗੇ ਆ, ਜਿੱਥੇ ਭਾਈ ਉਹ ਗਲਤ ਕੋਈ ਸਟੈਪ ਤੁਹਾਨੂੰ ਲੱਗਦਾ ਉਹਨਾਂ ਦਾ, ਤੇ ਉੱਥੇ ਜ਼ਰੂਰ ਕਿੰਤੂ ਪਰੰਤੂ ਕਰਨਾ ਚਾਹੀਦਾ, ਰੌਲਾ ਵੀ ਪਾਉਣਾ ਚਾਹੀਦਾ, ਉਹਨਾਂ ਨੂੰ ਘੇਰਨਾ ਵੀ ਚਾਹੀਦਾ। ਜੇ ਤੁਸੀਂ ਅਵੇਸਡ ਰਹੇ ਤੇ ਸ਼ਾਇਦ ਮਨਮਰਜ਼ੀਆਂ ਕਰਨਗੇ, ਜੇ ਨਹੀਂ ਵੇਸਲੇ ਹੋਵੋਗੇ, ਚੌਕਸ ਹੋਵੋਗੇ, ਤੇ ਉਹਨਾਂ ਨੂੰ ਮਨਮਰਜ਼ੀ ਨਹੀਂ ਕਰਨ ਦੇਵੋਗੇ। ਤੁਸੀਂ ਪਿਛਲੇ ਦਿਨਾਂ 'ਚ ਤਜਰਬਾ ਕਰਕੇ ਵੇਖ ਲਿਆ, ਜਦੋਂ ਉਹਨਾਂ ਦੀ ਸਰਕਾਰ ਵੱਲੋਂ ਕੋਈ ਇਦਾਂ ਦਾ ਹੁਕਮ ਜਾਰੀ ਕੀਤਾ ਗਿਆ ਜਿਹੜਾ ਲੋਕਾਂ ਦੇ ਪੱਖ ਦਾ ਨਹੀਂ ਸੀ, ਲੋਕਾਂ ਨੇ ਰੌਲਾ ਪਾਇਆ ਤੇ ਉਹਨੂੰ ਵਾਪਸ ਲੈਣਾ ਪਿਆ। ਬਿਲਕੁਲ, ਮਤਲਬ ਕਿ ਇਹ ਆ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਚੀਜ਼ ਨਹੀਂ ਜੈਨੂਨ ਉਹਦੇ ਤੇ ਰੌਲਾ ਪਾਓ, ਇਹ ਨਾ ਰੌਲਾ ਪਾਓ ਕਿ ਜਿਹੜੀ ਚੀਜ਼ ਜਿਸ ਤਰ੍ਹਾਂ ਉਹ ਕਹਿੰਦੇ ਨਾ ਵੀ ਕਿਸੇ ਨੇ ਆਪਸ 'ਚ ਲੜਾਈ ਹੋ ਗਈ ਤੇ ਉਹ ਕਹਿੰਦੇ ਜੀ ਮਿਹਣੇ ਨੂੰ ਮਿਹਣਾ ਤੇਰਾ ਪਿਓ ਗੰਢਾ। ਵੀ ਹੁਣ ਦੱਸੋ ਪਿਓ ਦੇ ਕਦ ਦਾ ਕੋਈ ਲੜਾਈ ਦੇ ਨਾਲ ਕੋਈ ਲਿੰਕ ਹੈਗਾ? ਇਹ ਉਹ ਕੰਮ ਨਾ ਕਰਿਆ ਕਰੋ, ਜਾਂ ਇਹ ਨਾ ਕਰਿਆ ਕਰੋ ਜੀ ਤੁਹਾਡਾ ਮੁੰਡਾ ਗਲੀ 'ਚ ਲੰਘਿਆ ਜੀ, ਜਾਂਦਾ ਜਾਂਦਾ ਸਾਡੀ ਕੰਧ ਢਾਹ ਗਿਆ। ਉਹ ਕਹਿੰਦੇ ਮੁੰਡਾ ਤਾਂ ਵਿਚਾਰਾ 7-8 ਸਾਲਾਂ ਦਾ, ਕੰਧ ਕਿੱਦਾਂ ਢਾਹ ਗਿਆ? ਕਹਿੰਦੇ ਲੈ ਜਦੋਂ ਅਸੀਂ ਕਹਿੰਦੇ ਢਾਹ ਗਿਆ, ਉਹ ਬੰਦਾ ਕੰਮ ਕਰਿਆ ਕਰੋ ਵੀ ਜਿਹੜੀ ਚੀਜ਼ ਹੋਣੀ ਨਹੀਂ। ਨਹੀਂ ਜੀ ਮੈਂ ਸਾਹਿਬ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀਆਂ ਗੱਲਾਂ ਇਹ ਸ਼ਾਤਰ ਲੋਕ, ਚਲਾਕ ਲੋਕ, ਰਾਜਨੀਤਿਕ ਲੋਕ ਇਹੋ ਜਿਹੀਆਂ ਗੱਲਾਂ ਕਰਦੇ। ਆਮ ਸਧਾਰਨ ਬੰਦਾ ਜਿਹੜਾ ਨਾ ਜੀ, ਉਹਨੂੰ ਰੋਟੀ ਦੇ ਲਾਲੇ ਪਏ ਹੋਏ ਆ, ਉਹਨੂੰ ਫਿਕਰ ਹੈ, ਉਹਦਾ ਧੀ ਪੁੱਤ ਬੇਰੁਜ਼ਗਾਰ ਹੈ, ਕੰਮ ਨਹੀਂ ਲੱਭਦਾ, ਗਰੀਬੀ ਹੈ, ਠੀਕ ਹੈ, ਰੁਜ਼ਗਾਰ ਨਹੀਂ ਹੈਗਾ, ਜਾਂ ਉਹ ਕਰਪਸ਼ਨ ਦਾ ਮਾਰਿਆ ਹੋਇਆ ਹੈਗਾ, ਭ੍ਰਿਸ਼ਟਾਚਾਰੀ ਦਾ ਮਾਹੌਲ ਦਾ ਮਾਰਿਆ ਪਿਆ ਹੈਗਾ। ਇਹ ਉਹ ਆਮ ਲੋਕਾਂ ਦੀਆਂ ਗੱਲਾਂ ਹੈਗੀਆਂ। ਉਹਨਾਂ ਗੱਲਾਂ ਵੱਲ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ, ਲੋਕਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ। ਬਿਲਕੁਲ ਜੀ, ਆਪੋਜੀਸ਼ਨ ਦੇ ਜਿੰਨੇ ਲੀਡਰ ਤੁਸੀਂ ਇਸ ਟਾਈਮ ਇਹ ਧਿਆਨ ਦਿਓ ਵੀ ਚਲੋ ਜਿੰਨਾ ਗੰਦ ਪੈਣਾ ਸੀ ਪੈ ਗਿਆ, ਹੁਣ ਇਹ ਬੰਦਾ ਜਾਇਆ ਤੇ ਇਹਨੂੰ ਫੜ ਕੇ ਸੁਧਾਰ ਤੇ ਲਾਓ। ਤੇ ਜੇ ਤੁਸੀਂ ਇਹੀ ਚਾਹੁੰਦੇ ਜੇ ਵੀ ਅਸੀਂ ਵੀ ਰੌਲਾ ਪਾਈਏ ਤੇ ਉਹ ਵੀ ਟਾਲ ਛੱਡੇ, ਅਸੀਂ ਵੀ ਰੌਲਾ ਪਾਈਏ ਉਹ ਵੀ ਟਾਲ ਛੱਡੇ, ਫਿਰ ਤੇ ਉਹ 5 ਸਾਲ ਲੰਘ ਗਏ, ਫਿਰ ਬਾਅਦ 'ਚ ਭਗਵੰਤ ਮਾਨ ਨੂੰ ਰੋਂਦੇ ਫਿਰਾਂਗੇ। ਪਿਛਲੇ ਦਿਨਾਂ ਵਿੱਚ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਇੱਕ ਸਾਰੀਆਂ ਜਿਹੜੀਆਂ ਅਕਾਲੀ ਧਿਰਾਂ ਸੀ, ਅਕਾਲੀਆਂ ਦੇ ਬੜੇ ਗਰੁੱਪ ਹੈ, ਕੋਈ ਮਾਨ ਗਰੁੱਪ ਹੈ, ਬਾਦਲ ਗਰੁੱਪ ਹੈ, ਸਰਨਾ ਗਰੁੱਪ ਹੈ, GK ਗਰੁੱਪ ਹੈ, ਹੋਰ ਕਈ ਗਰੁੱਪ ਹੈਗੇ ਆ, ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਤੇ ਇਹ ਕਿਹਾ ਜੀ ਕਿ ਪੰਥ ਖਤਰੇ 'ਚ ਆ। ਪਤਾ ਨਹੀਂ ਖਤਰੇ 'ਚ ਹੈਗਾ ਕਿ ਨਹੀਂ ਹੈਗਾ, ਪਰ ਉੱਥੇ ਇੱਕ ਗੱਲ ਹੋਈ ਜਿਹੜੀ ਬੜੀ ਪ੍ਰਚਲਿਤ ਹੈ, ਜਿਹਦੇ ਤੇ ਲੋਕੀ ਹੱਸਦੇ ਵੀ ਆ ਤੇ ਪਰ ਕੁਝ ਲੋਕ ਜਿਹੜੇ ਆ ਉਹ ਚਿੰਤਤ ਵੀ ਹੋਏ ਆ, ਜਾਂ ਕਹਿ ਲਓ ਵੀ ਚੌਕਸ ਵੀ ਹੋਏ ਵੀ ਕੀ ਹੈ ਉਹ। ਜੀ ਇੱਕ ਵਾਰੀ ਕਹਿੰਦੇ ਆ ਪਾਰਲੀਮੈਂਟ ਵਿੱਚ ਇੱਕ ਮੁੰਡੇ ਨੇ, ਮੁੰਡਾ ਵੈਸੇ ਚੰਗਾ ਉੱਦਾਂ ਗਾਂਧੀ ਪਰਿਵਾਰ ਵਾਲਾ ਹੀ ਆ, ਰਾਹੁਲ ਗਾਂਧੀ ਨੇ ਅੱਖ ਮਾਰਤੀ ਕਿਸੇ ਗੱਲ ਤੇ, ਮੁੜ ਕੇ ਉਹ ਇੱਕ ਅੱਖ ਮਾਰਨ ਵਾਲਾ ਜਿਹੜਾ ਸੀਗਾ ਉਹ ਕਿਸੇ ਐਕਟਰਸ ਵੱਲੋਂ ਸੀਗੀ, ਉਹ ਗੱਲ ਵੀ ਵਾਪਰ ਹੋਈ। ਤੇ ਹੁਣ ਕਹਿੰਦੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਦੇ ਭਾਸ਼ਣ ਦੇ ਨਾਲ ਭਾਸ਼ਣ ਕਰਦਿਆਂ ਕਿਤੇ ਅੱਖ ਮਾਰਤੀ। ਉਹ ਬਜ਼ੁਰਗ ਹੈ ਜੀ, ਮੈਨੂੰ ਨਹੀਂ ਪਤਾ ਉਹਨੇ ਕਿਉਂ ਮਾਰੀ, ਤੇ ਲੋਕੀ ਸੋਚਦੇ ਜ਼ਰੂਰ ਆ ਕਿ ਸਿਮਰਨਜੀਤ ਸਿੰਘ ਮਾਨ ਇਹੋ ਜਿਹੀ ਗੱਲ ਕਰ ਨਹੀਂ ਸਕਦੇ, ਪਰ ਜੇ ਕੀਤੀ ਹੈ ਤਾਂ ਉਹਦੇ ਪਿੱਛੇ ਕੋਈ ਮਤਲਬ ਹੈ। ਉਹਨਾਂ ਬੋਲਿਆ ਵੀ ਆ ਮੂੰਹੋਂ, ਅੱਖ ਮਾਰੀ ਨੇ, ਵੀਡੀਓ ਵਾਇਰਲ ਹੋਈ ਆ, ਉਹਨਾਂ ਨੇ ਮੂੰਹ ਵੀ ਬੋਲਿਆ ਵੀ ਅੱਖ ਮਾਰ ਕੇ ਦੱਸ ਦਿਓ ਵੀ ਠੀਕ ਆ ਤੇ ਗਲਤ ਆ, ਸੱਜੀ ਕੇ ਖੱਬੀ। ਇਹ ਵੀ ਮੇਰੇ ਹਿਸਾਬ ਨਾਲ ਮੈਂ ਪੂਰੀ ਚਲੋ ਇਹ ਇੱਕ ਗੱਲ ਹੀ ਸੀ, ਅਸੀਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦੇ ਕਿ ਇਹ ਕੁਝ ਹੋ ਰਿਹਾ ਸਾਡੇ ਪੰਜਾਬ ਵਿੱਚ, ਸਾਡੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ। ਤੇ ਤੁਸੀਂ ਕਿਵੇਂ ਇਹਨਾਂ ਗੱਲਾਂ ਨੂੰ ਲੈਂਦੇ ਹੋ? ਸੱਥ ਵਿੱਚ ਬੈਠੇ ਲੋਕ, ਜਿਹੜੇ ਸੱਥ ਵਿੱਚ ਬੈਠੇ ਸਾਡੇ ਭੈਣ ਭਰਾ, ਆਪਦੀ ਫੀਡਬੈਕ ਜ਼ਰੂਰ ਦੇਣ, ਭਾਵੇਂ ਉਹ ਭਗਵੰਤ ਮਾਨ ਦੀ ਗੱਲ ਹੋਵੇ ਤੇ ਭਾਵੇਂ ਸਿਮਰਨਜੀਤ ਸਿੰਘ ਮਾਨ ਦੀ। ਸਾਡਾ ਮਕਸਦ ਪੰਜਾਬ ਨਾਲ, ਸਾਡਾ ਦਿਲ ਦਿਮਾਗ ਪੰਜਾਬ ਨਾਲ ਜੁੜਿਆ ਹੋਇਆ, ਅਸੀਂ ਉਹਨੂੰ ਆਪਦੇ ਦਿਲ ਦਿਮਾਗ 'ਚੋਂ ਕਿਸੇ ਤਰੀਕੇ ਨਾਲ ਵੀ ਕੱਢ ਨਹੀਂ ਸਕਦੇ। ਇਹ ਜਿਹੜੀ ਸਾਡੀ ਇੱਛਾ ਹੈ ਕਿ ਉਹ ਪੰਜਾਬ ਤੋਂ ਠੰਡੀ ਹਵਾ ਦਾ ਬੁੱਲਾ ਆਵੇ। ਉਂਝ ਟੈਂਪਰੇਚਰ ਕਹਿੰਦੇ ਬਹੁਤ 44-45 ਹੋ ਗਿਆ, ਉੱਧਰੋਂ ਠੰਡੀ ਹਵਾ ਦਾ ਬੁੱਲਾ ਆਵੇ, ਇਹ ਸਾਡੀ ਖਾਸ਼ ਹੈ। ਕੀ ਕਹਿਣਾ ਚਾਹੁੰਦੇ ਸੀ? ਬਿਲਕੁਲ ਜੀ, ਮੈਂ ਉਹ ਭਾਈ ਦੀ ਗੱਲ ਤੋਂ ਗੱਲ ਚੇਤੇ ਆ ਗਈ ਵੀ ਵੇਖੋ ਜੀ, ਨਾ ਤੇ ਸੁਖਬੀਰ ਬਾਦਲ ਨਾਲ ਸਾਡੀ ਜ਼ਮੀਨ ਲੱਗਦੀ ਆ, ਨਾ ਕੈਪਟਨ ਨੇ ਸਾਡਾ ਪਿਓ ਮਾਰਿਆ, ਨਾ ਭਗਵੰਤ ਮਾਨ ਸਾਡੀ ਮਾਸੀ ਦਾ ਮੁੰਡਾ ਆ, ਤੇ ਨਾ BJP ਵਾਲੇ ਮੋਦੀ ਸਾਹਿਬ
ਸਾਡੇ ਸਕੇ ਉਹਨਾਂ ਦੇ ਸਾਡੇ ਸਕੇ ਨਾ, ਜਾਂ ਉਹਨਾਂ ਨਾਲ ਸਾਡਾ ਕੰਧ ਦੀ ਲੜਾਈ ਆ। ਇਸ ਕਰਕੇ ਸਾਰੇ ਸੰਗੇ ਨੇ, ਲੇਕਿਨ ਪੰਜਾਬ ਸਾਡਾ ਘਰ ਆ। ਜਿਹੜਾ ਉਹਦੇ ਵਿਰੁੱਧ ਜਾਊ ਅਸੀਂ ਉਹਦੇ ਵਿਰੁੱਧ ਆ, ਅਸੀਂ ਉਹਦੇ ਖਿਲਾਫ ਬੋਲਾਂਗੇ ਕਿੰਤੂ ਪਰੰਤੂ ਤਾਂ ਕਰਾਂਗੇ ਹੀ, ਵਿਰੁੱਧ ਬੋਲਾਂਗੇ ਤੁਹਾਨੂੰ ਨਾਲ ਲੈ ਕੇ। ਜਦੋਂ ਤੁਸੀਂ ਹੁੰਗਾਰਾ ਭਰੋਗੇ ਫਿਰ ਇਕਜੁੱਟ ਆਵਾਜ਼ ਨਾਲ ਅਸੀਂ ਇਹ ਗੱਲ ਜਿਹੜੀ ਆ ਉਭਾਰਾਂਗੇ ਕਿ ਭਾਈ ਪੰਜਾਬ ਨਾਲ ਵੀ ਦੇਖੀ ਹੋ ਰਹੀ। ਨਿੱਕੀਆਂ ਨਿੱਕੀਆਂ ਵਧੀਕੀਆਂ ਦੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ। ਤੁਸੀਂ ਕਿੰਨੇ ਕੁ ਸਹਿਮਤ ਹੋ? ਆਪਦਾ ਫੀਡਬੈਕ ਜਿਹੜਾ ਉਹ ਜ਼ਰੂਰ ਦੇਣਾ। ਤੁਹਾਡੀ ਫੀਡਬੈਕ ਦੀ ਬਹੁਤ ਲੋੜ ਹੈ। ਇਹ ਪ੍ਰੋਗਰਾਮ ਤੁਸੀਂ ਫੇਸਬੁੱਕ 'ਤੇ ਵੀ ਨਾਲ ਨਾਲ ਵੇਖਦੇ ਪਏ ਹੋ ਔਰ YouTube 'ਤੇ ਵੀ। ਪੰਜਾਬੀ ਸੱਚ ਦਾ ਇਹ ਪ੍ਰੋਗਰਾਮ ਜਿਹੜਾ ਤਾਂ ਹੀ ਸੰਭਵ ਸੀ ਜੇ ਬਾਲ ਅੰਮ੍ਰਿਤਸਰੀਆ ਸਾਹਿਬ ਇੱਥੇ ਆਉਂਦੇ ਆ ਤੇ ਪੈਰੀਆਂ ਕਵਿਤਾਵਾਂ ਸੁਣਾਉਂਦੇ ਆ, ਚੰਗੀਆਂ ਚੰਗੀਆਂ ਗੱਲਾਂ ਕਰਦੇ। ਮੈਂ ਤਾਂ ਹੁੰਗਾਰਾ ਹੀ ਭਰਦਾ। ਮੈਂ ਇੰਟਰੋਡਿਊਸ ਕਰ ਦਿੰਦਾ ਤੇ ਅਖੀਰ ਤੇ ਮੈਂ ਕਹਿ ਦਿੰਦਾ ਹੁੰਦਾ ਜੀ ਸਤਿ ਸ਼੍ਰੀ ਅਕਾਲ। ਬਾਲ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰੇ, ਸਤਿ ਸ਼੍ਰੀ ਅਕਾਲ।